ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਕਾਲ ਗੋ ਬਾਣੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਹੁਬਾ ਬਾਣੀ ਨਿਰੰਕਾਰ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਸ੍ਰੀ ਨਿਵਾਜ ਸਤਿਗੁਰੂ ਨੇ ਜੋ ਸ੍ਰੀ ਰਾਗ ਦੀ ਬਾਰ ਦੇ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਬਖਸ਼ਿਆ, ਜਿੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਪੰਜੇ ਬਿਰਤੀਆਂ ਜਿਹੜੀਆਂ ਮਨ ਦੀਆਂ ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ, ਬਾਹਰ ਜਾਂਦੀ ਹੋਈ ਸੁਰਤ ਨੂੰ ਮੋੜ ਕੇ ਸ਼ਬਦ ਵਿੱਚ ਲਿਆਉਣਾ, ਇਸ ਨੂੰ ਅਭਿਆਸ ਕਹਿੰਦੇ। ਬਾਣੀ ਦੇ ਅਰਥਾਂ ਵਿੱਚ ਧਿਆਨ ਟਿਕਾਉਣਾ, ਅੱਖਰਾਂ ਦੇ ਵਿੱਚ ਆਪਣੇ ਨੇਤਰਾਂ ਨੂੰ ਲਾ ਕੇ ਵਿਸਰਾਮ ਭੇਦ ਸਮਝਣੇ ਔਰ ਉਚਾਰਨ ਭੇਦ ਸਮਝਣੇ। ਸੁਰਤ ਦੇ ਵਿੱਚ ਜੋ ਸਤਿਗੁਰਾਂ ਦਾ ਉਪਦੇਸ਼ ਹੈ, ਜਿਹੜੇ ਬਚਨ ਸਿੱਖਿਆ ਰੂਪ ਹਨ, ਉਹ ਸਮਝਣਾ ਕਿ ਸਤਿਗੁਰੂ ਪ੍ਰਤੱਖ ਹੋ ਕੇ ਆਪਣੀ ਰਸਨਾ ਦੁਆਰਾ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਰਹੇ ਹੈ। ਜਿੱਥੇ ਬੇਨਤੀਆਂ ਦੇ ਸ਼ਬਦ ਆਉਣ, ਉੱਥੇ ਆਪਣੇ ਵੱਲੋਂ ਬੇਨਤੀਆਂ ਭਾਵ ਦੇ ਅੰਦਰ ਹੋ ਜਾਈਦਾ ਹੈ। ਸੋ ਆਓ ਗੁਰੂ ਗਰੀਬ ਨਿਵਾਜ ਕਿਰਪਾ ਕਰਨ। ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਦੀ ਕਥਾ ਜਿੱਥੋਂ ਆਰੰਭ ਹੁੰਦੀ ਹੈ, ਪਾਵਨ ਬਚਨ ਹੈ। ਇਹਦੇ ਵਿੱਚ ਦ੍ਰਿਸ਼ਟਾਂਤ ਵਰਤਿਆ ਹੈ ਔਰ ਸਤਿਗੁਰੂ ਜੀ ਦ੍ਰਿਸ਼ਟਾਂਤ ਵੀ ਐਸਾ ਵਰਤਦੇ ਹੈ ਜਿਹਦੇ ਵਿੱਚ ਬਾਹਜ ਰੂਪ ਦੇ ਅੰਦਰ ਵੀ ਸੰਸਾਰ ਨੂੰ ਲਾਭ ਪ੍ਰਾਪਤ ਹੋਵੇ, ਅੰਤਰੀ ਭਾਵ ਦੇ ਅੰਦਰ ਜਿਗਿਆਸੂ ਨੂੰ ਲਾਭ ਪ੍ਰਾਪਤ ਹੋਵੇ। ਤੇ ਇਸ ਤਰ੍ਹਾਂ ਮਹਾਰਾਜ ਨੇ ਰੂਪਕ ਅਲੰਕਾਰ ਵਰਤੇ ਹੋਏ। ਇਹ ਰੂਪਕ ਅਲੰਕਾਰ ਹੈ ਸੰਸਾਰ ਦੀ ਕੁਲੱਖਣੀ ਔਰਤ ਦੇ ਉੱਤੇ ਸ਼ਬਦ ਉਚਾਰਨ ਕਰਕੇ ਜਿਗਿਆਸੂ ਨੂੰ ਸਿੱਖਿਆ ਦਿੱਤੀ ਹੈ। ਪਹਿਲਾਂ ਬਾਹਜ ਰੂਪ ਦੇ ਅੰਦਰ ਸਮਾਜ ਸੁਧਾਰਨ ਵਾਸਤੇ ਰਸਤੇ ਦੇ ਅੰਦਰ ਭਾਵ ਕਿ ਜਿਹੜੇ ਪਤੀ ਪਤਨੀ ਦੇ ਰਿਸ਼ਤੇ ਹਨ, ਇਹਨਾਂ ਨੂੰ ਮਜ਼ਬੂਤ ਕਿਵੇਂ ਰੱਖਿਆ ਜਾ ਸਕਦਾ ਹੈ, ਇਹਦੇ ਵਿੱਚ ਜਿੱਧਰ ਖੋਟ ਹੈ ਉਹ ਖੋਟ ਦੂਰ ਕਰਨ ਵਾਸਤੇ ਆਪਣਾ ਆਪਣਾ ਸਥਾਨ ਦਿਖਾਇਆ ਹੋਇਆ ਹੈ। ਪਤਨੀ ਦਾ ਕੀ ਸਥਾਨ ਹੈ, ਉਹ ਆਪਣੇ ਸਥਾਨ ਤੇ ਰਹੇ, ਪਤੀ ਆਪਣੇ ਸਥਾਨ ਤੇ ਰਹੇ, ਉੱਥੇ ਸ਼ੋਭਦੇ ਹੈ। ਸੋ ਆਓ ਦ੍ਰਿਸ਼ਟਾਂਤ ਦਿੰਦੇ ਹਨ ਜਿਹੜੀ ਕੁਲੱਖਣੀ ਔਰਤ ਹੈ ਉਸ ਦਾ। ਫਿਰ ਇਹ ਮਨਮੁਖ ਦੇ ਪ੍ਰਥਾएं ਸਿੱਖਿਆ ਜਿਹੜੀ ਹੋਏਗੀ, ਕੁਲੱਖਣੀ ਔਰਤ ਦੀ ਤਰ੍ਹਾਂ ਮਨਮੁਖ ਮੰਨਿਆ ਜਾਏ। ਸੋ ਆਓ ਜਿਸ ਪ੍ਰਕਾਰ ਗੁਰੂ ਕਿਰਪਾ ਕਰਦਾ ਸੁਣੋ ਜੀ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਮਹੱਲਾ ਤੀਜੇ ਤੋਂ ਤੀਸਰੇ ਪਾਤਸ਼ਾਹ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ। ਮਨਮੁਖ ਮੈਲੀ ਕਾਮਣੀ। ਇਹ ਕਾਮਣੀ ਨਾਮ ਇਸਤਰੀ ਦਾ ਹੈ, ਜਿਹੜੀ ਮਨਮੁਖ ਰੂਪ ਮਤਲਬ ਵੀ ਮਨ ਨੂੰ ਮੁੱਖ ਰੱਖ ਕੇ ਚੱਲਦੀ ਹੈ, ਆਪਣੀ ਮਰਜ਼ੀ ਕਰਨ ਵਾਲੀ ਹੈ। ਸਹੁਰੇ ਘਰ ਦੇ ਅੰਦਰ ਕਿਸੇ ਦੀ ਨਹੀਂ ਸੁਣਦੀ, ਨਾ ਸਹੁਰੇ ਦੀ ਨਾ ਸੱਸ ਦੀ, ਔਰ ਨਾ ਹੀ ਕੋਈ ਰਿਸ਼ਤੇਦਾਰ ਜਿਹੜੇ ਚੰਗੇ ਹਨ ਉਹਨਾਂ ਦੀ ਵੀ ਨਹੀਂ ਕੋਈ ਸੁਣਦੀ। ਇੱਥੋਂ ਤੱਕ ਵੀ ਕਈ ਔਰਤਾਂ ਐਸੀਆਂ ਜਿਹੜੇ ਮਾਂ-ਬਾਪ ਦੀ ਵੀ ਗੱਲ ਨਹੀਂ ਸੁਣਦੇ, ਜਿਨ੍ਹਾਂ ਦੀ ਧੀ ਹੁੰਦੀ, ਆਪਣੀ ਮਰਜ਼ੀ ਕਰਦੀਆਂ। ਉਹ ਮਨਮੁਖ ਇਸਤਰੀਆਂ ਹਨ। ਉਹਨਾਂ ਦੇ ਅੰਦਰ ਮੈਲ ਹੈ ਵਿਕਾਰਾਂ ਦੀ। ਇਹੋ ਜਿਹੀ ਜਿਹੜੀ ਕਾਮਣੀ ਇਸਤਰੀ ਹੈ ਕੁਲੱਖਣੀ ਕੁਨਾਰ। ਮਹਾਰਾਜ ਕਹਿੰਦੇ ਭਾਈ ਉਹ ਨਾਰ ਨਹੀਂ ਹੈ, ਨਾਰ ਇਸਤਰੀ ਨੂੰ ਕਹਿੰਦੇ ਹੈ, ਉਹ ਕੁਨਾਰ ਹੈ। ਕੁਨਾਰ ਦਾ ਮਤਲਬ ਕੀ ਬਣਿਆ ਕਿ ਖੋਟੀ ਇਸਤਰੀ ਹੈ, ਉਹ ਚੰਗੀ ਇਸਤਰੀ ਨਹੀਂ ਹੈ। ਇਸ ਤਰ੍ਹਾਂ ਕਰਕੇ ਜਿਵੇਂ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਨਾਰੀ ਜਾਤੀ ਤਾਂ ਹੈ, ਪਰ ਉਹ ਨਾਰੀ ਜਾਤੀ ਦੇ ਵਿੱਚ ਖੋਟੀ ਇਸਤਰੀ ਮੰਨੀ ਗਈ ਹੈ, ਕੁਨਾਰ।
ਉਹਦੇ 'ਚ ਫਿਰ ਕੁਲ ਨੂੰ ਖੈ ਕਰਨ ਵਾਲੇ ਲੱਖਣ, ਜਿਹੜੀ ਕੁਲ ਨੂੰ ਲਾਜ ਲਾਉਂਦੇ ਆ ਉਹਨੂੰ ਕਹਿੰਦੇ ਕੁਲੱਖਣੀ। ਜਿਹੜੀ ਕੁਲ ਨੂੰ ਇਹ ਦਾਗ ਲਾ ਦੇਵੇ, ਖੋਟੇ ਲੱਛਣਾਂ ਵਾਲੀ, ਸਿੱਧੇ ਤੌਰ ਤੇ ਕਹਿ ਦਈਏ ਵੀ ਉਹ ਕੁਨਾਰ ਹੁੰਦੀ ਹੈ ਜਿਹੜੀ ਵਿਭਚਾਰਨ ਹੋਵੇ, ਪਤੀ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਸੰਬੰਧ ਬਣਾ ਲਵੇ। ਇਹ ਸਮਾਜ ਸੁਧਾਰਨ ਵਾਸਤੇ ਮਹਾਰਾਜ ਸਾਹਿਬ ਜੀ ਅੱਗੇ ਹੋਰ ਕਿਰਪਾ ਕਰਦੇ ਨੇ। ਫਿਰ ਛੋੜਿਆ ਘਰ ਆਪਣਾ, ਤੇ ਪਤੀ ਚੰਗੇ ਸੁਭਾਅ ਦਾ ਹੈ, ਉਹ ਤਾਂ ਛੱਡ ਦਿੱਤਾ ਘਰ ਦੇ ਵਿੱਚ, ਤੇ ਆਪ ਘਰ ਤੋਂ ਬਾਹਰ ਕਿਸੇ ਬਹਾਨੇ ਝੂਠ ਬੋਲ ਕੇ ਜਾ ਰਹੀ ਹੈ ਵੀ ਮੈਂ ਆਹ ਕੁਛ ਲੈਣ ਜਾ ਰਹੀ ਹਾਂ, ਤੇ ਜਾ ਕਿੱਥੇ ਰਹੀ ਹੈ ਉਹ ਦੱਸਦੇ ਹਨ। ਪਰ ਪੁਰਖੈ ਨਾਲ ਪਿਆਰ, ਪਤੀ ਘਰ ਦੇ ਵਿੱਚ ਹੈ, ਪਰਾਏ ਪੁਰਖਾਂ ਦੇ ਕੋਲ ਜਾਂਦੀ ਹੈ ਤੇ ਉਹਨਾਂ ਦੇ ਨਾਲ ਪਿਆਰ ਕਰਦੀ ਹੈ, ਪਤੀ ਦੇ ਨਾਲ ਝਗੜਾ ਕਰਦੀ ਹੈ। ਮਹਾਰਾਜ ਸਾਹਿਬ ਕਹਿੰਦੇ ਫਿਰ ਘਰ ਨਹੀਂ ਬਸਿਆ ਕਰਦੇ। ਤ੍ਰਿਸ਼ਨਾ ਕਦੇ ਨਾ ਚੁੱਕਈ, ਐਸੀਆਂ ਔਰਤਾਂ ਦੀ ਤ੍ਰਿਸ਼ਨਾ ਜਿਹੜੀ ਦੂਸਰੇ ਪੁਰਸ਼ਾਂ ਦੇ ਸਰੀਰ ਦੀ ਤ੍ਰਿਸ਼ਨਾ ਹੈ ਕਿ ਪਤੀ ਨਾਲੋਂ ਇੱਥੇ ਮੈਨੂੰ ਸੁੱਖ ਹੈ ਵਿਸ਼ੇ ਦਾ, ਕਹਿੰਦੇ ਇਹ ਤ੍ਰਿਸ਼ਨਾ ਹੈ। ਤ੍ਰਿਸ਼ਨਾ ਕੀ ਹੁੰਦੀ ਹੈ? ਜਿਹੜੀ ਚੀਜ਼ ਪ੍ਰਾਪਤ ਹੈ ਉਹਦੇ ਵਿੱਚ ਤ੍ਰਿਪਤੀ ਨਾ ਹੋਣੀ, ਆ ਤ੍ਰਿਪਤੀ ਨੂੰ ਤ੍ਰਿਸ਼ਨਾ ਕਹਿੰਦੇ ਨੇ। ਪਤੀ ਪ੍ਰਾਪਤ ਹੈ, ਵਿਸ਼ੇ ਦਾ ਰਸ ਲੈਣਾ, ਉੱਥੇ ਰਹਿ ਸਕਦੀ ਹੈ, ਪਰ ਤ੍ਰਿਪਤੀ ਨਹੀਂ ਹੈ। ਤੇ ਮਹਾਰਾਜ ਸਾਹਿਬ ਨੇ ਸਿੱਧੇ ਖੁਲਾਸੇ ਸ਼ਬਦਾਂ 'ਚ ਹੈ, ਉਹਦੀ ਤ੍ਰਿਸ਼ਨਾ ਕਦੇ ਚੁੱਕੇਗੀ ਨਹੀਂ, ਉਹਦੀ ਬਾਸ਼ਨਾ ਫਿਰ ਇੱਕ ਪੁਰਸ਼ ਦੇ ਨਾਲ ਵੀ ਨਹੀਂ, ਉਹਨੂੰ ਛੱਡ ਕੇ ਹੋਰ ਪੁਰਸ਼ਾਂ ਦੇ ਨਾਲ। ਇਸ ਪ੍ਰਕਾਰ ਫਿਰ ਉਹ ਵਿਭਚਾਰਨੀ ਸਮਾਜ ਦੀ ਇੱਕ ਇਹੋ ਜੀ ਲਾਹਣਤ ਰੂਪ ਹੋ ਕਰਕੇ, ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਲਾਹਣਤ ਹੋ ਕਰਕੇ, ਸਮਾਜ ਦੇ ਵਿੱਚ ਇੱਕ ਗੰਦ ਫੈਲਾਉਣ ਵਾਲੀ ਔਰਤ ਹੋਣ ਕਰਕੇ ਫਰਕ ਸਿਰਫ ਇਤਨਾ ਹੈ ਕਿ ਬੇਸਬਾਵਾਂ ਕੋਠਿਆਂ ਤੇ ਬਹਿੰਦੀਆਂ ਸੀ, ਲੋਕਾਂ ਨੂੰ ਪਤਾ ਚੱਲਦਾ ਸੀ ਕਿ ਉਹ ਬੇਸਬਾ ਬੈਠੀ ਹੈ। ਪਰ ਅੱਜ ਦੇ ਸੰਸਾਰ ਦੀਆਂ ਬੇਸਬਾਵਾਂ ਜਿਹੜੀਆਂ ਉਹ ਕੋਠਿਆਂ ਤੇ ਤਾਂ ਨਹੀਂ, ਪਰ ਕੋਠਿਆਂ ਦੇ ਅੰਦਰ ਤੁਰੀਆਂ ਫਿਰਦੀਆਂ ਹਨ। ਮਹਾਰਾਜ ਕਹਿੰਦੇ ਇਹ ਬਾਤ ਚੰਗੀ ਨਹੀਂ ਹੈ। ਇਸ ਕਰਕੇ ਪਤੀਵਰਤਾ ਧਰਮ ਦੀ ਪਾਲਣਾ ਕਰਨੀ ਚਾਹੀਏ ਤੇ ਪਤੀ ਦੇ ਨਾਲ ਜ਼ਿੰਦਗੀ ਨਿਭਾਉਣੀ ਚਾਹੀਦੀ ਹੈ। ਉਹਨਾਂ ਦੀ ਤ੍ਰਿਸ਼ਨਾ ਕਦੇ ਵਿਸ਼ਿਆਂ ਦੀ ਚੁੱਕਦੀ ਨਹੀਂ, ਦੂਰ ਨਹੀਂ ਹੁੰਦੀ ਹੈ। ਜਲਦੀ ਕਰੇ ਪੁਕਾਰ, ਫਿਰ ਜਦੋਂ ਨਰਕਾਂ ਦੀ ਅੱਗ ਵਿੱਚ ਸੜੇਗੀ ਨਾ, ਉੱਥੇ ਪੁਕਾਰਾਂ ਕਰੂ, ਫਰਿਆਦਾਂ ਕਰੂਗੀ, ਕੋਈ ਨਹੀਂ ਸੁਣਨਾ, ਕਿਸੇ ਨੇ ਨਹੀਂ ਸੁਣਨੀ ਉਹਦੀ ਫਰਿਆਦ। ਜਾਂ ਫਿਰ ਇੱਥੇ ਹੀ ਤ੍ਰਿਸ਼ਨਾ ਦੇ ਵਿੱਚ ਸੜਦੀ ਰਹੇਗੀ, ਲੋਕਾਂ ਦੀਆਂ ਲਾਹਣਤਾਂ ਸਾੜਦੀਆਂ ਰਹਿਣਗੀਆਂ, ਲੋਕਾਂ ਦੇ ਵਿੱਚ ਅਪਜਸ ਦੀ ਸਾੜ ਪੈਂਦਾ ਰਹੇਗਾ ਤੇ ਉਹਨੂੰ ਸ਼ਾਂਤੀ ਨਹੀਂ ਆਏਗੀ। ਸੁਧਰ ਜਾਣਾ ਚਾਹੀਦਾ ਹੈ। ਇਉਂ ਮਹਾਰਾਜ ਨੇ ਪਾਵਨ ਬਚਨ ਕਹੇ ਜੇ, ਨਾਨਕ ਬਿਨ ਨਾਵੈ ਕੁਰੂਪ ਕਸੋਹਣੀ। ਮਹਾਰਾਜ ਸਾਹਿਬ ਕਹਿੰਦੇ ਵੀ ਇੱਕ ਤਾਂ ਨਾਸਤਕ ਹੈ, ਜੇ ਉਹ ਨਾਮ ਜਪਣ ਵਾਲੀ ਹੋਵੇ ਫਿਰ ਐਸਾ ਨਹੀਂ ਕਰ ਸਕਦੀ। ਪਰਮਾਤਮਾ ਦਾ ਡਰ ਹੁੰਦਾ ਵੀ ਪਰਮਾਤਮਾ ਨੇ ਨਿਯਮ ਬਣਾਇਆ, ਨਾਮ ਤੋਂ ਬਿਨਾਂ ਹੈ, ਨਾਮ ਨਹੀਂ ਜਪਦੀ ਹੈ। ਤੇ ਦੂਸਰਾ ਉਹ ਪਤੀਵਰਤਾ ਧਰਮ ਵਾਲਾ, ਉਹਦਾ ਨਾਮ ਨਹੀਂ ਪੈ ਗਿਆ, ਉਹ ਤੋਂ ਬਿਨ ਨਾ ਆਵੇ, ਪਤੀਵਰਤਾ ਧਰਮ ਵਾਲੀ ਨਾ ਰਹੀ, ਇਹ ਨਾਮ ਖਤਮ ਹੋ ਗਿਆ। ਚੰਗੀ ਔਰਤ ਦਾ ਨਾਮ ਨਹੀਂ ਮਿਲਦਾ ਉਹਨੂੰ, ਉਹ ਬਿਨਾਂ ਨਾਮ ਤੋਂ ਹੋ ਗਈ, ਚੰਗੇ ਨਾਮ ਤੋਂ ਬਿਨਾਂ ਹੋ ਗਈ, ਮਾੜੇ ਨਾਮ ਵਾਲੀ ਹੋ ਗਈ। ਤੇ ਕਰੂਪ ਦਾ ਮਤਲਬ ਹੈ ਬਦਸੂਰਤ। ਤੇ ਉਹ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਚਿਹਰੇ ਦੇ ਉੱਤੇ ਕਰੂਪਣਾ ਆ ਜਾਂਦਾ ਹੈ, ਸੁਆਹ ਉੱਡਣ ਲੱਗ ਜਾਂਦੀ ਹੈ ਚਿਹਰੇ ਦੇ ਉੱਤੇ। ਕਸੋਹਣੀ ਬਦ ਸ਼ਕਲ, ਉਹ ਮਨ ਕਰਕੇ ਵੀ ਉਹਦੀ ਮਨ ਦੀ ਸ਼ਕਲ ਵੀ ਚੰਗੀ ਨਹੀਂ ਹੈ। ਬਦਸੂਰਤ ਉਹਦੇ ਖਿਆਲ, ਕਹਿੰਦੇ ਤੇਰੀ ਸ਼ਕਲ ਹੁਣ ਦੇਖੀ, ਜਦੋਂ ਕੋਈ ਮਾੜਾ ਕਰਮ ਬਾਹਰ ਪ੍ਰਗਟ ਕਹਿੰਦੇ ਹੁਣ ਤੇਰਾ ਅਸਲੀ ਚਿਹਰਾ ਨੰਗਾ ਹੋਇਆ ਹੈ। ਇਸ ਕਰਕੇ ਉਹਦਾ ਅੰਦਰਲਾ ਚਿਹਰਾ ਵੀ ਜਿਹੜਾ ਹੈ ਉਹ ਵੀ ਕਸੋਹਣੀ ਹੈ। ਮਤਲਬ ਜਿਹੜਾ ਸੋਹਣਾਪਣ, ਸੁਹੱਪਣਪਣਾ ਤਾਂ ਪਤੀ ਦੀ ਸੇਵਾ ਕਰਨ ਦੇ ਵਿੱਚ ਸੀ, ਚੰਗੇ ਚੱਜ ਵਿਚਾਰ ਦੇ ਵਿੱਚ ਸੀ। ਇਸ ਕਰਕੇ ਬਦ ਸ਼ਕਲ ਹੋ ਗਈ, ਕਸੋਹਣੀ ਹੋ ਗਈ ਹੈ। ਐਸੀ ਉਹਦੀ ਵਿਚਾਰਨੀ ਔਰਤ ਦੀ ਹੈ। ਪਰ ਹਰ ਛੋਡੀ ਪਤਾਰ, ਅਖੀਰ ਨੂੰ ਫਿਰ ਪਤੀ ਕਿੰਨਾ ਕੁ ਚਿਰ ਸਮਝਾਉਂਦਾ ਰਹੇਗਾ। ਅਖੀਰ ਨੂੰ ਪਤੀ ਛੱਡ ਦਿੰਦਾ, ਕਹਿੰਦਾ ਜਾ ਫਿਰ ਤੂੰ ਆਪਣੇ ਜਿੱਥੇ ਜਾਣਾ, ਦਫਾ ਹੋ ਮੇਰੇ ਘਰ ਤੋਂ, ਮੈਂ ਆਪ ਹੀ ਬੱਚੇ ਪਾਲ ਲੂੰਗਾ। ਫਿਰ ਤਲਾਕ ਹੋ ਜਾਂਦਾ, ਪਛਤਾਵਾ ਹੁੰਦਾ, ਫਿਰ ਨਾ ਸਹੁਰਿਆਂ ਦੀ ਰਹੀ ਨਾ ਪੇਕਿਆਂ ਦੀ ਰਹੀ, ਤੇ ਨਾ ਉਹਨਾਂ ਨੇ ਸਾਹਮਣੇ ਜਿਨ੍ਹਾਂ ਪਿੱਛੇ ਆਪਣੇ ਪਤੀ ਨੂੰ ਛੱਡਿਆ ਸੀ,
ਮਹਾਰਾਜ ਕਹਿੰਦੇ ਇੱਕ ਤਾਂ ਗੁਰਸਿੱਖ ਬੀਬੀਆਂ ਨੂੰ ਮਹਾਰਾਜ ਕਹਿੰਦੇ ਮੈਂ ਹਦਾਇਤ ਕਰਦਾ ਵੀ ਭਾਈ ਤੁਸੀਂ ਪਤੀ ਨੂੰ ਪਰਮੇਸ਼ਰ ਸਰੂਪ ਸਮਝ ਕੇ ਸੇਵਾ ਕਰੋ, ਘਰਾਂ ਦੇ ਵਿੱਚ ਝਗੜੇ ਖਤਮ ਕਰ ਦਿਓ, ਸਵਰਗ ਦੀ ਤਰ੍ਹਾਂ ਆਪਣੇ ਘਰ ਦੇ ਵਿੱਚ ਰਹੋ। ਮੁਸਾਫਰ ਖਾਨਾ ਹੈ, ਮੁਸਾਫਰ ਲੜਿਆ ਨਹੀਂ ਕਰਦੇ, ਉਹਨਾਂ ਨੂੰ ਪਤਾ ਵੀ ਰਾਤ ਹੀ ਕੱਟਣੀ ਹੈ ਜੀ, ਤੇ 2 ਫੁੱਟ ਇਧਰ ਨੂੰ ਹੋ ਕੇ ਆਸਣ ਲਾ ਲਿਆ ਕਿ ਇਧਰ ਨੂੰ ਹੋ ਕੇ ਜਗ੍ਹਾ ਹੀ ਹੈ, ਆਰਾਮ ਹੀ ਕਰਨਾ। ਇਸ ਕਰਕੇ ਮਹਾਰਾਜ ਨੇ ਇਹ ਤਾਂ ਸਿੱਖਿਆ ਦਿੱਤੀ ਹੈ। ਬਾਹਜ ਅਰਥ ਦੇ ਵਿੱਚ ਹੁਣ ਅੰਤਰੀਵ ਭਾਵ ਦੇ ਵਿੱਚ ਮਨਮੁਖ ਇਸਤਰੀ, ਜੀਵ ਰੂਪ ਇਸਤਰੀ ਤੇ ਉਹਦਾ ਦ੍ਰਿਸ਼ਟਾਂਤ ਬਣਾ ਕੇ ਹੁਣ ਦਾਤ ਦ੍ਰਿਸ਼ਟਾਂਤ ਦੀ ਸਿੱਖਿਆ ਦਿੰਦੇ ਹਨ ਜੀ। ਮਨਮੁਖ ਮੈਲੀ ਕਾਮਣੀ, ਜਿਹੜਾ ਮਨਮੁਖ ਹੈ ਇਹ ਉਸੇ ਕਾਮਣੀ ਦੀ ਨਿਆਈ ਹੈ ਜਿਹਦਾ ਉੱਪਰ ਜ਼ਿਕਰ ਕੀਤਾ ਹੈ। ਇਹ ਜੀਵ ਰੂਪ ਇਸਤਰੀ ਹੈ, ਮਨਮੁਖ ਜੀਵ ਰੂਪ ਇਸਤਰੀ ਅਵਿਦਿਆ ਅਤੇ ਪਾਪਾਂ ਦੀ ਮੈਲ ਹੈ ਇਹਦੇ ਵਿੱਚ। ਉਹ ਪਾਪਾਂ ਦੀ ਮੈਲ ਕਰਕੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਮੈਲੀ ਹੋ ਗਈ ਹੈ, ਮਲੀਨ ਹੈ। ਇਸ ਕਰਕੇ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਭਰੀ ਹੋਈ ਹੈ। ਹਰ ਜਨਮ ਦੇ ਵਿੱਚ ਪਾਪਾਂ ਦੀ ਕਾਲਸ਼ ਲੈ ਕੇ ਅਗਲੇ ਜਨਮ ਵਿੱਚ ਚਲਾ ਜਾਂਦਾ। ਜਿਵੇਂ ਕਿਸੇ ਨੂੰ ਕੱਪੜੇ ਧੋਣ ਦਾ ਕਿਤੇ ਸਮਾਂ ਹੀ ਨਾ ਮਿਲੇ, ਪਾਣੀ ਨਾ ਮਿਲਿਆ, ਸਾਬਣ ਨਾ ਮਿਲਿਆ, ਜਿੱਥੇ ਗਿਆ ਮੈਲ ਲੱਗ ਗਈ, ਜਿੱਥੇ ਗਿਆ ਮੈਲ ਲੱਗ ਗਈ। ਇਹ ਅੰਤਿਸ਼ ਕਰਨ ਦਾ ਕੱਪੜਾ, ਧੋਣ ਦਾ ਤਾਂ ਸਮਾਂ ਹੀ ਨਹੀਂ ਮਿਲਿਆ। ਕੀ ਕੁੱਤੇ ਦੀ ਜੂਨ ਦੇ ਵਿੱਚ ਕੋਈ ਮਨ ਨੂੰ ਧੋ ਲੂਗਾ? ਸੂਰ ਦੀ ਜੂਨ ਵਿੱਚ ਧੋ ਲੂ, ਖੋਤੇ ਦੀ ਜੂਨ 'ਚ ਧੋ ਲੂ? ਨਹੀਂ। ਇੱਕ ਮਨੁੱਖਾ ਸਰੀਰ ਹੈ ਜਿਹਦੇ 'ਚ ਆਪਣੇ ਮਨ ਨੂੰ ਧੋ ਸਕਦਾ ਹੈ। ਉਹਦੇ ਵਿੱਚ ਵੀ ਕਿੰਨੇ ਕੁ ਮਨੁੱਖ ਨੇ ਜਿਹੜੇ ਆਪਣੇ ਮਨ ਨੂੰ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾ ਕਹਿੰਦਾ, ਕਿੰਨੇ ਕੁ ਨੇ ਜਿਹੜੇ ਧੋਣ ਵਾਲੇ ਹਨ। ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ। ਇਸ ਕਰਕੇ ਕੁਲਖਣੀ ਕੁਨਾਰ, ਇਹ ਖੋਟੇ ਲੱਛਣਾਂ ਵਾਲੀ ਜੀਵ ਰੂਪ ਇਸਤਰੀ ਹੋ ਗਈ, ਕਿਉਂਕਿ ਇਹਦੇ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਲੱਖਣਾਂ ਵਾਲੀ ਹੋ ਗਈ। ਇਹ ਲੱਖਣ ਨਹੀਂ ਹੈ, ਕੁਲਖਣ ਨੇ, ਖੋਟੇ ਲੱਖਣ। ਇਸ ਕਰਕੇ ਕੁਨਾਰ ਖੋਟੀ ਇਸਤਰੀ ਦੀ ਨਿਆਈ ਉਹ ਮਨਮੁਖ ਰੂਪ ਇਸਤਰੀ ਹੋ ਗਈ ਹੈ। ਫਿਰ ਛੋੜਿਆ ਘਰ ਆਪਣਾ, ਜਿਵੇਂ ਵਿਭਚਾਰਨ ਔਰਤ ਨੇ ਪਤੀ ਆਪਣੇ ਘਰ ਵੀ ਛੱਡ ਦਿੱਤਾ ਹੈ, ਇਹ ਮਨਮੁਖ ਇਸਤਰੀ ਨੇ, ਜੀਵ ਰੂਪ ਇਸਤਰੀ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ ਉਹ ਤੋਂ ਬੇਮੁਖ ਹੋਣ ਰੂਪ ਛੱਡ ਦਿੱਤਾ ਉਹਨੂੰ। ਫਿਰ ਪਤੀ ਪਰਮੇਸ਼ਰ ਨੂੰ ਛੋੜਿਆ, ਛੱਡ ਦਿੱਤਾ ਹੈ। ਪਰਮਾਤਮਾ ਨੂੰ ਸਿੱਧੇ ਤੌਰ ਤੇ ਛੱਡ ਕਰਕੇ, ਜਾਂ ਫਿਰ ਇਸ ਪ੍ਰਕਾਰ ਦੀ ਇਹਦੇ ਮਨ ਦੇ ਅੰਦਰ ਲਾਲਸਾ ਪੈਦਾ ਹੋ ਗਈ ਵੀ ਰੱਬ ਨੇ ਤਾਂ ਕੁਝ ਨਹੀਂ ਦਿੱਤਾ, ਹੁਣ ਆਪਾਂ ਫਿਰ ਇੱਧਰ ਉੱਧਰ ਦੇਖਦੇ ਹਾਂ ਵੀ ਇੱਥੋਂ ਕੁਝ ਮਿਲੂ, ਇੱਥੋਂ ਕੁਝ ਮਿਲੂ। ਇਹ ਵਾਸ਼ਨਾ ਉਹਨੇ ਵਿਸ਼ੇ ਦੀ ਵਾਸ਼ਨਾ ਪੂਰੀ ਕਰੀ, ਇਹ ਆਪਣੀਆਂ ਦੁਨਿਆਵੀ ਵਾਸ਼ਨਾ ਪੂਰੀਆਂ ਕਰਨ ਵਾਸਤੇ। ਪਰ ਪੁਰਖ ਨਾਲ ਪਿਆਰ, ਪਰਾਏ ਪੁਰਖਾਂ ਦੀ ਨਿਆਈ ਕੌਣ? ਪਖੰਡੀ ਲੋਕ ਜਿਹੜੇ ਰੱਬ ਤੋਂ ਤੋੜ ਕੇ ਆਪਣੇ ਨਾਲ ਜੋੜਦੇ। ਪਰਾਏ ਪੁਰਖ ਦੀ ਨਿਆਈ ਕੌਣ? ਦੇਵੀ ਦੇਵਤੇ। ਪਰਮਾਤਮਾ ਦਾ ਛੱਡਤਾ ਜਿਹੜਾ ਆਪਣਾ ਪਤੀ ਸੀ ਤਿੰਨਾਂ ਲੋਕਾਂ ਦਾ। ਅਕਾਲ ਮੂਰਤ ਬਰ ਪਾਇਆ ਵਿਨਾਸੀ, ਉਹ ਤਾਂ ਵਿਨਾਸੀ ਬਰਸੀ ਛੱਡ ਦਿੱਤਾ। ਜਿਹੜੇ ਖੁਦ ਹੀ ਜੰਮਣ ਮਰਨ ਦੇ ਵਿੱਚ ਨੇ ਦੇਵਤੇ, ਉਹਨਾਂ ਦੀ ਉਪਾਸਨਾ ਕਰਨ ਲੱਗ ਗਿਆ। ਇਹ ਪਰਾਏ ਪੁਰਖਾਂ ਦੇ ਨਾਲ ਇਹਨੇ ਪਿਆਰ ਪਾ ਲਿਆ ਹੈ, ਜਾਂ ਮੜੀਆਂ ਮਸਾਣੀਆਂ ਦੇ ਨਾਲ ਇਹ ਪਿਆਰ ਕਰ ਰਿਹਾ ਹੈ, ਤੇ ਇੱਥੋਂ ਵਾਸ਼ਨਾ ਪੂਰੀ ਹੋਏਗੀ। ਤ੍ਰਿਸ਼ਨਾ ਕਦੇ ਨਾ ਚੁੱਕਈ, ਫਿਰ ਬੋਲਿਓ ਜੀ। ਤ੍ਰਿਸ਼ਨਾ ਕਦੇ ਨਾ ਚੁੱਕਈ, ਇਹ ਮੋਹ ਦੇ ਪਦਾਰਥਾਂ ਕਰਕੇ, ਰਸਾਂ ਕਸਾਂ ਕਰਕੇ, ਇਹ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਹੈ, ਆ ਤ੍ਰਿਪਤੀ ਜਿਹਨੂੰ ਕਿਹਾ ਜਾਂਦਾ ਹੈ, ਉਹ ਹਿਰਦੇ ਦੇ ਵਿੱਚੋਂ ਦੂਰ ਨਹੀਂ ਹੁੰਦੀ, ਚੁੱਕੀ ਨਹੀਂ ਜਾਂਦੀ ਹੈ। ਚੁੱਕਣ ਦਾ ਮਤਲਬ ਇੱਕ ਚੀਜ਼ ਕਿਸੇ ਥਾਂ ਤੇ ਪਈ ਹੈ, ਉੱਥੋਂ ਉਠਾ ਲਿਆ ਤੁਸੀਂ, ਇਹਨੂੰ ਚੁੱਕਣਾ ਕਹਿੰਦੇ ਆ। ਧਰਤੀ ਤੇ ਪਈ ਚੀਜ਼ ਨੂੰ ਚੱਕ ਲਿਆ। ਜਿਹੜੀ ਹਿਰਦੇ 'ਚ ਤ੍ਰਿਸ਼ਨਾ ਜਮੀ ਬੈਠੀ ਸੀ, ਉਸ ਤਰ੍ਹਾਂ ਚੁੱਕਣੀ ਸੀ ਉਹ, ਪਰ ਚੁੱਕੀ ਨਹੀਂ ਗਈ। ਭਾਰੀ ਚੀਜ਼ ਹੋਵੇ ਕਹਿੰਦੇ ਵੀ ਚੱਕ ਨਹੀਂ ਹੁੰਦੀ, ਉਹ ਤ੍ਰਿਸ਼ਨਾ ਇੰਨੀ ਭਾਰੀ ਹੋ ਗਈ ਫਿਰ ਚੁੱਕੀ ਨਹੀਂ ਜਾਂਦੀ ਹੈ। ਉਹਨਾਂ ਦੀ ਸਾਸ ਜੀ ਇਸ ਪ੍ਰਕਾਰ ਦੀ ਤ੍ਰਿਸ਼ਨਾ ਕਦੇ ਦੂਰ ਨਹੀਂ ਹੁੰਦੀ ਹੈ। ਜਲਦੀ ਕਰੇ ਪੁਕਾਰ, ਤ੍ਰਿਸ਼ਨਾ ਦੀ ਅਗਨੀ ਫਿਰ ਸਾੜਦੀ ਹੈ, ਸ਼ਾਂਤੀ ਤਾਂ ਆਉਂਦੀ ਨਹੀਂ ਹੈ, ਤੇ ਦੇਵੀ ਦੇਵਤਿਆਂ ਦੇ ਕੋਲੋਂ ਵੀ ਕੁਝ ਨਹੀਂ ਮਿਲਿਆ। ਫਿਰ ਅਖੀਰ ਨੂੰ ਨਰਕਾਂ ਦੀ ਅੱਗ ਵਿੱਚ ਪੈ ਕੇ ਉਹ ਜੀਵ ਰੂਪ ਇਸਤਰੀ ਸੜਦੀ ਹੈ। ਪਾਪਾਂ ਦੀ ਅਗਨੀ ਹੈ, ਪਾਪਾਂ ਰੂਪੀ ਅਗਨੀ। ਕੋਈ ਪਾਪ ਕੀਤੇ ਤਾਂ ਹੀ ਨਰਕਾਂ ਦੀ ਅਗਨੀ ਵਿੱਚ ਗਿਆ।
ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਫਿਰ ਹੈ ਕਰਦਾ। ਇਹ ਹਾਲਤ ਹੋ ਜਾਂਦੀ ਹੈ। ਨਾਨਕ ਬਿਨ ਨਾਵੈ ਕਰੂਪ ਕਸੋਹਣੀ। ਇਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਦਿਲ ਦੀ ਸਫਾਈ, ਮਨ ਦੀ ਜਿਹੜੀ ਪਵਿੱਤਰਤਾ ਹੈ ਉਹ ਤੋਂ ਰਹਿਤ ਹੋਣ ਕਰਕੇ, ਦਿਲ ਦੀ ਸਫਾਈ ਨਹੀਂ ਹੋਈ, ਮਨ 'ਚ ਬੰਦੇ ਖਿਆਲ ਨ ਕਰੂਪ ਭੈੜੇ ਰੂਪ ਵਾਲੀ ਹੈ, ਤੇ ਬਾਹਰ ਮੁਖ ਬਿਰਤੀ ਹੋਣ ਕਰਕੇ ਕਸੋਹਣੀ ਦਾ ਮਤਲਬ ਹੈ ਬਦ ਸ਼ਕਲ, ਪਰਾਈ ਨਿੰਦਿਆ ਕਰਕੇ ਕਾਮ ਕ੍ਰੋਧ ਵਿਸ਼ਿਆਂ ਦੀਆਂ ਇਹਦੇ ਅੰਦਰ ਇਹ ਔਗਣ, ਇਹ ਖੋਟੇ ਲੱਖਣ, ਇਹਦੇ ਹੁੱਡਾਂ ਨਿਕਲ ਆਈਆਂ, ਜਾੜਾਂ ਨਿਕਲ ਆਈਆਂ, ਕਰੂਪ ਸੁੰਦਰਤਾ ਤੋਂ ਰਹਿਤ ਹੈ। ਸਫਾਈ ਰੂਪ ਸਚਾਈ ਤਾਂ ਹੈ ਹੀ ਨਹੀਂ। ਜੀਵ ਗੁਰੂ ਇਸਤਰੀ ਨੂੰ ਤੇ ਪਰ ਹਰ ਬੋਲਿਓ ਜੀ, ਪਰ ਹਰ ਛੋਡੀ ਪਤਾਰ। ਉਹ ਫਿਰ ਪਤੀ ਪਰਮਾਤਮਾ ਜਿਹੜਾ ਵਾਹਿਗੁਰੂ ਹੈ ਉਹ ਪਰ ਵਿਸ਼ੇਸ਼ ਕਰਕੇ ਛੱਡ ਦਿੰਦਾ ਹੈ, ਪਰ ਹਰ ਤਿਆਗ ਦਿੰਦਾ ਹੈ ਉਸ ਨੂੰ ਕਿ ਜਾ ਜਿੱਥੇ ਧੱਕੇ ਖਾਣੇ ਆ ਖਾ। ਜਿਵੇਂ ਪਤੀ ਤੰਗ ਹੋ ਕੇ ਕਹਿੰਦਾ ਵੀ ਤੂੰ ਮੇਰੇ ਘਰੋਂ ਨਿਕਲ, ਤੇ ਰੱਬ ਆਪਣੇ ਘਰੋਂ ਕੱਢ ਦਿੰਦਾ, ਫਿਰ ਉਹ ਜੂਨਾਂ ਦੇ ਅੰਦਰ ਧੱਕੇ ਖਾਂਦੇ ਫਿਰਦੇ ਜੀਵ। ਮਹੱਲਾ ਤੀਜਾ। ਅੱਗੇ ਮਹੱਲਾ ਉਚਾਰਨ ਕਰਦੇ ਨੇ ਸਤਿਗੁਰੂ। ਸ਼ਬਦ ਰਤੀ ਸੁਹਾਗਣੀ। ਇਹ ਮਹਾਰਾਜ ਫਿਰ ਇਹ ਤਾਂ ਸੀ ਜਿਹੜੀਆਂ ਕੁਲੱਖਣੀਆਂ ਸੀ, ਇਹ ਜੀਵ ਰੂਪ ਇਸਤਰੀਆਂ ਜਿਹੜੀਆਂ ਸ੍ਰੇਸ਼ਟ ਨੇ ਉਹ ਕੌਣ ਹਨ? ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀ ਜਿਹੜੀ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਵਿੱਚ ਰੰਗੀ ਗਈ ਹੈ, ਰਤੀ ਨਾਮ ਰੰਗਣ ਦਾ ਹੈ, ਤੇ ਉਹ ਫਿਰ ਭਾਈ ਸੁਹਾਗ ਬਣਤੀ ਹੈ। ਤੇ ਸੁਹਾਗ ਨਾਮ ਆਨੰਦ ਦਾ ਹੁੰਦਾ ਹੈ, ਉਹ ਪਤੀ ਪਰਮਾਤਮਾ ਦੇ ਆਨੰਦ ਵਾਲੀ ਹੋ ਗਈ ਹੈ, ਤੇ ਇਸ ਕਰਕੇ ਉਸ ਆਨੰਦਿਤ ਹੋਈ ਜਿਹੜੀ ਸਖੀ ਹੈ। ਅੱਗੇ ਦੱਸਦੇ ਨੇ ਸਤਿਗੁਰ ਕੈ ਭਾਏ ਪਿਆਰ। ਉਹ ਸਤਿਗੁਰਾਂ ਦੇ ਭਾਏ ਨਾਮ ਪ੍ਰੇਮ ਦਾ ਹੈ, ਭਾਣੇ ਅਨੁਸਾਰ ਭਾਏ ਨਾਮ ਭਾਣੇ ਦਾ ਵੀ ਹੈ। ਚੱਲ ਕਰਕੇ ਪਰਮੇਸ਼ਰ ਦੇ ਨਾਲ ਪਿਆਰ ਸਨੇਹ ਕਰਦੇ ਜਾਂ ਗੁਰਾਂ ਨਾਲ ਸਨੇਹ ਕਰਦੇ ਹੈ, ਪਰਮੇਸ਼ਰ ਨੂੰ ਫਿਰ ਭਾ ਜਾਂਦੇ ਹੈ। ਐਸੀ ਜੀਵ ਰੂ ਇਸਤਰੀ ਪਾਉਂਦੀ ਹੈ ਜਿਹੜੀ ਗੁਰੂ ਨਾਨਕ ਨਾਲ ਪਿਆਰ ਕਰੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਕਰਨ ਕਰਕੇ ਅਕਾਲ ਪੁਰਖ ਨੂੰ ਵੀ ਭਾ ਗਈ ਤੇ ਗੁਰੂ ਨੂੰ ਵੀ ਭਾ ਗਏ। ਸਦਾ ਰਾਵੇ ਫਿਰ ਆਪਣਾ। ਤੇ ਉਹ ਫਿਰ ਸਦਾ ਹਮੇਸ਼ਾ ਹੀ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਦੇ ਆਨੰਦ ਨੂੰ ਮਾਨਣਾ ਕਰਦੀ ਹੈ। ਸੱਚਾ ਪ੍ਰੇਮ ਪਿਆਰ। ਤੇ ਉਹ ਫਿਰ ਸਤਿਗੁਰਾਂ ਨਾਲ ਮਨ ਕਰਕੇ, ਬਾਣੀ ਕਰਕੇ ਸੱਚਾ ਪ੍ਰੇਮ ਕਰਦੀ, ਦਿਖਾਵੇ ਵਾਲਾ ਪਿਆਰ ਨਹੀਂ ਕਰਦੀ। ਐਸੇ ਜੀਵ ਰੂ ਇਸਤਰੀ ਦੇ ਲਈ ਸਦਾ ਲਈ ਫਿਰ ਆਪਣੇ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵੈ ਮਾਣਦੀ ਹੈ, ਆਨੰਦ ਨੂੰ ਭੋਗਦੀ ਹੈ। ਅਤ ਸਵਾਲਿਓ ਸੁੰਦਰੀ। ਉਹ ਤਾਂ ਕੱਲੀ ਸੁੰਦਰੀ ਨਹੀਂ, ਅਤ ਸੁਵੰਦੀ ਹੋ ਗਈ ਹੈ। ਉਹ ਜੀਵ ਰੂਪ ਨਾਰ ਇਸਤਰੀ ਜਿਹੜੀ ਹੈ, ਕਹਿੰਦੇ ਉਹ ਫਿਰ ਅਤ ਸਵਾਲਿਓ ਤੇ ਐਸੀ ਸਲਹੁੰਗਾ ਯੋਗ ਹੋ ਗਈ, ਤਾਂ ਸਲਾਹਣਾ ਕਰਨ ਯੋਗੀ ਹੈ, ਉਹਦੀ ਉਪਮਾ ਕਰਨ ਯੋਗ ਹੋ ਗਈ। ਐਸੀ ਸੁੰਦਰੀ ਸੁਭਾਵੰਤੀ ਨਾਰ। ਉਹ ਜੀਵ ਰੂਪ ਨਾਰ ਇਸਤਰੀ ਐ ਲੋਕ ਦੇ ਵਿੱਚ ਵੀ ਸੋਭਾ ਵਾਲੀ ਹੋ ਗਈ, ਲੋਕ ਵੀ ਬੜਾਈ ਕਰਦੇ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਤੇ ਇਸ ਕਰਕੇ ਫਿਰ ਉਹ ਅਤਿਅੰਤ ਹੀ ਬਹੁਤੀ ਸੋਭਾ ਵਾਲੀ ਹੋ ਗਈ, ਸਲਾਹੁਣੇ ਯੋਗ ਹੋ ਗਈ, ਲੋਕ ਪਰਲੋਕ ਦੇ ਵਿੱਚ ਸੋਭਾ ਹੋ ਰਹੀ ਹੈ। ਭਗਤੀ ਰੂਪ ਸ਼ੁਭ ਗੁਣਾਂ ਦੇ ਸਹਿਤ ਹੋਣ ਕਰਕੇ ਸੁੰਦਰੀ ਹੋ ਗਈ। ਇਹ ਸੁਹੱਪਣ ਹੈ। ਨਾਨਕ ਨਾਮ ਸੁਹਾਗਣੀ। ਮਹਾਰਾਜ ਕਹਿੰਦੇ ਭਾਈ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਸੁਹਾਗਣੀਆਂ, ਸੁਹਾਗਵੰਤੀਆਂ ਕਿਹਾ ਜਾਂਦਾ ਹੈ। ਮੇਲੀ ਮੇਲਣਹਾਰ। ਤੇ ਮੇਲੀ ਮੇਲਣਹਾਰ, ਮੇਲਣਹਾਰ ਮੇਲਣ ਵਾਲੇ ਪਰਮੇਸ਼ਰ ਨੇ ਉਹ ਆਪਣੇ ਸਰੂਪ ਵਿੱਚ ਮੇਲੀ ਮੇਲ ਲਈ, ਉਹ ਹੈ ਸੁਹਾਗਵੰਤੀ। ਫਿਰ ਨਾਨਕ ਨਾਮ ਸੁਹਾਗਣੀ, ਉਹਨਾਂ ਨੂੰ ਸੁਹਾਗਣੀਆਂ ਕਿਹਾ ਜਾਂਦਾ ਹੈ। ਪੌੜੀ। ਚੌਥੀ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ ਪੌੜੀ ਰੂਪ ਵਿੱਚ। ਹਰ ਤੇਰੀ ਸਭ ਕਰਹਿ ਉਸਤਤ। ਹੇ ਹਰੀ ਪਰਮੇਸ਼ਰ ਵਾਹਿਗੁਰੂ, ਤੇਰੀ ਤੁਹਾਡੀ ਸਭ ਦਾ ਅਰਥ ਹੈ ਸਾਰੇ ਹੀ ਉਸਤਤ ਕਰਦੇ ਆ। ਜਿੰਨੇ ਧਰਮਾਂ ਵਾਲੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਉਹ ਤੇਰੀ ਮਹਿਮਾ ਕਰਦੇ ਨੇ, ਸਭ ਤੇਰੀ ਉਪਮਾ ਕਰ ਰਹੇ ਹਨ। ਜਿਨ ਫਾਥੇ ਕਾਢਿਆ। ਕਿਉਂ ਕਰਦੇ ਨੇ? ਜਿਨ ਫਾਥੇ ਕਾਢਿਆ, ਜਿਹੜੇ ਨੂੰ ਫਸੇ ਹੋਏ ਜੀਵਾਂ ਨੂੰ ਬੰਧਨਾਂ ਤੋਂ ਕੱਢ ਲਿਆ ਹੈ।
ਉਹ ਸਾਰੇ ਤੇਰੀ ਉਪਮਾ ਕਰਦੇ ਆ। ਤੂੰ ਮਾਇਆ ਦੇ ਮੋਹ ਦੇ ਫੰਦਿਆਂ ਦੇ ਵਿੱਚੋਂ ਆਪਣੇ ਪਿਆਰਿਆਂ ਨੂੰ ਕੱਢ ਲੈਣਾ ਜਿਹੜੇ ਤੇਰੇ ਨਾਲ ਜੁੜੇ ਹੋਏ ਹਨ। ਹਰ ਤੁਧਨੋ ਕਰਹਿ ਸਭ ਨਮਸਕਾਰ। ਇਹ ਹਰੀ ਪਰਮੇਸ਼ਰ ਵਾਹਿਗੁਰੂ ਉਹ ਸਭ ਸਾਰੇ ਤੁਹਾਨੂੰ ਨਮਸਕਾਰਾਂ ਬੰਦਨਾ ਕਰਦੇ ਨੇ, ਦਿਨ ਰਾਤ ਕਰਦੇ ਐ। ਤੇ ਕੌਣ? ਜਿਨ੍ਹਾਂ ਨੂੰ ਜਿਨ ਪਾਪੈ ਤੇ ਰਾਖਿਆ, ਜਿਨ੍ਹਾਂ ਨੂੰ ਤੂੰ ਪਾਪਾਂ ਤੋਂ ਰੱਖਿਆ ਕਰ ਲਈ ਹੈ, ਪਾਪ ਕਰਮ ਤੋਂ ਬਚਾ ਲਿਆ ਹੈ। ਤੇ ਜਿਸ ਤਰ੍ਹਾਂ ਭਾਈ ਜੋਗਾ ਸਿੰਘ ਨੂੰ ਬਚਾ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਤੇ ਜਦੋਂ ਭਾਈ ਸਾਹਿਬ ਨੂੰ ਇਹਨੇ ਆ ਕੇ ਨਾ ਅਸਲ ਦੇ ਵਿੱਚ ਮੋਢੇ ਦਾ ਇਸ ਤਰ੍ਹਾਂ ਹੈ ਕਿ ਛੋਟਾ ਜਿਹਾ ਬੱਚਾ ਸੀ ਤੇ ਪਿਓ ਲੈ ਕੇ ਆਇਆ ਮਹਾਰਾਜ ਦੇ ਕੋਲ। ਅਜੇ ਸਤਸੰਗ ਨਹੀਂ ਸੀ ਕਰਦਾ, ਜਿਵੇਂ ਘਰ ਦੇ ਵਿੱਚ ਪਰਿਵਾਰ 'ਚ ਬੋਲੀਦਾ ਹੈ ਉਸ ਤਰ੍ਹਾਂ ਦੀ ਉਹ ਬੋਲੀ ਸੀ ਇਹਦੀ। ਤੇ ਮਹਾਰਾਜ ਸਾਹਿਬ ਨੇ ਅੰਤਰਜਾਮੀ ਸੀ ਸਤਿਗੁਰੂ, ਉਹ ਬੱਚਾ ਜਾਣ ਕੇ ਮਹਾਰਾਜ ਸਾਹਿਬ ਜੀ ਨੇ ਬੜਾ ਪਿਆਰ ਕੀਤਾ। ਉਹਨੂੰ ਆਪਣੀ ਬੁੱਕਲ 'ਚ ਲੈ ਕੇ ਕਹਿੰਦੇ, ਕਾਕਾ ਤੇਰਾ ਨਾਂ ਕੀ ਹੈ? ਕਹਿੰਦੇ ਜੀ ਜੋਗਾ। ਉਹ ਜੀ ਨਹੀਂ ਸੀ ਅਜੇ ਕਹਿਣਾ ਸਿੱਖਿਆ, ਜਿਵੇਂ ਆਮ ਬੱਚੇ ਕਹਿੰਦੇ। ਮਾਰੇ ਕਹਿੰਦੇ ਅੱਛਾ ਨਾਮ ਬੜਾ ਸੋਹਣਾ। ਤੇ ਜਦੋਂ ਕਰਮ ਜਾਗਦੇ ਆ ਨਾ ਝਾੜਾਂ 'ਚੋਂ ਜਾ ਕੇ ਆਉਂਦੇ ਨੇ, ਦੇਖੋ ਕਰਮ ਕਿਵੇਂ ਜਾਗਦੇ ਆ। ਮਹਾਰਾਜ ਕਹਿੰਦੇ ਕਿਹਦੇ ਜੋਗਾ? ਕਹਿੰਦਾ ਜੀ ਗੁਰੂ ਜੋਗਾ। ਮਹਾਰਾਜ ਕਹਿੰਦੇ ਅੱਛਾ ਬਈ ਲੈ ਫਿਰ ਜੇ ਕਾਕਾ ਤੂੰ ਇਹ ਕਿਹਾ ਨਾ ਵੀ ਗੁਰੂ ਜੋਗਾ, ਤੇ ਗੁਰੂ ਵੀ ਤੇਰੇ ਜੋਗਾ। ਇਹ ਆਪਸ ਵਿੱਚ ਹੀ ਵਾਅਦਾ ਹੋ ਗਿਆ। ਤੇ ਉਹ ਬੱਚਾ ਸੀ ਤੇ ਸੰਗਤ ਵੀ ਬੜੀ ਹੈਰਾਨ ਸੀ ਕੀ ਹੋਇਆ। ਤੇ ਜਦੋਂ ਜਵਾਨ ਹੋਇਆ ਘਰ ਦੇ ਆਏ ਲੈਣ ਵਾਸਤੇ, ਹੁਣ ਸਤਸੰਗ ਕਰਕੇ ਭਾਈ ਰੰਗ ਚੜ ਗਿਆ ਗੂੜਾ। ਇਹਦਾ ਪਿਤਾ ਕਹਿਣ ਲੱਗਿਆ ਮਹਾਰਾਜ ਵੀ ਕੱਲਾ ਕੱਲਾ ਬੱਚਾ ਜੀ ਆ ਗਿਆ, ਤੇ ਉਹ ਕੁਲ ਚੱਲ ਪੂਗੀ ਅੱਗੇ ਵਿਆਹ ਕਰ ਦਈਏ। ਮਹਾਰਾਜ ਕਹਿੰਦੇ ਭਾਈ ਕੋਈ ਬਾਤ ਨਹੀਂ ਹੈ। ਤੇ ਮਹਾਰਾਜ ਆਮ ਇਸ ਤਰ੍ਹਾਂ ਜਿਵੇਂ ਅੱਜ ਕੱਲ ਬਹੁਤ ਸਾਰੇ ਲੋਕ ਹੈ ਵੀ ਜਿਹੜਾ ਬੱਚਾ ਕਬਜ਼ੇ 'ਚ ਆ ਗਿਆ ਵੀ ਉਹਨੂੰ ਛੱਡੀਏ ਨਾ ਕਿਸੇ ਪ੍ਰਕਾਰ ਦੀ, ਮਾਂ-ਬਾਪ ਬਿਲਕਦੇ ਰਹਿਣ ਭਾਵੇਂ। ਮਹਾਰਾਜ ਕਹਿੰਦੇ ਕੋਈ ਨਹੀਂ ਵਿਆਹ ਕਰ। ਕਹਿੰਦੇ ਕਾਕਾ ਸਿੱਖੀ ਕਮਾਉਣੀ ਆ ਫਿਰ ਦੇਖ ਲੈ। ਕਹਿੰਦਾ ਮਹਾਰਾਜ ਜਿਵੇਂ ਆਪ ਜੀ, ਗੁਰੂ ਦੀ ਆਗਿਆ ਤੂੰ ਬਾਹਰ ਨਹੀਂ ਜਾਣਾ, ਗ੍ਰਸਤੀ ਹੋ ਕੇ ਨਿਯਮਾਂ ਦੀ ਪਾਲਣਾ ਕਰਨੀ ਹੈ। ਕਹਿੰਦੇ ਮਹਾਰਾਜ ਠੀਕ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਐਸੀ ਕਸਵੱਟੀ ਲਾਈ, ਇੱਕ ਸਿੱਖ ਨੂੰ ਭੇਜਤਾ ਵੀ ਜਦੋਂ ਇਹਦੀਆਂ ਲਾਵਾਂ ਹੁੰਦੀਆਂ ਹੋਣਗੀਆਂ, ਇੱਕ ਲਾਮ ਹੋਏ ਤੋਂ ਬਾਅਦ, ਪਹਿਲਾਂ ਨਹੀਂ ਬੈਠਾ ਰਹੀ, ਪਹਿਲਾਂ ਤਾਂ ਵੀ ਮੇਰੀ ਚਿੱਠੀ ਆਹ ਅੱਖਰੇ 2 ਲਿਖੇ ਸੀ ਐ ਮੂਰੇ ਕਰਦੀ ਜੋਗਾ ਸੀ। ਵਿਆਹ ਹੋਣ ਲੱਗਿਆ, ਲਾਵਾਂ ਜੀ ਇੱਕ ਹੋਈ ਆ 3 ਰਹਿੰਦੀਆਂ ਨੂੰ, ਚਿੱਠੀ ਉਹਨੇ ਕਹਿੰਦਾ ਜੀ ਆ ਫੜਿਓ ਜੇ ਦੇ ਕੇ। ਉਹਦੇ ਪੜਿਆ ਕਿ ਅੱਖਰ ਪੜ੍ਹਦੀ ਸਾਰ ਚੱਲ ਪਏ, ਇੱਕ ਛਿਨ ਵੀ ਰੁਕਣਾ ਨਹੀਂ ਹੈ, ਗੁਰੂ ਨੇ ਤੈਨੂੰ ਯਾਦ ਕੀਤਾ ਹੈ। ਉੱਥੇ ਹੀ ਸਾਧ ਸਿੰਘ ਜੀ ਤੁਰ ਪਿਆ, ਲੜ ਛੱਡ ਦਿੱਤਾ। ਉਹ ਕਹਿੰਦੇ ਕੀ ਹੋ ਗਿਆ? ਕਿ ਤੁਰਿਆ ਜਾਂਦਾ। ਕਹਿੰਦਾ ਖੜ ਨਹੀਂ ਸਕਦਾ ਹੁਣ ਮੈਂ, ਖੜਨ ਦਾ ਹੁਕਮ ਨਹੀਂ ਗੁਰੂ ਦਾ। ਉਹ ਕਹਿੰਦੇ 3 ਲਾਵਾਂ ਰਹਿੰਦੀਆਂ ਨੇ, ਇੰਨੇ ਨਾਲ ਕੀ ਫਰਕ ਪੈ ਜੂ? ਕਹਿੰਦਾ ਜੀ ਬਹੁਤ ਫਰਕ ਪੈ ਜੂਗਾ। ਤੁਰਿਆ ਜਾਂਦਾ। ਕਹਿੰਦੇ ਬੀਬੀ ਦਾ ਕੀ ਕਰੀਏ ਹੁਣ? ਕਹਿੰਦਾ ਆਹ ਜਿਹੜਾ ਲਾੜਾ, ਕਹਿੰਦਾ ਇਹਦੇ ਨਾਲ ਹੀ ਕਰ ਦਿਓ ਹੁਣ ਤੁਸੀਂ ਇਹ। ਉਹ ਫੜਾ ਕੇ ਆਪਣਾ ਜਿਹੜਾ ਪੱਲਾ ਸੀ ਛੜਾ ਕੇ ਤੁਰਿਆ ਸੀ। ਉਹ ਬੀਬੀ ਵਿਚਾਰੀ ਸਬਰ ਵਾਲੀ ਹੋਣੀ ਹੈ, ਨਹੀਂ ਤਾਂ ਕਹਿੰਦੀ ਜਦੋਂ ਪਹਿਲੇ ਦਿਨ ਇੱਕ ਲਾਮ ਕਰਕੇ ਛੱਡ ਜਾ ਇਹਦੇ ਨਾਲ ਕੀ ਰਹਿਣਾ। ਸਬਰ ਵਾਲੀ ਸੀ, ਉਹਨੇ ਉਹਦੇ ਨਾਲ ਹੀ। ਹੁਣ ਤੁਸੀਂ ਦੇਖੋ ਵੀ ਅੱਜ ਦੀ ਔਰਤ ਕਿੱਥੇ ਖੜੀ ਹੈ। ਉਹ ਬੀਬੀ ਦਾ ਵੀ ਕਦੇ ਪੱਖ ਦੇਖੋ, ਜੋਗੀ ਦੀਆਂ ਗੱਲਾਂ ਤਾਂ ਕਰਦੇ ਆ ਭਾਈ ਸਾਹਿਬ ਦੀ। ਉਹਨੇ ਲਾਵਾਂ ਲਈਆਂ 3, ਉਹਦੇ ਨਾਲ ਲਈਆਂ ਜਿਹੜਾ ਉਹਦਾ ਬਸਤਰ ਸੀ, ਉਹਨੂੰ ਪਤੀ ਦਾ ਰੂਪ ਸਮਝ ਕੇ। ਸਾਧ ਸੰਗੀ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹੁਣ ਪਰਖਣਾ ਕੀਤੀ, ਕਹਿੰਦੇ ਵੀ ਇਹਦੇ 'ਚ ਤਾਂ ਨਿਕਲਿਆ ਪੂਰਾ। ਜੇ ਅਭਿਮਾਨ ਤੋਂ ਬਚ ਗਿਆ ਤਾਂ ਪੂਰਾ ਹੈ, ਨਹੀਂ ਤਾਂ ਫਿਰ ਅਭਿਮਾਨ ਵਿਗਾੜ ਦਿੰਦਾ ਹੈ। ਆਉਂਦਾ ਆਉਂਦਾ ਚੱਲ ਪਿਆ ਹੁਸ਼ਿਆਰਪੁਰ ਦੇ, ਜਦੋਂ ਨੇੜੇ ਆਇਆ ਅੱਗੇ ਜਿਹੜੇ ਵੱਡੇ ਸ਼ਹਿਰ ਨੇ ਬੇਸ਼ਵਾਵਾਂ ਰਹਿੰਦੀਆਂ ਹੁੰਦੀਆਂ ਸੀ, ਰਾਜਿਆਂ ਨੇ ਇਸ ਕਰਕੇ ਰੱਖੀਆਂ ਹੋਈਆਂ ਸੀ ਵੀ ਪਿੰਡਾਂ ਦੇ ਵਿੱਚ ਇਹ ਗੰਦ ਨਾ ਫੈਲੇ। ਵਿਚਾਰ ਜਿਹੜੇ ਲੋਕਾਂ ਨੇ ਵਿਛੀਆਂ ਨੇ ਹਟਣਾ ਤਾਂ ਹੈ ਨਹੀਂ, ਪਰ ਇਸ ਤਰ੍ਹਾਂ ਦਾ ਜਿਹੜਾ ਵੱਡੇ ਪਾਪ ਨ ਜ਼ਬਰਦਸਤੀ ਕਰਦੇ ਆ, ਹੋ ਰਿਹਾ ਵੀ ਇਹ ਤੋਂ ਪਾਪੀ ਲੋਕ ਜ਼ਬਰ ਜਨਾਹ ਤੋਂ ਬਚ ਜਾਣ। ਉੱਥੇ ਆਉਂਦੇ ਆਉਂਦੇ ਦੇ ਮਨ 'ਚ ਕਹਿੰਦਾ ਵੀ ਆਪਣੇ ਮਨ ਨੂੰ ਕਹਿੰਦਾ ਜੋਗਾ ਸਿਆਂ ਤੇਰੇ ਵਰਗਾ ਸਿੱਖ ਨਹੀਂ ਕੋਈ ਹੋਣਾ ਜਿਹੜਾ ਲਾਵਾਂ ਵਿਚਾਲੇ ਛੱਡ ਕੇ ਤੁਰ ਪਵੇ। ਤੂੰ ਤਾਂ ਗੁਰੂ ਦਾ ਇਹੋ ਜਿਹਾ ਲੈ ਤਿਆਗ ਦਾ ਹੀ ਹੰਕਾਰ ਹੋ ਗਿਆ। ਮਹਾਰਾਜ ਨੇ ਕਿਹਾ ਵੀ ਇਹ ਤਾਂ ਕੰਮ ਬਹੁਤ ਗਲਤ ਹੋ ਗਿਆ, ਵੀ ਇਹਨੂੰ ਜੇ ਰਸਤੇ 'ਚ ਨਾ ਸਮਝਾਇਆ। ਉਹ ਅਭਿਮਾਨ ਦੇ ਕਾਰਨ। ਹੁਣ ਇੱਕ ਗੱਲ ਧਿਆਨ ਰੱਖਿਓ,
ਤੁਸੀਂ ਕਿਤੇ ਦੇਖਿਆ ਹੋਣਾ ਜਿੱਥੇ ਹਡਵਾਰਾਂ 'ਚ ਕੁੱਤੇ ਉੱਥੇ ਇਕੱਠੇ ਹੋ ਕੇ ਹੱਡ ਖਾਂਦੇ ਹੋਣ ਨਾ, ਤੁਰੇ ਜਾਂਦੇ ਕਿਸੇ ਬੰਦੇ ਨੂੰ ਇੱਕ ਕੁੱਤਾ ਭੌਂਕੇ ਤਾਂ ਦੂਜੇ ਕੁੱਤੇ ਉਕਣੇ ਭੌਂਕਣ ਲੱਗ ਜਾਂਦੇ ਨਾਲ, ਉਹਦੀ ਸਹਾਇਤਾ ਤੇ ਆ ਜਾਂਦੇ ਨੇ ਸਾਰੇ ਕੁੱਤੇ। ਸਾਡੇ ਅੰਦਰ ਇਹ 5 ਕੁੱਤੇ ਨੇ ਜਿਹੜੇ ਕਾਮ ਕਰੋਲੋ ਹੰਕਾਰ, ਇਹਨਾਂ ਚੋਂ ਇੱਕ ਆ ਜਾਵੇ ਦੂਜੇ ਦੀ ਸਹਾਇਤਾ ਤੇ ਜਦੀ ਆ ਜਾਂਦੇ ਨੇ, ਉਹ ਵੀ ਭੌਂਕਣ ਲੱਗ ਜਾਂਦੇ ਨਾਲ। ਹੰਕਾਰ ਆਇਆ ਨਾਲ ਹੀ ਕਾਮ ਆ ਗਿਆ, ਬਾਜਨਾ ਉੱਠ ਖੜੀ। ਰਾਤ ਪੈ ਗਈ ਸੀ, ਕਹਿੰਦਾ ਚਲ ਰਾਤ ਬੇਸਵਾ ਦੇ ਕੱਟ ਕੇ ਹੁਣ ਚਾਹਾਂਗੇ। ਉਹਨੇ ਕਿਹਾ ਵੀ ਕੋਈ ਦੇਖ ਨਾ ਲਵੇ, ਸਿੱਖ ਹੈ। ਇਹ ਵੀ ਬੜੀ ਸਮੱਸਿਆ ਹੁੰਦੀ ਹੈ, ਧਰਮੀ ਬੰਦਿਆਂ ਨੂੰ ਬਹੁਤ ਕੁਝ ਜ਼ਿਆਦਾ ਲੁਕੋ ਕਰਨਾ ਪੈਂਦਾ ਆਮ ਲੋਕਾਂ ਨਾਲ। ਜਿਸ ਵੇਲੇ ਸਮਾਂ ਹੋ ਗਿਆ, ਪਹਿਰ ਕਰਾਤ ਹੋ ਗਈ, ਪਹਿਲੇ ਪਹਿਰੇ ਹਰ ਕੋਈ ਜਾਗਿਆ, ਦੂਜੇ ਪਹਿਰੇ ਭੋਗੀ ਚਲਿਆ ਗਿਆ ਬੇਸਵਾ ਦੇ ਦੁਆਰ ਤੇ। ਤਾਂ ਵੀ ਉੱਥੇ ਕੀ ਖੜਾ ਹੈ, ਇੱਕ ਚੌਂਕੀਦਾਰ ਖੜਾ ਹੈ। ਉਹਨੇ ਕਿਹਾ ਵੀ ਬੇਸਵਾ ਦਾ ਚੌਂਕੀਦਾਰ ਹੋਣਾ ਮੂਹਰੇ ਰੱਖਿਆ ਵਾ। ਉਹ ਜਦੋਂ ਗਿਆ, ਉਹ ਪਹਿਰੇਦਾਰ ਬੋਲੇ ਨਹੀਂ, ਉਹਨੇ ਕਿਹਾ ਵੀ ਇਹ ਚੌਂਕੀਦਾਰ ਇਸ ਕਰਕੇ ਖੜਾ ਵੀ ਕੋਈ ਸ਼ਾਹੂਕਾਰ ਉੱਤੇ ਗਿਆ ਹੈ, ਉਹਦਾ ਨੌਕਰ ਖੜਾ ਹੋਣਾ। ਥੋੜਾ ਚਿਰ ਬੈਠਿਆ, ਦੁਬਾਰੇ ਫੇਰ ਆਇਆ, ਅੱਧੀ ਰਾਤ ਹੋ ਗਈ, ਉਹ ਚੌਂਕੀਦਾਰ ਫੇਰ ਖੜਾ ਹੈ। ਜਦੋਂ ਤੀਸਰੀ ਵਾਰ ਆਇਆ, ਇੰਨੇ ਨੂੰ ਤਾਂ ਫਿਰ ਅੰਮ੍ਰਿਤ ਵੇਲੇ ਹੀ ਹੋ ਗਿਆ ਨਾ, 2-3 ਗੇੜੇ ਕਈ ਮਾਰੇ ਹੋਣਗੇ, ਲਿਖੇ ਨਹੀਂ ਸਾਰੇ। ਐ ਚੌਂਕੀਦਾਰ ਬੋਲ ਪਿਆ, ਕਹਿੰਦਾ ਓਏ ਗੇੜੇ ਮਾਰਨ ਵਾਲਿਆ। ਮਹਾਰਾਜ ਆਵਾਜ਼ ਬਦਲ ਕੇ ਬੋਲੇ, ਸੀ ਤਾਂ ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਤੂੰ ਤਾਂ ਐਂ ਲੱਗਦਾ ਜਿਵੇਂ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਹੁੰਦਾ। ਕਹਿੰਦੇ ਤੂੰ ਫਿਰਦਾ ਬੇਸਵਾ ਦੇ। ਉਹਨੇ ਕਿਹਾ ਓਹੋ ਵੀ ਮੈਂ ਤਾਂ ਸਿਆਣਿਆ ਗਿਆ, ਇਹ ਚੌਂਕੀਦਾਰ ਦੱਸੂ ਕਿਸੇ ਹੋਰ ਨੂੰ। ਮੂੰਹ ਸਿਰ ਲਪੇਟਿਆ, ਉੱਥੋਂ ਨੱਠ ਗਿਆ। ਤੇ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਇਆ, ਮਹਾਰਾਜ ਜਾਣ ਕੇ ਐ ਜਿਵੇਂ ਨੀਂਦ ਦੇ ਟੁੱਲ ਆਉਂਦੇ ਹੁੰਦੇ ਆ ਨਾ, ਆ ਕਈਆਂ ਨੂੰ ਆਉਂਦੇ ਹੀ ਹੈ, ਇਸ ਕਰਕੇ ਉਹ ਬਾਣੀ ਪੜ੍ਹਦਿਆਂ ਨੂੰ ਵੀ ਤਾਂ ਆਉਣ ਲੱਗ ਜਾਂਦੇ ਆ। ਤੇ ਉਹ ਤਾਂ ਖਾਸੀ ਵੱਡੀ ਗੱਲ ਸੀ, ਇਹ ਤਾਂ ਨਾਲੇ ਸੌਂ ਕੇ ਵੀ ਆਏ ਤਾਂ ਵੀ ਆ ਜਾਂਦੇ ਆ। ਤੇ ਮਹਾਰਾਜ ਜਾਣ ਕੇ ਖੇਡ ਕਰੀ, ਐ ਨਾ ਟੁੱਲ ਜਾ। ਮਹਾਰਾਜ ਨੇ ਜਾਣ ਕੇ ਐ ਜਦੋਂ ਕਰਿਆ, ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਗਰੀਬ ਨਵਾਜ਼ ਹੂੰ ਤਾਂ ਆਪ ਜੀ ਦੀ ਖੇਡ ਹੈ, ਸਾਨੂੰ ਸਮਝ 'ਚ ਨਹੀਂ ਆ ਸਕਦੀ, ਪਰ ਜੇ ਸਰੀਰ ਆਰਾਮ ਚਾਹੁੰਦਾ ਆਪ ਜੀ ਮਹਾਰਾਜ ਆਰਾਮ ਕਰ ਲਓ। ਤੇ ਮਹਾਰਾਜ ਕਹਿੰਦੇ ਨਹੀਂ ਕੋਈ ਨਹੀਂ, ਮੈਂ ਸਾਵਧਾਨ ਹਾਂ। ਕਹਿੰਦੇ ਇਹ ਕੀ ਗੱਲ ਹੋ ਗਈ ਵੀ ਅੱਜ ਦਾ ਕਦੇ ਸੁਸਤੀ ਨਹੀਂ ਸੀ ਤੁਹਾਨੂੰ ਆਈ। ਇੱਕ ਲਿਖਾਰੀ ਲਿਖਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ, ਜਿਹੜੇ ਅੱਖਾਂ ਨਾਲ ਦੇਖਿਆ। ਕਹਿੰਦਾ ਸਦ ਹੀ ਕਮਰ ਕਸੀ ਹਮ ਦੇਖੀ, ਸ਼ੇਰੇ ਪੰਜਾਬ ਦੀ ਹਰ ਵੇਲੇ ਕਮਰ ਕਸਾ ਦੇਖਿਆ। ਕਹੂ ਨਾ ਸੁਸਤੀ ਮੁਖ ਪੈਰ ਪੇਖੀ। ਕਹਿੰਦਾ ਕਦੇ ਸੁਸਤ ਨਹੀਂ ਹੋਇਆ ਦੇਖਿਆ ਮਹਾਰਾਜਾ ਰਣਜੀਤ ਸਿੰਘ। ਉਹ ਇੱਕ ਸਿੱਖ ਹੈ ਤਾਂ ਗੁਰੂ ਹੈ, ਮਹਾਰਾਜ ਸੁਸਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਵੀ ਨੀਂਦ ਨਹੀਂ ਕਹਿੰਦੇ ਪੂਰੀ ਹੋਈ ਰਾਤ। ਕਹਿੰਦੇ ਦਿਹਾਸਿਆਂ, ਕਹਿੰਦੇ ਮਹਾਰਾਜ ਕੀ ਗੱਲ ਹੋ ਗਈ? ਕਹਿੰਦੇ ਬਸ ਕੀ ਦਸੀਏ। ਕਹਿੰਦੇ ਇੱਕ ਸਿੱਖ ਨੇ ਸਾਰੀ ਰਾਤ ਹੀ ਖੜਾ ਕੇ ਰੱਖਿਆ, ਕਹਿੰਦੇ ਮੈਨੂੰ ਖੜਨਾ ਪਿਆ। ਕਹਿੰਦੇ ਕੌਣ ਹੈ ਇਹੋ ਜਿਹਾ ਸਿੱਖ? ਕਹਿੰਦੇ ਆਓ ਬੈਠਾ, ਲਿਆ ਉਹਨੂੰ ਬੁਲਾ ਕੇ। ਆ ਗਿਆ ਜੋਗੇ ਦੀ ਬਾਰੀ, ਮਹਾਰਾਜ ਨੂੰ ਟੇਕਿਆ ਮੱਥਾ। ਕਹਿੰਦੇ ਜੋਗਾ ਸਿਆਂ, ਜੇ ਖੜਾਉਣਾ ਸੀ ਕਿਤੇ ਚੰਗੀ ਜਗ੍ਹਾ ਖੜਾ ਲੈਂਦਾ, ਬੇਸਵਾ ਦੇ ਦੁਆਰੇ ਤੇ ਖੜਾਉਣਾ ਸੀ। ਮੈਨੂੰ ਸਾਰੀ ਰਾਤ ਖੜਾ ਕੇ ਰੱਖਿਆ ਸ਼ੇਰਾ, ਜੇ ਮੈਂ ਉੱਥੇ ਪੈਰਾਂ ਨਾ ਦਿੰਦਾ ਤੈਨੂੰ, ਤੂੰ ਪਾਪ ਦੇ ਵਿੱਚ ਗਰਕ ਹੋ ਜਾਣਾ ਸੀ। ਜਿਨ ਪਾਪਾ ਤੇ ਰੱਖਿਆ ਉਹਨੂੰ ਕਰੀਏ ਨਮਸਕਾਰ। ਗੁਰੂ ਗੋਬਿੰਦ ਸਿੰਘ ਸਾਹਿਬ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੇ ਇਹਦੇ ਤੇ 4 ਲਾਈਨਾਂ ਲਿਖੀਆਂ ਤੇ ਆਪਣਾ ਨਾਂ ਨਹੀਂ ਸੀ ਦਿੱਤਾ, ਇਸ ਕਰਕੇ ਕਵੀਆਂ ਨੂੰ ਵੀ ਨਹੀਂ ਇਹ ਪਤਾ ਵੀ ਇਹ ਕਿਹਦੇ ਬਣਾਏ ਬਿਨ ਅੱਖਰ। ਇਹ ਤਾਂ ਇੱਕ ਪੁਰਾਣੀ ਕਾਪੀ ਸੀ ਅਸਾਸ ਸੀ, ਉਹਦੇ ਤੇ ਇੱਕ ਰਾਗੀ ਨੇ ਨੋਟ ਦਿੱਤਾ, ਪੁਰਾਣੀ ਗੱਲ ਹੈ। ਉਹਦੇ 'ਚ ਲਿਖਿਆ ਵੀ ਇਹ ਕਵਿਤਾ ਜਿਹੜੀ ਹੈ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਬਣਾਈ ਹੋਈ ਹੈ। ਨਹੀਂ ਤਾਂ ਮੈਂ ਦਇਆ ਸਿੰਘ ਦਿਲਵਰ ਜੀ ਨੂੰ ਪੁੱਛਿਆ ਵੀ ਤੁਸੀਂ, ਕਹਿੰਦਾ ਜੀ ਬਚਪਨ ਤੋਂ ਗਾਉਂਦੇ ਤਾਂ ਰਹੇ ਆ ਅਸੀਂ, ਪਰ ਇਹ ਨਹੀਂ ਪਤਾ ਕਿਹਦੀ ਬਣਾਈ ਹੈ। ਦਿਲਵਰ ਜੀ ਨੂੰ ਪੁੱਛਿਆ ਸੀ ਮੈਂ, ਸੋਹਣ ਸਿੰਘ ਸੀਤਲ ਨੂੰ ਸੀ ਪਤਾ, ਦਿਲਵਰ ਜੀ ਪਰ ਇਹ ਸੰਤਾਂ ਦੀ ਬਣਾਈ ਹੋਵੇ। ਉਹਦੇ ਕੀ ਸੀ? ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਬਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਗੁਰੂ ਦੀ ਜੇ ਲੋੜ ਹੋਵੇ
ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਕਿੱਥੇ ਮੈਨੂੰ ਗਿਆ ਦਾ ਗੁਰੂ ਕਿਸੇ ਨੇ। ਬਸ ਜੋਗਾ ਸਿੰਘ ਦੇ ਤਾਹਾਂ ਨਿਕਲ ਗਈਆਂ, ਕਹਿੰਦਾ ਮਹਾਰਾਜ ਬਖਸ਼ ਲੋ ਗਰੀਬ ਨਵਾਜ਼। ਜਦੋਂ ਮਨ ਤਿਆਗ ਵਿੱਚ ਆਇਆ ਆਪਣੀ ਵਿਆਹੁਤਾ ਔਰਤ ਛੱਡ ਦਿੱਤੀ, ਤੇ ਜਦੋਂ ਅੰਦਰ ਪਾਪ ਉੱਠਿਆ ਤੇ ਫਿਰ ਬੇਸਵਾ ਦੇ ਦੁਆਰੇ ਤੇ ਜਾ ਖੜਿਆ। ਮਹਾਰਾਜ ਮੈਂ ਤਾਂ ਬਖਸ਼ਣ ਵਾਲਾ ਨਹੀਂ, ਧਨ ਦਿਓ, ਕਿਰਪਾ ਕਰੋ। ਮਹਾਰਾਜ ਕਹਿੰਦੇ ਜੋਗਾ ਸਿਆਂ ਅਸਲ ਦੇ ਵਿੱਚ ਬਾਤ ਕੀ ਹੈ? ਵੀ ਬਾਤ ਇਹ ਆ ਵੀ ਤੇਰੇ ਅੰਦਰ ਆ ਗਿਆ ਸੀ ਹੰਕਾਰ, ਵੀ ਸੁਨਿਆਰਾ ਜਿੰਨੀ ਦੇਰ ਤੱਕ ਸੋਨੇ 'ਚ ਖੋਟ ਹੋਵੇ ਸੋਨੇ ਦਾ ਗਹਿਣਾ ਨਹੀਂ ਬਣਾਉਂਦਾ। ਜਿਹੜੇ ਚੰਗੇ ਸੁਨਿਆਰੀ ਸੀ ਹੁਣ ਨਾਲ ਤਾਂ ਖੋਟ ਪਾ ਕੇ ਵੀ ਬਣਾਉਂਦੇ, ਪੁਰਾਣਿਆਂ ਦੀ ਗੱਲ ਕਰਦੇ, ਧਰਮ ਹੀ ਨਹੀਂ ਸੀ ਕਰਦੇ ਹੈ। ਕਹਿੰਦੇ ਤੇਰਾ ਬਣਾਉਣਾ ਗਹਿਣਾ ਗੁਰਮਤਿ ਦਾ, ਤੇਰੇ 'ਚ ਆ ਗਈ ਸੀ ਖੋਟ ਹੋਵੇਂ ਦੀ। ਕਹਿੰਦੇ ਫਿਰ ਇਹ ਨਿਰੰਕਾਰ ਨੇ ਖੇਡ ਰਚਦੀ, ਤੇਰੀ ਖੋਟ ਕੱਢਣੀ ਸੀ, ਹੁਣ ਤੇਰਾ ਅਭਿਮਾਨ ਨਿਕਲ ਗਿਆ, ਕੁਝ ਨਹੀਂ ਵਿਗੜਿਆ, ਤੈਨੂੰ ਸੰਭਲ ਅੱਗੇ ਵਾਸਤੇ। ਐਸੇ ਗੁਰੂ ਨੂੰ ਜਿਹੜੇ ਪਾਪਾਂ ਤੋਂ ਰੱਖਣ ਵਾਲੇ ਸਤਿਗੁਰੂ, ਇੱਥੇ ਗੁਰੂ ਰਾਮਦਾਸ ਦੀ ਤੋਕੇ ਟੁਕਦੀ ਸੀ, ਜਿਨ ਪਾਪਾਂ ਤੇ ਰੱਖਿਆ। ਪੰਕਤੀ ਦੀ ਅਖੀਰਲੀਆਂ ਤੋਂ ਕਹਿਣਾ, ਜਿਹੜਾ ਗੁਰੂ ਪਾਪਾਂ ਤੋਂ ਰੱਖ ਲਵੇ ਫਿਰ ਕਿਉਂ ਨਾ ਉਹਨੂੰ ਨਮਸਕਾਰਾਂ ਕਰੀਏ ਭਾਈ। ਮੱਥਾ ਟੇਕਣੇ ਬਣਦਾ ਕਲਗੀ ਵਾਲੇ ਸਤਿਗੁਰੂ ਨੂੰ। ਹਰ ਨਿਮਾਣਿਆ ਤੂੰ ਮਾਣ। ਇਹ ਹਰੀ ਪਰਮੇਸ਼ਰ ਜੀ ਤੂੰ ਉਹਨਾਂ ਦਾ ਮਾਣ ਹੈ ਜਿਹੜੇ ਮਾਣ ਤੋਂ ਰਹਿਤ ਨੇ, ਜਿਨ੍ਹਾਂ ਨੂੰ ਕੋਈ ਸਤਿਕਾਰ ਹੀ ਨਹੀਂ ਦਿੰਦਾ, ਤੂੰ ਉਹਨਾਂ ਦੇ ਪੱਖ 'ਚ ਹੋ ਜਾਣਾ, ਉਹਨਾਂ ਨੂੰ ਮਾਣ ਸਤਿਕਾਰ ਦੇਣ ਵਾਲਾ ਹੈ। ਹਰ ਡਾਢੀ ਹੂੰ ਤੂੰ ਡਾਢਿਆ। ਕਿਉਂਕਿ ਵਾਹਿਗੁਰੂ ਨਿਮਾਣੇ ਮਾਣ ਕਰੇ ਤੁਧ ਭਾਵੈ, ਇਹ ਤੈਨੂੰ ਭਾ ਜਾਂਦੇ ਆ ਨਿਮਾਣੇ, ਤੇ ਫਿਰ ਤੂੰ ਕੈਸਾ ਹੈ? ਹਰ ਡਾਢੀ ਹੂੰ ਤੂੰ ਡਾਢਿਆ, ਤੂੰ ਤਾਂ ਡਾਢਿਆਂ ਤੋਂ ਵੀ ਡਾਢਾ ਹੈ। ਡਾਢੇ ਜਿਹੜੇ ਬਲ ਵਾਲੇ ਨੇ, ਡਾਢਾ ਕਹਿੰਦੇ ਜਿਹਦੇ ਬਹੁਤ ਤਕੜਾ ਬਲ ਹੋਵੇ, ਤੂੰ ਬਲ ਵਾਲਿਆਂ ਤੋਂ ਵੀ ਡਾਢਾ ਹੈ, ਰਾਜਿਆਂ ਮਹਾਰਾਜਾਂ ਤੋਂ ਡਾਢਾ ਹੈ, ਬਲਵਾਨ ਹੈ ਜੇ। ਹਰ ਅਹੰਕਾਰੀਆ ਮਾਰ ਨਿਵਾਏ। ਇਹ ਹਰੀ ਪਰਮੇਸ਼ਰ ਤੈਨੂੰ ਹੰਕਾਰ ਕੱਢਣ ਦੀ ਯੁਗਤੀ ਆਉਂਦੀ ਹੈ। ਤੂੰ ਹਰਨਾਕਸ਼ ਦਾ ਹੰਕਾਰ ਕੱਢਿਆ, ਤੂੰ ਰਾਵਣ ਦਾ ਕੱਢਿਆ, ਤੇ ਕਿੰਨਿਆਂ ਦਾ ਕੱਢਿਆ ਹੰਕਾਰ। ਤੇ ਮਹਾਰਾਜ ਸਾਹਿਬ ਜੀ ਨੇ 10ਵੇਂ ਜਾਮੇ ਦੇ ਵਿੱਚ ਔਰੰਗਜ਼ੇਬ ਦਾ ਹੰਕਾਰ ਕੱਢਿਆ, ਵਜੀਦੇ ਦਾ ਹੰਕਾਰ ਕੱਢਿਆ, ਸ਼ਾਹਜਹਾਨ ਦਾ ਹੰਕਾਰ 6ਵੇਂ ਜਾਮੇ 'ਚ ਕੱਢਿਆ, ਬਾਬਰ ਦਾ ਹੰਕਾਰ ਗੁਰੂ ਨਾਨਕ ਦੇ ਰੂਪ ਵਿੱਚ ਕੱਢਿਆ। ਜਾਣਦਾ ਉਹ ਕੱਢਣ ਵੀ ਹੰਕਾਰੀਆਂ ਦੇ ਵਿੱਚੋਂ ਹੰਕਾਰ ਕਿਵੇਂ ਕੱਢਣਾ। ਜੇ ਨਾ ਸੂਤ ਆਉਣ ਫਿਰ ਉਹਨਾਂ ਨੂੰ ਮਾਰ ਵੀ ਦਿੰਦਾ। ਤੂੰ ਡਾਢਿਆਂ ਤੋਂ ਡਾਢਾ ਹੈ, ਐਸਾ ਮਹਾਰਾਜ ਬਲਵਾਨ ਹੈ ਤੂੰ। ਹਰ ਮਨਮੁਖ ਮੂੜ ਸਾਧਿਆ। ਦੁਬਾਰੇ ਬੋਲੋ ਜੀ ਸਾਰੀ ਪੰਕਤੀ। ਹਰ ਅਹੰਕਾਰੀਆ ਮਾਰ ਨਿਵਾਏ। ਉਹਨਾਂ ਨੂੰ ਮਾਰ ਕੇ ਨੀਵੇਂ ਕਰਕੇ ਆਪਣੇ ਪੈਰਾਂ ਦੇ ਵਿੱਚ ਝੁਕਾ ਦਿੰਦਾ। ਰਾਵਣ ਮਰਨ ਲੱਗਿਆ, ਕਹਿੰਦਾ ਰਾਮ, ਪਹਿਲਾਂ ਕਹਿੰਦਾ ਜਿਹੜਾ ਰਾਮ ਕਹਿੰਦਾ ਉਹਦੇ ਗਲ ਪੈਂਦਾ ਸੀ, ਕਹਿੰਦਾ ਮੇਰੇ ਦੁਸ਼ਮਣ ਦਾ ਨਾਮ ਨਾ ਲਓ। ਉਹਨਾਂ ਮਨਮੁਖਾਂ ਮੂੜ ਪਾਂਬਰਾਂ ਦੀ ਬਿਰਤੀ ਵਿਸ਼ਈਆਂ ਦੀ ਸੋਧ ਦੇਣਾ। ਸਾਧੇ ਦਾ ਅਰਥ ਹੈ ਸੋਧ ਦਿੰਦਾ ਹੈ। ਹਰ ਭਗਤਾਂ ਦੇ ਵਡਿਆਈ। ਹਰੀ ਪਰਮੇਸ਼ਰ ਤੂੰ ਭਗਤਾਂ ਨੂੰ ਵਡਿਆਈ, ਜਸ, ਮਾਣ, ਇੱਜ਼ਤ ਦੇਣ ਵਾਲਾ ਹੈ ਜੇ। ਗਰੀਬ ਅਨਾਥਿਆ। ਜਿਹੜੇ ਸੰਸਾਰ ਦੇ ਅੰਦਰ ਧਨ ਪਦਾਰਥ ਨਾ ਜਿਨ੍ਹਾਂ ਕੋਲ ਹੋਵੇ, ਗਰੀਬ ਹੋਣ, ਕਿਸੇ ਕੜੰਗ ਰੋਟੀ ਪੱਕਦੀ ਹੈ 2-2 ਦਿਨ ਨਹੀਂ ਪੱਕਦੀ, ਐਸੀ ਗਰੀਬੀ ਹੁੰਦੀ ਪੁਰਾਣੇ ਸਮੇਂ 'ਚ। ਉਸ ਤਰ੍ਹਾਂ ਦੀ ਗਰੀਬੀ ਅੱਜ ਹੈ ਨਹੀਂ ਸੰਸਾਰ ਵਿੱਚ। ਕਿਸੇ ਥਾਂ ਤੇ ਹੈ, ਐਸੀ ਵੀ ਨਹੀਂ ਗੱਲ, ਪਰ ਅੱਗੇ ਤਾਂ ਸਾਰਿਆਂ ਥਾਵਾਂ ਤੇ ਸੀ। ਤੇ ਉਹ ਜਿਹੜੇ ਗਰੀਬ, ਤੇ ਦੂਸਰੀ ਗੱਲ ਹੈ ਅਨਾਥਿਆ, ਜਿਨ੍ਹਾਂ ਦਾ ਰੱਖਿਆ ਕੋਈ ਨਾ ਹੋਵੇ। ਅਨਾਥ, ਯਤੀਮ, 5 ਵਰ੍ਹਿਆਂ ਦੀ ਉਮਰ ਦਾ ਯਤੀਮ ਹੋ ਗਿਆ। ਸੀਤਾ ਰਾਜੇ ਦਾ ਪੁੱਤ ਧਰੂ, 5 ਵਰਖ ਕੋ ਅਨਾਥ ਧਰੂ ਬਾਰਕ, ਉਹ ਯਤੀਮ ਹੋਇਆ। ਤੇ ਪ੍ਰਹਲਾਦ ਵੀ ਇੱਕ ਕਿਸਮ ਦਾ ਯਤੀਮ ਹੋ ਗਿਆ ਸੀ, ਕੋਈ ਫੌਜਾਂ ਨਹੀਂ ਸੀ ਰੱਖਿਆ ਕਰ ਸਕਦੀਆਂ, ਮਾਂ ਕਲਪਦੀ ਸੀ, ਪਿਓ ਦੁਸ਼ਮਣ ਬਣ ਗਿਆ, ਅਨਾਥ ਸੀ ਉਹ ਵੀ। ਤੇ ਤੂੰ ਐਸੇ ਗਰੀਬ ਤੇ ਅਨਾਥਾਂ ਦਾ ਸਹਾਇਕ ਬਣ ਜਾਣਾ ਹੈ। ਗਰੀਬ ਕੌਣ? ਨਿਮਰਤਾ ਵਾਲੇ। ਅਨਾਥ ਕੌਣ? ਤੇ ਜਿਨ੍ਹਾਂ ਨੇ ਮਾਇਆ ਨੂੰ ਨਾਥ ਨਹੀਂ ਬਣਾਇਆ ਹੋਇਆ, ਮਾਇਆ ਦੇ ਤਿਆਗ ਵਾਲੇ, ਮਾਇਆ ਦੇ ਤਿਆਗੀ ਹੋਵੇ ਤੇ ਪਰਮਾਤਮਾ ਉਹਨਾਂ ਦਾ ਨਾਥ ਬਣ ਗਿਆ। ਐਸਾ ਹੈ ਤੂੰ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਨਾ ਬੌਲੀ ਸਾਹਿਬ ਤੀਰਥ ਰਚਿਆ, 84 ਕੱਟਣ ਵਾਸਤੇ 84 ਪੌੜੀਆਂ ਬਣਾਈਆਂ। ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ
ਵੀ ਗੁਰੂ ਨਾਨਕ ਤੋਂ ਲੈ ਕੇ ਸੰਗਤਾਂ ਟਾਪੂਆਂ ਪਾਰ ਦੂਸਰੇ ਥਾਂ ਤੋਂ ਆਉਂਦੇ ਆ, ਪਰ ਸਾਨੂੰ ਇੱਕ ਦੂਜੇ ਦੀ ਸਿਆਣ ਹੀ ਨਹੀਂ ਆ, ਕਿਉਂਕਿ ਸਿੱਖਾਂ ਦਾ ਪਹਿਰਾਵਾ ਵੱਖਰਾ ਨਹੀਂ ਸੀ। ਉੱਥੇ ਚਿਨਾਰੀ ਸ਼ਬਦ ਲਿਖਿਆ ਇਤਿਹਾਸ ਦੇ, ਵੀ ਇਹ ਮਾਰੇ ਚਿਨਾਰੀ ਨਹੀਂ ਸੀ, ਜਿਹੜੀ ਸਿਆਣ ਨਹੀਂ ਹੈ ਵੀ ਇਹ ਸਾਡਾ ਗੁਰੂ ਭਾਈ ਹੈ। ਉਹ ਕਿਸ ਕਰਕੇ ਨਹੀਂ ਹੈ? ਕੋਈ ਸਿੱਖ ਕਿਸੇ ਵੇਲੇ ਆਉਂਦਾ, ਕੋਈ ਕਿਸੇ ਵੇਲੇ ਆਉਂਦਾ, ਰੋਜ਼ ਆਉਂਦੇ ਦਰਸ਼ਨ ਕਰੀਏ ਜਾਈ ਜਾਂਦੇ ਨੇ। ਇੱਕ ਜੋੜ ਮੇਲਾ ਰੱਖ ਦਿਓ, ਸਾਰੇ ਸਿੱਖ ਇਕੱਠੇ ਹੋਣ ਉਹਦੇ ਤੇ, ਇੱਕ ਦੂਜੇ ਦੀ ਸਿਆਣ ਹੋ ਜੂ, ਤੂੰ ਕਿਹੜੇ ਇਲਾਕੇ ਦਾ ਹੈ, ਤੂੰ ਕਿਹੜੇ ਇਲਾਕੇ ਦਾ ਹੈ, ਮੈਂ ਫਲਾਣੇ ਇਲਾਕੇ। ਸਿੱਖਾਂ ਦਾ ਪਿਆਰ ਵਧੂਗਾ। ਮਹਾਰਾਜ ਕਹਿੰਦੇ ਚੰਗਾ ਭਾਈ, ਫਿਰ ਜੇ ਤੁਹਾਡਾ ਐਸਾ ਖਿਆਲ ਹੈ। ਮਹਾਰਾਜ ਸਾਹਿਬ ਜੀ ਨੇ ਫਿਰ ਵਿਸਾਖੀ ਦੇ ਦਿਹਾੜੇ ਨੂੰ ਪ੍ਰਮਾਣ ਕੀਤਾ, ਵੀ ਚੱਠ ਕੀਤੀ ਸੀ ਬੌਲੀ ਸਾਹਿਬ ਦੀ। ਵਿਸਾਖੀ ਦਾ ਦਿਹਾੜਾ ਮਹਾਰਾਜ ਨਿਯਤ ਕਰ ਦਿੱਤਾ ਇਸ ਬਹਾਨੇ। ਇਹ ਵਿਸਾਖੀ ਦੇ ਦਿਹਾੜੇ ਜੋੜ ਮੇਲਾ, ਇਹ ਫਿਰ 1 ਵਿਸਾਖ ਨੂੰ ਮਹਾਰਾਜ ਸਾਹਿਬ ਜੀ ਨੇ ਉੱਥੇ ਜੋੜ ਮੇਲਾ। ਇਹ ਪਹਿਲਾਂ ਵਿਸਾਖੀ ਗੁਰੂ ਅਮਰਦਾਸ ਮਹਾਰਾਜ ਨੇ ਸ਼ੁਰੂ ਕੀਤੀ, ਅੱਗੇ ਚੱਲ ਕੇ ਵਿਸਾਖੀ ਦੇ ਬੜੇ ਇਤਿਹਾਸ ਬਣਦੇ ਗਏ। ਤੇ ਮਹਾਰਾਜ ਸਾਹਿਬ ਨੇ ਉੱਥੇ ਜਦੋਂ ਜੋੜ ਮੇਲਾ ਕੀਤਾ ਤੇ ਸੇਵਾ ਉੱਥੇ ਚੱਲ ਰਹੀ। ਇੱਕ ਮਾਈ ਸੇਵਾ ਕਰਕੇ, ਬਹੁਤ ਮਾਈਆਂ ਆਇਆ ਕਰਦੀਆਂ, ਉਹਦਾ ਮਾਈ ਦਾ ਨਾਮ ਸੀ ਮਾਈ ਸੇਵਾ। ਨਾਂ ਤਾਂ ਕੋਈ ਹੋਊਗਾ, ਸੇਵਾ ਵਾਲੀ ਮਾਈ, ਸੇਵਾ ਵਾਲੀ ਮਾਈ, ਮਾਈ ਸੇਵਾ, ਮਾਈ ਸੇਵਾ। ਸੇਵਾ ਕਰਕੇ ਉਹਦਾ ਨਾਮ ਹੀ ਸਾਧ ਸੰਜੀਵ ਪਰਪੱਕ ਹੋਇਆ ਲੱਗਦਾ ਹੈ। ਉਹ ਜਦੋਂ ਮਹਾਰਾਜ ਸਾਹਿਬ ਨੇ ਉੱਥੇ ਸੇਵਾ ਸ਼ੁਰੂ ਕੀਤੀ, ਉਹ ਕਾਬਲ ਕੰਧਾਰ ਤੋਂ ਆਉਣ ਵਾਲੀ ਮਾਈ ਤੇ ਮਾਈ ਸੇਵਾ ਜਿਹੜੀ ਸੀ, ਤੇ ਉਹਨੇ ਮਹਾਰਾਜ ਸਾਹਿਬ ਜੀ ਦੇ ਧਿਆਨ ਕੀਤਾ ਵੀ ਮਹਾਰਾਜ ਬੱਚਾ ਮੇਰਾ ਛੋਟਾ ਜਿਹਾ ਹੈ, ਵੀ ਪਤੀ ਰੋਜ਼ ਕਮਾ ਕੇ ਲਿਆਉਂਦਾ, ਇਹ ਜਾਂ ਚਲਿਆ ਗਿਆ ਫਿਰ ਘਰ ਦਾ ਖਰਚਾ ਨਹੀਂ ਚੱਲਣਾ। ਉਹ ਇੱਕ ਦਿਨ ਪਤੀ ਨੂੰ ਕਹਿੰਦੀ ਵੀ ਮਹਾਰਾਜ ਦਾ ਹੁਕਮ ਆਇਆ ਵੀ ਸਾਰੇ ਸਿੱਖ ਆਓ ਸੇਵਾ ਕਰਨ, ਵੀ ਤੇਰੀ ਤਾਂ ਮਜਬੂਰੀ ਹੈ, ਤੂੰ ਤਾਂ ਜਾ ਨਹੀਂ ਸਕਦਾ, ਵੀ ਜੇ ਮੈਨੂੰ ਆਗਿਆ ਕਰੇ ਮੈਂ ਚਲੀ ਜਾਵਾਂ। ਕਹਿੰਦਾ ਬੱਚੇ ਨੂੰ ਕੌਣ ਸਾਂਭੂ, ਘਰ ਦੇ ਵਿੱਚ ਨਿਆਣਾ ਨਹੀਂ ਸਾਂਭਣ ਵਾਲਾ ਕੋਈ। ਕਹਿੰਦੀ ਇਹ ਮੈਂ ਆਪੇ ਸਾਂਭ ਲੂੰ, ਤੂੰ ਚਿੰਤਾ ਨਾ ਕਰ। ਕਹਿੰਦੇ ਠੀਕ ਹੈ। ਉਹ ਸਾਧ ਸੰਗਤ ਜਾ ਕੇ ਬੱਚੇ ਨੂੰ ਦੁੱਧ ਪਿਆ ਕੇ ਤੇ ਚੰਗੀ ਤਰ੍ਹਾਂ ਸੁਲਾ ਕੇ, ਬੱਚਾ ਫਿਰ ਕਈ ਘੰਟੇ ਸੁੱਤਾ ਰਹਿੰਦਾ, ਤੇ ਆ ਕੇ ਇੱਕ ਛਿਨ ਵਿੱਚ ਪਹੁੰਚਦੀ ਸੀ, ਅੱਖ ਦੀ ਪਲਕ ਦੇ ਸਮੇਂ ਜਿਹਨੇ ਪਹੁੰਚੀ। ਉਹ ਜਦੋਂ ਬੱਚਾ ਉੱਠ ਖੜੇ, ਉਹ ਇਸ ਤਰ੍ਹਾਂ ਐ ਹੱਥ ਮਾਰ ਦਿਆ ਕਰੇ, ਟੋਕਰੀ ਸਿਰ ਦੇ ਉੱਤੇ ਐ ਹੱਥ ਮਾਰ ਦਿਆ ਕਰੇ, ਨਾਲੇ ਵਾਹਿਗੁਰੂ ਵਾਹਿਗੁਰੂ, ਜਿਵੇਂ ਅੰਨੇ ਪੁਰਸ਼ ਟੋਹ ਕੇ ਤੁਰਦੇ ਆ। ਤੇ ਉਹ ਕਦੇ ਕਦੇ ਇਸ ਤਰ੍ਹਾਂ ਐ ਕਰ ਦਿਆ ਕਰੇ। ਭਮੂੜੇ ਤੇ ਪਾਇਆ ਸੀ ਨਾ ਬੱਚਾ। ਸਿੱਖ ਕਹਿੰਦੇ ਵੀ ਹੈ ਤਾਂ ਬੜੀ ਸੇਵਾ ਕਰਦੀ, ਪਰ ਉਹ ਕਮਲੀ ਹੈ, ਝੱਲੀ ਹੈ। ਉਹ ਜਿਹੜੇ ਬਾਬੇ ਬੁੱਢੇ ਸਾਹਿਬ ਵਰਗੇ ਕਹਿੰਦੇ ਝੱਲੀ ਨਹੀਂ ਹੈਗੀ, ਅੰਦਰ ਨੇਤਰ ਖੁੱਲੇ ਹੋਏ ਨੇ ਦੇ। ਉਹ ਸ਼ੰਕਾ ਹੋ ਗਈ। ਫਿਰ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਕਹਿੰਦੇ ਮਹਾਰਾਜ ਵੀ ਕਾਬਲ ਤੋਂ ਇੱਕ ਕਮਾਈ ਆਉਂਦੀ ਹੈ ਨਾ, ਇਹ ਪਤਾ ਨਹੀਂ ਸੀ ਕਿਸੇ ਕਿੱਥੋਂ ਆਉਂਦੀ ਹੈ। ਕਹਿੰਦੇ ਜੀ ਕਮਾਈ ਆਉਂਦੀ ਹੈ, ਕਾਬਲ ਦੀ ਸੀ ਇਹ, ਵੀ ਮਹਾਰਾਜ ਵੀ ਇਹ ਸੇਵਾ ਬਹੁਤ ਕਰਦੀ ਹੈ, ਬੋਲਦੀ ਕਿਸੇ ਨਾਲ ਨਹੀਂ। ਵੀ 2 ਗੱਲਾਂ ਦੀ ਸ਼ੰਕਾ ਹੋ ਗਈ ਕਿ ਇੱਕ ਤਾਂ ਹੱਥ ਮਾਰਦੀ ਹੈ ਕਮਲਿਆਂ ਵਾਂਗੂ, ਕਦੇ ਐ ਕਦੇ ਇਸ ਤਰ੍ਹਾਂ। ਤੇ ਰਾਤ ਨੂੰ ਮਹਾਰਾਜ ਵੀ ਦੇਖੋ, ਇਹ ਬਹੁਤ ਮਾੜੀ ਗੱਲ ਹੈ ਵੀ ਰਾਤ ਨੂੰ ਮਾਈਆਂ ਦੇ ਕੋਲ ਨਹੀਂ ਹੁੰਦੀ, ਇਹ ਤਾਂ ਚਲੀ ਜਾਂਦੀ ਹੈ ਰਾਤ ਨੂੰ, ਇਹਦਾ ਪਤਾ ਕਰੋ। ਸ਼ੱਕ ਕੀਤੀ। ਗੁਰੂ ਅਮਰਦਾਸ ਕਹਿੰਦੇ ਗੁਰਸਿੱਖੋ, ਗੁਰੂ ਨਾਨਕ ਦੇ ਸਿੱਖੋ, ਇਹ ਵੀ ਪਾਪ ਹੈ ਕਿਸੇ ਦੇ ਬਾਰੇ ਇਸ ਤਰ੍ਹਾਂ ਸੋਚਣਾ ਵੀ ਮਾੜਾ ਹੋਊਗਾ, ਜਦੋਂ ਪਤਾ ਹੀ ਨਹੀਂ। ਕਹਿੰਦੇ ਮਾਨਸਿਕ ਪਾਪ ਹੈ, ਬਚ ਜਾਓ ਇਹ ਤੋਂ, ਜੇ ਬਚ ਹੁੰਦਾ ਇਹ ਨਹੀਂ ਕਰੀਦਾ ਹੁੰਦਾ। ਕਹਿੰਦੇ ਮਹਾਰਾਜ ਫਿਰ ਇਹ ਕੀ ਗੱਲ ਹੈ? ਕਹਿੰਦੇ ਹੁਣ ਮੈਂ ਕਾਹਨੂੰ ਦੱਸੂ ਤੁਹਾਨੂੰ। ਕਹਿੰਦੇ ਮਾਈ ਨੂੰ ਬੁਲਾ ਲਓ। ਮਹਾਰਾਜ ਨੇ ਕੋਲ ਬੁਲਾ ਲਈ। ਮਹਾਰਾਜ ਕਹਿੰਦੇ ਬੀਬੀ, ਹਾਂ ਮਹਾਰਾਜ। ਕਹਿੰਦੇ ਸਿੱਖ ਸ਼ੰਕਾ ਕਰਦੇ ਨੇ ਵੀ ਤੂੰ ਰਾਤ ਨੂੰ ਇੱਥੇ ਨਹੀਂ ਹੁੰਦੀ। ਕਹਿੰਦੀ ਹਾਂ ਮਹਾਰਾਜ ਮੈਂ ਹੁੰਦੀ ਨਹੀਂ ਰਾਤ ਨੂੰ ਇੱਥੇ। ਤੇ ਕਹਿੰਦੀ ਕਿੱਥੇ ਹੁੰਨੀ ਆ? ਕਹਿੰਦੇ ਮਹਾਰਾਜ ਤੁਸੀਂ ਕਿਉਂ ਪੁੱਛਦੇ ਹੋ, ਤੁਹਾਨੂੰ ਤਾਂ ਪਤਾ ਹੈ ਵੀ ਮੈਂ ਕਿੱਥੇ ਹੁੰਨੀ ਆ, ਥੋਤੋਂ ਲੈ ਜਾਨੀ ਆ ਮੈਂ। ਮਹਾਰਾਜ ਕਹਿੰਦੇ ਹਾਂ ਮੈਨੂੰ ਪਤਾ ਹੈ, ਪਰ ਤੇਰੀ ਰਸਮਾਂ ਦੁਆਰਾ ਜ਼ਾਹਰ ਕਰਨਾ ਵੀ ਕਿੱਥੇ ਹੁੰਨੀ ਆ। ਕਹਿੰਦੀ ਜੀ ਰਾਤ ਨੂੰ ਮੈਂ ਆਪਣੇ ਕਾਬਲ ਤੋਂ ਆਉਣੀ ਆ, ਮੈਂ ਆਪਣੇ ਘਰ ਚਲੀ ਜਾਂਦੀ ਆ, ਜਾ ਕੇ ਰੋਟੀ ਪਕਾਉਣੀ ਹੁੰਦੀ ਹੈ ਪਤੀ ਦੀ, ਬੱਚਾ ਸਾਹਮਣਾ ਹੁੰਦਾ, ਛੋਟਾ ਜਿਹਾ ਬੱਚਾ ਹੈ। ਸਿੱਖ ਕਹਿਣ ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਾਂਦੀ ਕਿਵੇਂ ਆ? ਕਹਿੰਦੀ ਮਹਾਰਾਜ ਤੁਹਾਡਾ ਪ੍ਰਤਾਪ ਹੋ ਗਿਆ, ਸੇਵਾ ਕਰਦੀ ਕਰਦੀ ਮੈਨੂੰ ਸ਼ਕਤੀਆਂ ਪ੍ਰਾਪਤ ਹੋ ਗਈਆਂ, ਇੱਕ ਛਿਨ ਵਿੱਚ ਹੀ ਪਹੁੰਚ ਜਾਣੀ, ਆਉਂਦੀ ਵੀ ਕਿਛਨ ਚ, ਜਾਂਦੀ ਵੀ ਕਿਛਨ ਚ। ਕਹਿੰਦੇ ਹੱਥ ਮਾਰਦੀਆਂ ਇਸ ਤਰ੍ਹਾਂ ਇਹ ਕਹਿੰਦੇ ਨੇ। ਕਹਿੰਦੀ ਮਹਾਰਾਜ ਬੱਚਾ ਕਈ ਵਾਰੀ ਉੱਠ ਖੜਦਾ, ਮੈਂ ਉਹਨੂੰ ਥਾਪੜਾ ਦੇ ਦਿੰਨੀ ਆ,
ਤੇ ਕਈ ਵਾਰੀ ਭਮੂੜੇ ਨੂੰ ਐਂ ਝੂਟਾ ਦੇ ਦਿੰਦੀਆਂ, ਇੱਥੋਂ ਹੀ ਝੋੜਦੀਆਂ ਤੇ ਉੱਥੇ ਬੱਚਾ ਫੇਰ ਸੌਂ ਜਾਂਦਾ। ਮਾਈ ਨੂੰ ਨਮਸਕਾਰਾਂ ਕਰਨ, ਲੋਕ ਕਹਿੰਦੇ ਧੰਨ ਹੈ ਮਾਈ, ਤੂੰ ਐਡੀ ਐਡੀ ਸੇਵਾ ਕਰਨ ਵਾਲੀ, ਅਸੀਂ ਤੇਰੇ ਤੇ ਵੀ ਸ਼ੱਕ ਕੀਤੀ। ਇਹ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਮਾਈ ਦਾ ਸਰੀਰ ਰਿਹਾ। ਜਦੋਂ ਮਹਾਰਾਜ ਨੇ 72 ਪੀੜੇ ਬਖਸ਼ੇ ਬੀਬੀਆਂ ਨੂੰ, ਇਹਨੂੰ ਵੀ ਇੱਕ ਪੀੜਾ ਬਖਸ਼ਿਆ ਮਹਾਰਾਜ। ਇਹਦੇ ਨਾਂ ਤੇ ਇੱਕ ਪੂਰਾ ਬਾਜ਼ਾਰ ਵਸਿਆ, ਮਾਈ ਸੇਵਾ ਬਾਜ਼ਾਰ ਕਹਿੰਦੇ ਨੇ। ਇਹ ਮਾਈ ਦੇ ਨਾਂ ਤੇ ਵਸਿਆ ਹੋਇਆ ਬਾਜ਼ਾਰ ਹੈ। ਇਸ ਕਰਕੇ ਮਹਾਰਾਜ ਸਾਹਿਬ ਨੇ ਫਿਰ ਮਾਈ ਸੇਵਾ ਬਾਜ਼ਾਰ ਇਹ ਉਹਦਾ ਨਾਂ ਕਾਇਮ ਰੱਖਿਆ ਹੈ। ਇਉਂ ਮਹਾਰਾਜ ਨੇ ਬੜੀ ਐਸੇ ਇੱਥੇ ਚੋਜ ਕੀਤੀ ਹੈ। ਤੇ ਮਹਾਰਾਜ ਸਾਹਿਬ ਜੀ ਉਹ ਮਾਈ ਦੀ ਜਾਂ ਇਸ ਤਰ੍ਹਾਂ ਇਹ ਗੁਰਸਿੱਖਾਂ ਦੀ ਜਾਂ ਜਿਹੜੇ ਹੋਰ ਇਹੋ ਜਿਹੇ ਸੀ ਉਹਨਾਂ ਦੀ ਸ਼ੋਭਾ ਵਧਾਉਣ ਵਾਸਤੇ ਮਹਾਰਾਜ ਇਉਂ ਬਚਨ ਕਰਦੇ ਹਨ ਜੀ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਤਿਗੁਰ ਕੈ ਭਾਣੈ ਜੋ ਚੱਲੈ। ਕਹਿੰਦੇ ਭਾਈ ਇਹ ਹੁਣ ਬੀਬੀ ਰੋਵੇ, ਕਹਿੰਦੀ ਮਹਾਰਾਜ ਵੀ ਉਹ ਤਾਂ ਮੈਂ ਤੁਹਾਡੇ ਭਾਣੇ 'ਚ ਦਖਲ ਨਹੀਂ ਦੇ ਸਕਦੀ, ਪਰ ਮਹਾਰਾਜ ਵੀ ਮੇਰੇ ਲਈ ਘਾਟੇ ਵਾਲੀ ਗੱਲ ਹੋ ਗਈ। ਜਦੋਂ ਮੈਨੂੰ ਜਾਣਦਾ ਨਹੀਂ ਸੀ ਕੋਈ ਤੇ ਮੇਰੇ ਤੇ ਸ਼ੱਕ ਕਰਦੇ ਸੀ, ਮੇਰੇ ਪੁਰਾਣੇ ਜਨਮਾਂ ਦੇ ਪਾਪਾਂ ਦੀ ਮੈਲ ਲੈਂਦੀ ਸੀ, ਇੱਕ ਤਾਂ ਮੈਲ ਲੈਣ ਤੋਂ ਹਟ ਗਈ, ਇਹ ਘਾਟਾ ਪਊਗਾ। ਦੂਸਰਾ ਵਡਿਆਈ ਹੋਣ ਲੱਗੀ, ਕਿਤੇ ਮੈਨੂੰ ਹੰਕਾਰ ਨਾ ਹੋ ਜਾਵੇ। ਅੱਗੇ ਜਾਣਦਾ ਕੋਈ ਨੂੰ, ਹਮਾਰਾ ਮੇਰਾ ਸਤਿਕਾਰ ਕਰਨ ਲੱਗੇ। ਹੁਣ ਮੈਨੂੰ ਭਜਨ ਨਹੀਂ ਕਰਨ ਦਿੰਦੇ, ਮਾਈਆਂ ਮੇਲੇ ਤੋਂ ਆ ਜਾਂਦੀ, ਭੈਣੇ ਤੂੰ ਤਾਂ ਬਹੁਤ ਸ਼ਕਤੀ ਵਾਲੀ, ਮੈਂ ਕਿਹਨੂੰ ਉੱਤਰ ਦੇਈ ਜਾਵਾਂ। ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਬੀਬੀ, ਇਹ ਜਿਹੜਾ ਗੁਰੂ ਨਾਨਕ ਦੇ ਹੁਕਮ ਵਿੱਚ ਚੱਲਦਾ ਹੈ, ਜਿਹੜਾ ਪੁਰਖ ਮਾਈ ਭਾਈ ਸਤਿਗੁਰੂ ਦੇ ਭਾਣੇ ਵਿੱਚ ਹੁਕਮ ਅਨੁਸਾਰ ਹੋ ਕੇ ਚੱਲਦਾ ਹੈ, ਤਿਸ ਵਡਿਆਈ ਵੱਡੀ ਹੋਏ। ਤੇ ਭਾਈ ਉਹਦੀ ਵਡਿਆਈ ਸੋਭਾ ਰਾਜਿਆਂ ਮਹਾਰਾਜਿਆਂ ਤੋਂ ਵੱਡੀ ਹੋ ਜਾਂਦੀ ਹੈ। ਕਹਿੰਦੇ ਮਾਈ ਅਜੇ ਤਾਂ ਤੇਰੀ ਸੋਭਾ ਗੁਰੂ ਨਾਨਕ ਨੇ ਇਹ ਲੋਕ 'ਚ ਕਰਾਈ ਹੈ, ਅਜੇ ਤਾਂ ਪ੍ਰਲੋਕ 'ਚ ਕਰਾਉਣੀ ਹੈ। ਧਰਮਰਾਜ ਵੀ ਤੇਰੀ ਵਡਿਆਈ ਕਰੂਗਾ, ਪ੍ਰਲੋਕ ਵਿੱਚ ਤੇਰੀ ਵਡਿਆਈ ਹੋਏਗੀ। ਹਰਿ ਕਾ ਨਾਮ ਉੱਤਮ ਮਨ ਵਸੈ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਮਨ ਦੇ ਵਿੱਚ ਵਸ ਗਿਆ ਹੈ, ਉੱਤਮ ਨਾਮ ਮਹਾਰਾਜ ਦਾ, ਉੱਤਮ ਸ੍ਰੇਸ਼ਟ ਨੂੰ ਕਹਿੰਦੇ ਹਨ। ਮੇਟ ਨਾ ਸਕੈ ਕੋਈ, ਉਹਨਾਂ ਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਨਿੰਦਕ। ਜੇ ਕੋਈ ਵਡਿਆਈ ਨੂੰ ਨੁਕਸਾਨ ਪਹੁੰਚਾਉਣਾ ਚਾਹੇ ਨਿੰਦਿਆ ਕਰਕੇ, ਕਹਿੰਦੇ ਨਹੀਂ ਹੁੰਦੀ, ਉਹਦੀ ਵਡਿਆਈ ਨੂੰ ਮੇਟ ਨਹੀਂ ਸਕਦਾ। ਜਿਵੇਂ ਅੱਖਰ ਲਿਖ ਕੇ ਮਿਟਾਈ ਦੇ ਦਿੰਦੇ ਨੇ, ਐ ਮਿਟਾ ਨਹੀਂ ਸਕਦਾ ਹੈ। ਕਿਰਪਾ ਕਰੇ ਜਿਸ ਆਪਣੀ, ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰ ਦਿੰਦਾ ਹੈ, ਜਿਸ ਕਰਮ ਪ੍ਰਾਪਤ ਹੋਏ, ਉਹਨਾਂ ਨੂੰ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ। ਅਕਾਲ ਪੁਰਖ ਨੇ ਗੁਰੂ ਨਾਲ ਜੋੜਤਾ, ਗੁਰੂ ਨੇ ਕਰਮ ਕਿਰਪਾ ਕਰ ਦਿੱਤੀ, ਨਿਸ਼ਕਾਮ ਕਰਮਾਂ ਦੀ ਕਰਨੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਕੀ ਪ੍ਰਾਪਤ ਹੋ ਜਾਂਦਾ? ਨਿਸ਼ਕਾਮ ਕਰਮ। ਤਿਸ ਕਰਮ ਪ੍ਰਾਪਤ ਦੁਆਰੇ ਬੋਲੋ ਜੀ। ਤਿਸ ਕਰਮ ਪ੍ਰਾਪਤ ਹੋਏ, ਤਿਸ ਉਸ ਨੂੰ ਫਿਰ ਜਿੱਥੇ ਕਰਮ ਬਖਸ਼ੀ ਹੋ ਗਈ ਹੈ ਉੱਥੇ ਨਿਸ਼ਕਾਮ ਕਰਮ ਪ੍ਰਾਪਤ ਹੋ ਗਿਆ। ਤੇ ਜਦੋਂ ਨਿਸ਼ਕਾਮ ਪ੍ਰਾਪਤ ਹੋ ਗਿਆ, ਸੇਵਾ ਕਰਤ ਹੋਏ ਨੇ ਕਾਮੇ, ਤਿਸ ਕਾ ਹੋਤ ਪ੍ਰਾਪਤ ਸੁਆਮੀ, ਰੱਬ ਮਿਲ ਗਿਆ, ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਨਾਨਕ ਕਾਰਨ ਕਰਤੇ ਵਸ ਹੈ। ਹੁਣ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਬਈ ਜਿਹੜਾ ਸੰਸਾਰ ਦੇ ਰਚਣ ਦਾ ਕਾਰਨ ਹੈ, ਬਈ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਆਹ ਕਾਰਨ ਹੈ, ਆਹ ਕਾਰਨ ਹੈ। ਇਹ ਮਹਾਰਾਜ ਕਾਰਨ ਜਿਹੜਾ ਆਪਣੇ ਆਪ ਹੈ ਵੀ ਜਾਂ ਫਿਰ ਇਹ ਕਾਰਨ ਬਸ ਦੇ ਵਿੱਚ ਅਧੀਨ ਹੈਗਾ ਕਿਸੇ ਦੇ? ਮਾਰੇ ਕਹਿੰਦੇ ਹੈਗਾ। ਕਹਿੰਦੇ ਕਿਹਦੇ? ਕਰਤੇ ਦੇ ਆ। ਕਹਿੰਦੇ ਮਾਰੇ ਕਹਿੰਦੇ ਕਾਰਨ ਕਰਤੇ ਵਸ ਹੈ। ਕਬੀਰ ਕਾਰਨ ਸੋ ਪਿਆ ਜੋ ਕੀਨੋ ਕਰਤਾਰ। ਤੇ ਕਾਰਨ ਜਿਹੜਾ ਹੈ ਉਹ ਕਰਤੇ ਦੇ ਵਸ ਹੈ। ਇਸ ਕਰਕੇ ਕਰਨ ਕਾਰਨ ਪ੍ਰਭ, ਇਹ ਕਾਰਨ ਰੂਪ ਵੀ ਆਵੇ ਤੇ ਕਾਰਜ ਰੂਪ ਵੀ ਆਵੇ। ਜਿੰਨੇ ਕਾਰਨ ਤੇ ਮਹਾਰਾਜ ਸਾਹਿਬ ਕਹਿੰਦੇ ਠੀਕ ਹੈ ਭਾਈ, ਬਈ ਕਈਆਂ ਨੇ ਮਹਿਤ ਤੱਤਾਂ ਨੂੰ ਕਾਰਨ ਮੰਨ ਲਿਆ, ਪਰ ਕਰਤਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਆਪਣੇ ਬਸ ਦੇ ਵਿੱਚ ਹੈ। ਪਰ ਇਸ ਗੱਲ ਨੂੰ ਜਾਣੂਗਾ ਕੌਣ? ਗੁਰਮੁਖ ਬੂਝੈ ਕੋਇ, ਕੋਈ ਬਿਰਲਾ ਟਾਮਾ ਟਾਮਾ ਗੁਰਮੁਖ ਬੂਝੈ, ਸਮਝੂਗਾ ਇਸ ਗੱਲ ਨੂੰ। ਜਿਹੜੇ ਹੋਰ ਮਤਾਂ ਵਾਲੇ ਨੇ ਉਹ ਪਰਮੇਸ਼ਰ ਦੀ ਰਜ਼ਾ ਨੂੰ ਛੱਡ ਕੇ ਚੱਲਦੇ ਆ। ਤੇ ਇਸ ਕਰਕੇ ਨਾ, ਤੇ ਜਿਹੜੇ ਪਰਮੇਸ਼ਰ ਦੇ ਇਸ ਪ੍ਰਕਾਰ ਉਹ ਕਾਰਨ ਨੂੰ ਮੰਨਦੇ ਨਹੀਂ, ਉਹ ਜਿਵੇਂ ਵਿਦਾਂਤੀਆਂ ਦਾ ਮਤ ਹੈ, ਉਹ ਕਹਿੰਦੇ ਅਗਿਆਨ ਕਾਰਨ ਹੈ। ਵਿਦਾਂਤ ਮਤ ਵਿੱਚ ਇਹ ਲਿਖਿਆ ਹੋਇਆ। ਜਿਹੜੇ ਨਿਆਇ ਸ਼ਾਸਤਰ ਵਾਲੇ ਨੇ ਉਹ ਕਹਿੰਦੇ ਨਹੀਂ, ਪਰਮਾਣੂ ਜਿਹੜੇ ਨੇ ਇਹ ਜੁੜ ਕੇ, ਦੋ ਜੁੜ ਕੇ ਦੁਣਕਾ, ਤਿੰਨ ਜੁੜ ਕੇ ਤਿਣਕਾ, ਕਹਿੰਦੇ ਐ ਪਰਮਾਣੂ ਜੁੜ ਕੇ ਸੰਸਾਰ ਬਣਦਾ ਹੈ। ਨਿਆਇ ਸ਼ਾਸਤਰ ਵਾਲਿਆਂ ਦਾ ਇਹ ਮਤ ਹੈ।
ਜਿਹੜੇ ਕਾਲਵਾਤੀ ਨੂੰ ਉਹ ਕਾਲ ਨੂੰ ਕਾਰਨ ਮੰਨਦੇ, ਕਰਮਵਾਦੀ ਕਰਮ ਨੂੰ ਕਾਰਨ ਮੰਨਦੇ ਆ, ਤਿੰਨਾਂ ਗੁਣਾਂ ਵਾਲੇ ਤਿੰਨਾਂ ਗੁਣਾਂ ਨੂੰ ਕਾਰਨ ਮੰਨਦੇ ਆ। ਜਿਹੜੇ ਮਾਨਸ ਸ੍ਰਿਸ਼ਟੀ ਵਾਲੇ ਨੇ ਉਹ ਕਹਿੰਦੇ ਨੇ ਜੀ ਸੰਭੂ ਮਨ ਤੇ ਸਤ ਰੂਪਾ ਜਿਹੜੀ ਹੈ ਇਹ ਕਾਰਨ ਹੈ। ਇਹ ਆਦਿ ਕਾਲ ਦਾ ਜਿਹੜਾ ਮਨੁੱਖ ਮੰਨਿਆ ਨਾ ਉਹ ਮਨ ਰਾਜ ਮੰਨਿਆ, ਇਹ ਬ੍ਰਹਮਾ ਦਾ ਮਾਨਸਿਕ ਪੁੱਤਰ ਹੈ। ਯਾਨੀ ਜਦੋਂ ਰੱਬ ਨੇ ਸ੍ਰਿਸ਼ਟੀ ਸਾਜਣ ਦਾ ਹੁਕਮ ਬ੍ਰਹਮਾ ਨੂੰ ਤਾਕਤ ਦੇ ਦਿੱਤੀ, ਬ੍ਰਹਮਾ ਨੇ ਸਭ ਤੋਂ ਪਹਿਲਾਂ ਇੱਕ ਇਹ ਸਵਾਲ ਹੈ ਨਾ, ਕਹਿੰਦੇ ਵੀ ਆਂਡਾ ਬਣਿਆ ਕਿ ਮੁਰਗੀ ਬਣੀ ਹੈ। ਕੋਈ ਸਵਾਲ ਕਰਦਾ ਹੈ, ਜੇ ਪਹਿਲਾਂ ਬੰਦਾ ਕਹੇ ਵੀ ਮੁਰਗੀ ਬਣੀ ਹੈ, ਮੁਰਗੀ ਤੋਂ ਆਂਡਾ, ਕਹਿੰਦਾ ਮੁਰਗੀ ਕਾਹਦੀ ਬਣੀ ਹੈ, ਉਹ ਆਂਡੇ ਤੋਂ ਬਣਦੀ ਹੈ। ਉਹ ਕਹੀ ਜਾਊਗਾ ਆਂਡਾ ਪਹਿਲਾਂ, ਉਹ ਕਹੂਗਾ ਮੁਰਗੀ ਪਹਿਲਾਂ। ਇਹ ਕੰਮ ਮੁੱਕਦਾ ਨਹੀਂ। ਇਸੇ ਤਰ੍ਹਾਂ ਜੇ ਕੋਈ ਕਹੇ ਵੀ ਇਸਤਰੀ ਪਹਿਲਾਂ ਬਣੀ ਸੀ ਕੋਈ ਪੁਰਸ਼ ਪਹਿਲਾਂ ਬਣਿਆ, ਇਹ ਸਵਾਲ ਉਸੇ ਆਂਡੇ ਤੇ ਮੁਰਗੀ ਵਾਲਾ ਹੀ ਹੈ। ਜੇ ਕਹੇ ਵੀ ਬੰਦਾ ਪਹਿਲਾਂ ਬਣਿਆ, ਉਹ ਕਹਿੰਦੇ ਵੀ ਬੰਦਾ ਕਿਸੇ ਇਸਤਰੀ ਨੂੰ ਹੀ ਜੰਮਿਆ, ਉਹਦੀ ਮਾਂ ਤਾਂ ਹੁੰਦੀ ਵੀ ਹੈ ਕੋਈ, ਤੇ ਇਸਤਰੀ ਪਹਿਲਾਂ ਹੋਈ ਤਾਂ ਉਹ ਇਸਤਰੀ ਆ ਜਿਹੜੀ ਉਹ ਕਿਸੇ ਪੁਰਸ਼ ਦੇ ਬਿੰਦ ਧਾਤੂ ਤੋਂ ਬਿਨਾਂ ਨਹੀਂ ਬਣ ਸਕਦੀ, ਉਹ ਬੰਦੇ ਤੋਂ ਬਿਨਾਂ ਨਹੀਂ ਬਣੀ। ਇਹ ਬੜੀ ਉਲਝਣ ਵਾਲਾ ਸਵਾਲ ਹੈ, ਪਰ ਪਰਮਾਰਥ ਵਿੱਚ ਇਹਦਾ ਉੱਤਰ ਹੈ। ਕੀ ਉੱਤਰ ਹੈ? ਭਾਈ ਪਹਿਲਾਂ ਮਰਦ ਜਾਤੀ ਬਣੀ ਹੈ, ਔਰਤ ਨਹੀਂ ਪਹਿਲਾਂ ਬਣੀ, ਪਹਿਲਾਂ ਮਰਦ ਬਣਿਆ। ਇਸੇ ਕਾਰਨ ਮਰਦ ਨੂੰ ਸਤਿਕਾਰ ਜਿਹੜਾ ਹੈ, ਔਰਤ ਨੂੰ ਆਗਿਆ ਕੀਤੀ ਵੀ ਪਤੀ ਦਾ ਸਤਿਕਾਰ ਕਰ। ਪਤੀ ਨੂੰ ਅਧਿਕਾਰ ਨਹੀਂ ਦਿੱਤਾ ਵੀ ਨਿਰਾਦਰ ਕਰ ਔਰਤ ਦਾ, ਪਰ ਇਹ ਪਰਮਾਰਥ ਹੈ। ਉਹਦਾ ਸਬੂਤ ਹੈ ਜਿਉਂਦਾ ਜਾਗਦਾ। ਪੂਰਬ ਬਿਦ ਤੇ ਮਨ ਸਤਰੂਪ, ਨਰ ਤ੍ਰੈ ਉਪਜੇ ਗੁਣਨ ਅਨੂਪ। ਕਹਿੰਦੇ ਉਸ ਵੇਲੇ ਮਾਨਸ ਪੁੱਤਰ ਪੈਦਾ ਕੀਤਾ, ਇਹ ਤਾਂ ਬਣਿਆ ਸੰਕਲਪ ਨਾਲ। 33,000 ਦੇਵਤੇ ਸੰਕਲਪ ਨਾਲ ਪੈਦਾ ਕੀਤੇ, ਪਰ ਮਨੁੱਖ ਜਾਤੀ ਜਿਹੜੀ ਹੈ, ਜਿੱਥੋਂ ਸਾਨੂੰ ਮਨੁੱਖ ਕਹਿਣ ਲੱਗੇ ਨੇ, ਸਾਡਾ ਮੁੱਢ ਹੈ ਜਿਹੜਾ ਆਦਿ ਕਾਲ ਦਾ ਮਨੁੱਖ, ਉਹ ਮਨ ਰਾਜ ਹੈ। ਤੇ ਉਹ ਮਨੂ ਤੇ ਮਨੁੱਖ ਬਣਿਆ, ਮਨੁੱਖ ਜਾਤੀ ਜਣੀ ਹੈ। ਤੇ ਫਿਰ ਪਰਮੇਸ਼ਰ ਨੇ ਆਗਿਆ ਕੀਤੀ ਤੇ ਇਹ ਬਣਾ ਦਿੱਤਾ, ਬੰਦੇ ਦੀ ਸ਼ਕਲ ਬਣਾਤੀ। ਇਹ ਹੁਣ ਮੈਥਨ ਸ੍ਰਿਸ਼ਟੀ ਪੈਦਾ ਕਰਨੀ ਸੀ, ਇਹਦੇ ਚ ਸਾਰੇ ਬਾਕੀ ਦੇ ਗੁਣ ਭਰ ਦਿੱਤੇ। ਤਾਂ ਹੁਣ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਸੰਸਾਰ ਬਣੂਗਾ ਕਿੱਥੋਂ? ਬੰਦਾ ਇਕੱਲਾ ਤਾਂ ਬਣਾ ਹੀ ਨਹੀਂ ਸਕਦਾ। ਫਿਰ ਬ੍ਰਹਮਾ ਨੇ ਇਹ ਲਿਖਿਆ ਗ੍ਰੰਥਾਂ 'ਚ ਕਿ ਉਹਦੇ ਖੱਬੇ ਪਾਸੇ ਤੋਂ ਆਪਣੀ ਸ਼ਕਤੀ ਨਾਲ ਮਨੁੱਖ ਦੇ ਖੱਬੇ ਪਾਸੇ ਤੋਂ ਉਹਦੇ ਇੱਕ ਦੇ 2 ਹਿੱਸੇ ਕਰ ਦਿੱਤੇ। ਕਹਿੰਦੇ ਲੈ ਤੇਰੇ ਇੱਕ ਦੇ 2 ਹਿੱਸੇ ਕਰ ਦਿੱਤੇ। ਖੱਬੇ ਪਾਸੇ ਤੋਂ ਔਰਤ ਦਾ ਨਿਰਵਾਣ ਕਰ ਦਿੱਤਾ, ਉਹਦਾ ਨਾਮ ਰੱਖਿਆ ਸਤਰੂਪਾ, ਗੁਣਾਂ ਦੀ ਭਰਪੂਰ ਔਰਤ ਖੱਬੇ ਪਾਸੇ ਤੋਂ ਪੈਦਾ ਕੀਤੀ। ਹੁਣ ਇਸ ਕਰਕੇ ਗੁਰਬਾਣੀ ਦੇ ਵਿੱਚ ਆਏਗਾ ਅਰਧ ਸਰੀਰੀ ਨਾਰ ਨਾ ਛੋਟੇ। ਅਰਧ ਸਰੀਰ ਕਿਵੇਂ ਹੈ? ਇਹ ਪੁਰਸ਼ ਦਾ ਅੱਧਾ ਹਿੱਸਾ ਚੀਰ ਕੇ ਬਣਾਈ ਗਈ ਹੈ, ਬ੍ਰਹਮਾ ਨੇ ਕਾਰੀਗਰੀ ਕੀਤੀ ਹੈ। ਜਦੋਂ ਘੁਮਿਆਰ ਭਾਂਡੇ ਕੱਢਦਾ ਹੈ, ਕੱਚੇ ਭਾਂਡੇ ਹੁੰਦੇ ਨੇ, ਉਹ ਇੱਕ ਜਿਹੜਾ ਉਹਦੇ ਮਿੱਟੀ ਦਾ ਢੇਲਾ ਹੱਥ ਦੇ ਵਿੱਚ ਹੈ ਤੇ ਉਹਦੇ ਵਿੱਚੋਂ ਹੀ 2 ਰੂਪ ਬਣਾ ਸਕਦਾ ਹੈ। ਉਹਦੇ ਚੋਂ ਘੜਾ ਬਣਾ ਸਕਦਾ ਹੈ, ਉਹਦੇ ਚੋਂ ਕੁੱਜੀ ਬਣਾ ਸਕਦਾ। ਮਿੱਟੀ ਉਹਦੇ ਹੱਥ 'ਚ, ਬ੍ਰਹਮਾ ਦੇ ਹੱਥ 'ਚ ਮਿੱਟੀ ਸੀ, ਉਹਨੇ ਇੱਕ ਔਰਤ ਦਾ ਰੂਪ ਬਣਾਤਾ, ਇੱਕ ਮਰਦ ਦਾ ਰੂਪ ਬਣਾ ਦਿੱਤਾ। ਦੋਨਾਂ ਦੇ ਵਿੱਚ ਖਿੱਚ ਪੈਦਾ ਜਿਹੜੀ ਹੈ ਤਾਂ ਹੈ। ਔਰਤ ਦੇ ਵਿੱਚ ਮਰਦ ਦੀ ਖਿੱਚ ਰਹੇਗੀ, ਮਰਦ ਦੇ ਵਿੱਚ ਔਰਤ ਦੀ ਖਿੱਚ ਰਹੇਗੀ। ਉਹਨਾਂ 'ਚ ਬਾਸ਼ਨਾ ਰੱਖਤੀ ਦੋਨਾਂ ਦੇ ਹਿਰਦੇ ਦੇ ਵਿੱਚ। ਉਹ ਰੱਖਣ ਕਰਕੇ ਫਿਰ ਕੀ ਹੋਇਆ? ਹੁਣ ਕਸ਼ਿਸ਼ ਪੈਦਾ ਹੋ ਗਈ, ਉਹਨਾਂ ਦਾ ਵਿਆਹ ਕਰ ਦਿੱਤਾ। ਵਿਆਹ ਕਰਨ ਤੋਂ ਬਾਅਦ ਇੱਕ ਦੂਜੇ ਦਾ ਸਾਸੀ ਸੰਬੰਧ ਹੋਣ ਤੇ ਮੈਥਨ ਸ੍ਰਿਸ਼ਟੀ ਪੈਦਾ ਹੋ ਗਈ। ਉਹਨਾਂ ਦੀ ਸੰਤਾਨ ਹੋ ਗਈ, ਉਹਨਾਂ ਦੀ ਅੱਗੇ ਐ ਮਨੁੱਖ ਜਾਤੀ ਦਾ ਨਿਰਮਾਣ ਹੋਇਆ। ਵੀ ਮਹਾਰਾਜ ਕਈਆਂ ਨੇ ਇਹ ਕਿਹਾ ਕਿ ਮਨ ਤੇ ਸਤਰੂਪਾ ਤੋਂ ਸੰਸਾਰ ਬਣਿਆ, ਇਹ ਕਾਰਨ ਸੰਸਾਰ ਦੇ। ਤੇ ਮੁਸਲਮਾਨ ਕਹਿੰਦੇ ਨਹੀਂ, ਬਾਬਾ ਆਦਮ ਤੇ ਅੰਮਾ ਹਵਾ ਤੋਂ ਪੈਦਾ ਹੋਇਆ। ਅਸਲ ਦੇ ਵਿੱਚ ਮਨ ਰਾਜ ਇਹਨੂੰ ਇਹ ਜਿਹੜਾ ਸੀ ਪੁਰਸ਼, ਇਹਨੂੰ ਬਾਬਾ ਆਦਮ ਕਿਹਾ ਜਾਂਦਾ ਹੈ, ਤੇ ਜਿਹੜੀ ਔਰਤ ਸੀ ਇਹਨੂੰ ਅੰਮਾ ਹਵਾ ਕਿਹਾ ਜਾਂਦਾ। ਨਾਮਾਂ ਦਾ ਹੀ ਫਰਕ ਹੈ। ਇਹ ਮਹਾਰਾਜ ਕਾਰਨ ਮੰਨਦੇ ਆ। ਪਰ ਮਹਾਰਾਜ ਕਹਿੰਦੇ ਭਾਈ ਬ੍ਰਹਮਾ ਨੇ ਜੇ ਸ੍ਰਿਸ਼ਟੀ ਸਾਜੀ ਹੈ, ਪਰ ਕਰਤਾ ਪੁਰਖ ਹੀ ਕਾਰਨ ਹੈ। ਸਾਰੇ ਕਾਰਨ ਤਾਂ ਕਰਤਾ ਪੁਰਖ ਵਾਹਿਗੁਰੂ ਨੇ ਆਪਣੇ ਅਧੀਨੇ ਰੱਖੇ ਨੇ। ਬ੍ਰਹਮਾ ਆਪਣੀ ਮਰਜ਼ੀ ਨਾਲ ਨਹੀਂ ਸੀ ਕਰ ਸਕਦਾ। ਅਕਾਲ ਪੁਰਖ ਦਾ ਹੁਕਮ ਲੈ ਕੇ ਐਸਾ ਕੀਤਾ ਹੈ। ਗੁਰਮੁਖ ਬੂਝੈ ਕੋਇ, ਪਰ ਕੋਈ ਗੁਰਮੁਖ ਹੈ ਜਿਹੜਾ ਇਸ ਗੱਲ ਨੂੰ ਬੂਝੇ ਸਮਝਦਾ ਹੈ। ਗੁਰਮੁਖ ਸਮਝੂਗਾ
ਜਿਹੜਾ ਮਨੁੱਖ ਉਹ ਤਾਂ ਕਿੰਤੂ ਕਰੂਗਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਜੇ। ਮਹੱਲਾ ਤੀਜਾ। ਅੱਗੇ ਮਹੱਲਾ ਤੀਜਾ ਮਹਾਰਾਜ ਫਰਮਾਨ ਕਰਦੇ ਹਨ ਜੀ, ਨਾਨਕ ਹਰਿ ਨਾਮ ਜਿਨੀ ਆਰਾਧਿਆ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਨੇ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਦੀ ਭਾਵਨਾ ਦੇ ਨਾਲ ਯਾਦ ਕੀਤਾ। ਆਰਾਧਿਆ ਨਾਮ ਯਾਦ ਕਰਨ ਦਾ ਹੈ। ਅਨੰਦਨ ਹਰ ਲਿਵਤਾਰ। ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ, ਜਿਹੜਾ ਹਰ ਹੈ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਉਹਦਾ ਨਾਮ ਅਨ ਦਿਨ। ਅਨ ਤੇ ਦਿਨ, ਦਿਨ ਦਿਵਸ ਨੂੰ ਕਹਿੰਦੇ, ਅਨ ਰਾਤ ਦਾ ਨਾਮ ਹੈ। ਉਹ ਰਾਤ ਦਿਨ ਫਿਰ ਕੀ ਕਰਦਾ? ਲਿਵ ਤਾਰ। ਤਾਰ ਇੱਕ ਰਸ ਦਾ ਨਾਮ ਹੈ। ਤੇਲ ਧਾਰਾਵਤ, ਲਿਵ ਉਹਨਾਂ ਦੀ ਬਿਰਤੀ ਲੱਗੀ ਰਹਿੰਦੀ ਹੈ। ਕਿਉਂਕਿ ਜਿਹੜਾ ਤੇਲ ਹੈ, ਜਦੋਂ ਇਹਦੀ ਧਾਰ ਇਸ ਤਰ੍ਹਾਂ ਤੁਸੀਂ ਤੇਲ ਦਾ ਬਰਤਨ ਲੈ ਕੇ ਨਾ ਐ ਤੇਲ ਦੀ ਧਾਰਾ ਆਊਗੀ, ਉਹ ਤੇਲ ਦੀ ਧਾਰਾ ਜਿਹੜੀ ਹੈ ਉਹ ਟੁੱਟਦੀ ਨਹੀਂ ਹੁੰਦੀ, ਟੁੱਟਦੀ ਨਹੀਂ ਹੁੰਦੀ। ਇਸ ਕਰਕੇ ਤਾਂ ਉਹਦਾ ਪਾਣੀ ਦੀ ਧਾਰਾ ਕਰੋ, ਪਾਣੀ ਦੀ ਧਾਰਾ ਟੁੱਟਦੀ ਹੈ। ਤੇਲ ਧਾਰਾ ਵਾਂਗੂ ਲਿਵ ਤਾਰ, ਉੱਥੇ ਫਿਰ ਤੇਲ ਧਾਰਾ ਵਾਂਗੂ ਜਿਹੜੀ ਇੱਕ ਰਸ ਬਿਰਤੀ ਜਿਹੜੀ ਟੁੱਟੇ ਨਾ। ਜਿਵੇਂ ਇੱਕ ਰਸ ਨੀਂਦ 'ਚ ਲੱਗ ਜਾਂਦੀ ਹੈ, ਐਂ ਭਾਈ ਇੱਕ ਰਸ ਬਿਰਤੀ ਜਿਹੜੀ ਹੈ ਨਾਮ 'ਚ ਲੱਗ ਜਾਂਦੀ ਹੈ, ਉਹ ਟੁੱਟਦੀ ਨਹੀਂ ਨਾਮ ਦੇ ਵਿੱਚੋਂ। ਸਾਧ ਸੰਗਤ ਜੀ, ਸਿਰ ਤੇ ਖੜਾ ਹੋਵੇ ਜਲਾਦ ਵੀ ਤੇਰਾ ਸਿਰ ਵੱਢਣਾ, ਮੈਨੂੰ ਦੱਸੋ ਵੀ ਨੀਂਦ ਆ ਜਾਊਗੀ ਉਹਨੂੰ? ਕਈਆਂ ਨੂੰ ਘਬਰਾਹਟ ਹੋ ਜਾਵੇ, ਸੰਬੰਧੀ ਮਰ ਜਾਂਦੇ ਆ ਥੋੜੇ ਚਿਰ ਹੋ ਗਿਆ ਜਵਾਨ ਪੁੱਤ ਮਰ ਗਿਆ, ਬਾਪ ਕਰ ਲਾਉਂਦਾ ਤੇ ਫੋਨ ਤੇ ਗੱਲ ਕੀਤੀ, ਮੈਂ ਭਾਈ ਉਹ ਤਾਂ ਐਸੀ ਮੌਤ ਦੇ ਵਿੱਚ ਹਿੰਮਤ ਨਹੀਂ ਪੈਂਦੀ ਭਾਣਾ ਮੰਨਣ ਦੀ ਗੱਲ ਕਹਿਣ, ਪਰ ਗੁਰਮਤਿ ਹੈ ਕਹਿਣਾ ਪਊਗਾ। ਉਹ ਨਾ ਜਿਵੇਂ ਸਾਰੀ ਰਾਤ ਕਿਤੇ ਰੋਂਦਾ ਹੀ ਰਿਹਾ ਹੋਣਾ, ਨੀਂਦ ਉਹ ਗੱਲ ਵੀ ਨਾ ਐਂ ਕਰੇ ਆਉਂਦਾ। ਕਾਰਨ ਕੀ ਹੈ? ਵੀ ਨੀਂਦ ਨਹੀਂ ਆਈ, ਸਾਰੀ ਰਾਤ ਪੁੱਤ ਮਰ ਗਿਆ। ਇਹ ਨੀਂਦ ਤਾਂ ਆਉਂਦੀ ਹੈ, ਧਰਮਰਾਜ ਨੇ, ਇਹ ਧਰਮਰਾਜ ਦੀ ਪੁੱਤਰੀ ਹੈ, ਖਾਲਸਾ ਇਹਨੂੰ ਧਰਮਰਾਜ ਦੀ ਪੁੱਤਰੀ ਕਹਿੰਦਾ ਹੈ। ਇਹ ਬਾਪ ਦਾ ਪੱਖ ਲੈਂਦੀ ਹੈ। ਧਰਮਰਾਜ ਨੇ ਕਿਹਾ ਜਦੋਂ ਕੋਈ ਚੰਗਾ ਕੰਮ ਕਰੂ ਤੂੰ ਪਹੁੰਚ ਜਾ ਕਰ, ਬਾਣੀ ਪੜੂ ਚਾਹੇ ਸਿੱਖ ਵੀ ਨੂੰ ਤੂੰ ਦੁਆਲੇ ਹੋ ਜਾ, ਨਹੀਂ ਸਿੱਖ ਇਹ ਮੇਰੇ ਜੋਗੇ ਨਹੀਂ ਰਹਿੰਦੇ। ਉਹ ਕਹਿੰਦੀ ਫਿਕਰ ਨਾ ਕਰ, ਪੋਥੀਆਂ ਪੜ੍ਹਦਿਆਂ ਤੇ ਵੀ ਜਾਊਂ, ਬਾਣੀ ਪੜ੍ਹਦਿਆਂ ਤੇ ਜਾਊਂ, ਹੱਥਾਂ 'ਚ ਗੁਟਕੇ ਸਿਟਾ ਦੂੰ। ਲੈ ਕਈਆਂ ਦੇ ਹੱਥਾਂ 'ਚ ਗੁਟਕੇ ਸਿਟਾ ਦਿੰਦੀਆਂ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਾਬੇ ਰੌਲ ਲਾਉਂਦੇ ਸੌਂ ਜਾਂਦੇ ਆ। ਧਰਮਰਾਜ ਦੀ ਪੁੱਤਰੀ ਆ ਗਈ, ਪੁੰਨ ਕਰਮ ਦੇ ਥਾਂ ਤੇ ਪਾਪ ਕਰਾ ਦਿੱਤਾ। ਡਰਦੇ ਰਹੋ ਪਰਮਾਤਮਾ ਤੋਂ, ਪੁੰਨ ਦੇ ਥਾਂ ਤੇ ਪਾਪ ਨਾ ਹੋਵੇ। ਉਹਨਾਂ ਦੀ ਲਿਵ ਤਾਰ, ਜਿਹਨਾਂ ਦੀ ਲਿਵ ਲੱਗ ਗਈ ਭਾਈ, ਉਹਨਾਂ ਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਦੇ 'ਚ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਏ ਕੋ ਗੁਰਮੁਖ ਦੀ ਲਿਵ ਲੱਗ ਗਈ, ਵਾਹਿਗੁਰੂ ਕਿਰਪਾ ਕਰੇ। ਬਾਹਰਲੇ ਮੁਲਕ 'ਚ ਰਹਿੰਦਾ ਹੈ, ਸਾਰੀ ਵਾਰਤਾ ਉਹਦੀ ਉਹ ਬਿਰਸ਼ਾਂ ਦੇ ਵਿੱਚ ਖੜ ਕੇ ਨਾ, ਬਿਰਸ਼ਾਂ ਦੇ ਵਿੱਚੋਂ ਐਨ ਅਨੁਭਵ ਹੋਣ ਲੱਗ ਗਿਆ ਵੀ ਬਿਰਸ਼ ਮੈਨੂੰ ਕਹਿੰਦੇ ਖੜ ਜਾ, ਇੱਥੇ ਖੜ ਕੇ ਬਾਣੀ ਪੜ੍ਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦਾ ਜਦ ਮੈਂ ਤੁਰਾਂ ਮੈਨੂੰ ਲੱਗੇ ਵੀ ਬਿਰਸ਼ ਕਹਿੰਦੇ ਤੁਰਨਾ ਸਾਨੂੰ ਸੁਣਾਈ ਚੱਲ। ਇਹ ਅਵਸਥਾ ਹੀ ਹੈ ਬਿਰਸ਼ ਦਾ ਜੜਨ, ਪਰ ਚੇਤਨ ਹੈ ਉਹਨਾਂ ਦੇ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਤੇਲ ਧਾਰਾ ਵਾਂਗੂ ਲਿਵ ਲੱਗ ਜਾਂਦੀ ਹੈ ਉਹਨਾਂ ਦੇ। ਮਾਇਆ ਬੰਦੀ ਖਸਮ ਕੀ। ਫਿਰ ਮਾਇਆ ਖਸਮ ਮਾਲਕ ਦੀ ਬੰਨੀ ਹੋਈ, ਨੈੜੀ ਹੋਈ, ਤੇ ਉਹਨਾਂ ਨੂੰ ਬੰਨ੍ਹਦਾ ਰੱਬ ਦਾ ਪਿਆਰਾ ਵੀ ਤੂੰ, ਜਿਹੜੇ ਨਾਮ ਜਪਣ ਵਾਲੇ ਬੰਨ੍ਹ ਲੈਂਦੇ ਨੇ ਮਾਇਆ ਨੂੰ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਮਾਇਆ ਨੂੰ ਹੁਕਮ ਕਰ ਦਿੱਤਾ ਹੈ, ਤੂੰ ਸੰਤਾਂ ਭਗਤਾਂ ਦਾ ਵੀ ਖਿਆਲ ਰੱਖਿਆ ਕਰ, ਐਵੇਂ ਨਾ ਸ਼ਾਹੂਕਾਰਾਂ ਦੀ ਤੁਰੀ ਫਿਰ ਦਿਆ ਕਰ। ਕਿਤੇ ਸੰਤਾਂ ਭਗਤਾਂ ਕੋਲ ਵੀ ਜਾ। ਲక్ష్ਮੀ ਨੂੰ ਕਹਿ ਦਿੱਤਾ ਇੱਕ ਵਾਰੀ ਭਗਵਾਨ ਨੇ, ਜਾ ਉੱਥੇ ਮੇਰੇ ਸੰਤਾਂ ਕੋਲ ਵੀ ਜਾ। ਕਹਿੰਦੀ ਮੈਂ ਕੀ ਕਰਾਂ, ਉਹ ਅੰਗੀਕਾਰ ਨਹੀਂ ਕਰਦੇ। ਤੇ ਇੱਕ ਦਿਨ ਭਗਵਾਨ ਜੀ ਬਲਾਸ ਕਰਦੇ ਹੋਏ ਲక్ష్ਮੀ ਨੂੰ ਕਹਿੰਦੇ ਤੇਰੇ ਇੱਥੇ ਦੇ ਮੱਥੇ ਦੇ ਵਾਲ ਕਿਉਂ ਘਸ ਗਏ? ਕਹਿੰਦੇ ਜੀ ਸੰਤਾਂ ਦੇ ਚਰਨਾਂ 'ਚ ਰਾ ਕੇ ਮੱਥਾ ਰਗੜਦੀਆਂ ਤਾਂ ਵਾਲ ਘਸ ਗਏ, ਇੱਥੋਂ ਤਾਂ ਨਿਸ਼ਾਨ ਪੈ ਗਿਆ। ਕਹਿੰਦੇ ਤੇਰੇ ਪਿੱਛੇ ਦੇ ਵਾਲ ਵੀ ਜਿਹੜੇ ਪੁੱਟੇ ਹੋਏ ਨੇ? ਕਹਿੰਦੀ ਹਾਂ ਜੀ। ਕਹਿੰਦੀ ਇਹ ਸ਼ਾਹੂਕਾਰਾਂ ਨੇ ਪੱਟ ਤੇ। ਸੰਤਾਂ ਦੇ ਜਾਨੀਆਂ ਕਹਿੰਦੀ ਉਹ ਅੰਗੀਕਾਰ ਨਹੀਂ ਕਰਦੇ, ਮੱਥਾ ਰਗੜਦੀਆਂ ਤਾਂ ਮੱਥੇ ਦੇ ਵਾਲ ਘਸ ਗਏ। ਕਹਿੰਦੀ ਜਿਹੜੇ ਦੂਸਰੇ ਨੇ ਕਹਿੰਦੇ ਉਹ ਮੈਨੂੰ ਜੁੰਡਿਆਂ ਤੇ ਫੜਦੇ, ਮੈਂ ਨੱਠਦੀਆਂ ਮੂਹਰੇ ਵਾਲ ਪੱਟੇ ਜਾਂਦੇ ਨੇ, ਕਹਿੰਦੇ ਉਹ ਮੇਰੇ ਵਾਲ ਇਉਂ ਪੱਟਦੇ ਆ। ਇਹ ਸਮਝਾਉਣ ਵਾਸਤੇ ਗੱਲਾਂ। ਮਾਇਆ ਬੰਨੀ ਹੋਈ ਖਸਮ ਦੀ ਕਿ ਸਾਡੇ ਸੰਤਾਂ ਭਗਤਾਂ ਦੇ ਤੂੰ ਜਾ ਕੇ ਕਾਰ ਕਰਵਾਇਆ ਕਰ, ਜਿਨ ਅੱਗੇ ਕਮਾਵੇ ਕਾਰ। ਇਹ ਮਾਇਆ ਉਹਨਾਂ ਗੁਰਮੁਖਾਂ ਦੀ ਅੱਗੇ ਜਾ ਕੇ ਚਰਨੀ ਪੈ ਕੇ ਕਾਰ ਕਮਾਉਂਦੀ ਹੈ, ਕੰਮ ਕਰਦੀ ਹੈ। ਉਹ ਗੁਰਮੁਖ ਜਨਾਂ ਨੂੰ ਅੱਗੇ ਰਿੱਧੀਆਂ ਸਿੱਧੀਆਂ ਰੂਪ ਹੋ ਕੇ, ਰਿੱਧੀਆਂ ਸਿੱਧੀਆਂ ਮਿਲੀਆਂ ਕਾਰ ਕਮਾਉਂਦੀ ਹੈ। ਤੇ ਉਹਨਾਂ ਨੂੰ ਮਾਇਆ ਕੀ ਕਹਿੰਦੀ ਹੈ? ਤੀਸਰੇ ਪਾਤਸ਼ਾਹ ਦੀ ਬਚਨ ਹੈ ਗੌੜੀ ਰਾਗ 'ਚ, ਕੀ ਕਹਿੰਦੇ ਹੈ?
ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਉਹ ਮਹਾਂਪੁਰਖਾਂ ਦੇ ਮਾਇਆ ਕਹਿਣ ਲੱਗੀ, ਜੇ ਤੁਸੀਂ ਮੈਨੂੰ ਆਗਿਆ ਕਰੋ, ਤੁਹਾਡੇ ਚਰਨੀ ਮੈਂ ਲੱਗਾ, ਜੋ ਤੂੰ ਕਹੇ ਸੋ ਕਾਰ ਕਮਾਵਾਂ। ਐ ਗੁਰਮੁਖ ਮਹਾਂਪੁਰਸ਼ੋ, ਜੇ ਤੁਸੀਂ ਕਹੋ ਮੈਂ ਉਹੀ ਕੰਮ ਕਰਾਵਾਂ। ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਆ ਕੇ ਫਿਰ ਇਹ ਮਾਇਆ ਬੰਦੀ ਖਸਮ ਕੀ। ਤਿੰਨ ਅੱਗੇ ਬੋਲਦੇ ਹੋ ਜੀ। ਤਿੰਨ ਅੱਗੇ ਕਮਾਵੇ ਕਾਰ। ਉਹਨਾਂ ਦੇ ਅੱਗੇ ਫਿਰ ਕੰਮ ਕਰਨ ਲੱਗ ਜਾਂਦੀ ਹੈ। ਕਿਸ ਤਰ੍ਹਾਂ ਇੱਕ ਮਹਾਂਪੁਰਸ਼ ਸੀ, ਉਹਨਾਂ ਦੇ ਕੋਲ ਬੀਬੀ ਦਾ ਰੂਪ ਧਾਰਨ ਕਰਕੇ ਲక్ష్ਮੀ ਆ ਗਈ। ਜਿਵੇਂ ਕਬੀਰ ਸਾਹਿਬ ਕੋਲ ਆਈ ਸੀ, ਜਦੋਂ ਸ਼ਬਦ ਹੁੰਦਾ ਨਾਕੋਂ ਕਾਟੀ ਕੰਨੋਂ ਕਾਟੀ। ਮਹਾਂਪੁਰਸ਼ ਕਹਿੰਦੇ ਬੀਬੀ ਕਿਵੇਂ ਆਈਆਂ? ਕਹਿੰਦੀ ਜੀ ਮੈਂ ਸੇਵਾ ਵਿੱਚ ਹਾਜ਼ਰ ਹੋਈ ਹਾਂ, ਮੈਂ ਲక్ష్ਮੀ ਹਾਂ। ਲੋਕ ਦੇਖ ਲੈਣਗੇ ਇਸ ਕਰਕੇ ਮੈਂ ਸ਼ਕਲ ਬਦਲੀ ਹੈ, ਔਰਤ ਦੇ ਲਈ। ਕਹਿੰਦੇ ਮੇਰੇ ਕੋਲ ਕਾਹਦੇ ਲਈ ਆ ਗਈ ਤੂੰ? ਉੱਥੇ ਜਾ, ਜਿਹੜੇ ਤੈਨੂੰ ਜੋਤਾਂ ਲਾ ਲਾ ਕੇ ਤੇ ਤੈਨੂੰ ਪੂਜਾ ਕਰਦੇ, ਟੱਲੀਆਂ ਖੜਕਾ ਖੜਕਾ ਕੇ ਮਾਇਆ ਆ ਜਾਵੇ। ਉੱਥੇ ਆ, ਦੀਵਾਲੀ ਦੀ ਰਾਤ ਨੂੰ ਤੇਰੀ ਪੂਜਾ ਕਰਦੇ ਆ, ਬੂਹੇ ਖੋਲ ਦਿੰਦੇ ਨੇ, ਮੂਹਰੇ ਪਾਣੀ ਛਿੜਕਦੇ ਆ ਵੀ ਲక్ష్ਮੀ ਸਾਡੇ ਘਰੇ ਆ ਜਾਵੇ, ਤੂੰ ਉੱਥੇ ਨਹੀਂ ਜਾਂਦੀ? ਕਹਿੰਦੀ ਨਹੀਂ ਮਹਾਰਾਜ, ਮੈਨੂੰ ਤਾਂ ਹੁਕਮ ਤੁਹਾਡੀ ਸੇਵਾ ਕਰਨ ਦਾ ਹੈ। ਕਹਿੰਦੇ ਮੈਨੂੰ ਤਾਂ ਲੋੜ ਨਹੀਂ। ਕਹਿੰਦੇ ਨਹੀਂ ਮਹਾਰਾਜ, ਜ਼ਰੂਰ ਸੇਵਾ ਬਖਸ਼ੋ। ਕਹਿੰਦੇ ਕਰੇਂਗੀ ਸੇਵਾ? ਕਹਿੰਦੀ ਹਾਂ ਕਰੂੰਗੀ। ਮਹਾਂਪੁਰਖ ਕਹਿੰਦੇ ਆ ਪੱਥਰ ਦੀ ਸਿਲਾ ਪਈ ਆ, ਸਿਰ ਤੇ ਚੱਕ ਲੈ, ਇਹਦੇ ਤੇ ਮੈਂ ਬਹਿਣਾ ਹੁੰਦਾ, ਜਿੱਥੇ ਜਾਇਆ ਕਰੂੰਗਾ ਮੇਰੇ ਹੇਠਾਂ ਵਿਛਾ ਦਿਆ ਕਰੂੰਗਾ, ਇਹ ਤੈਨੂੰ ਸੇਵਾ ਦੇਤੀ। ਉਹ ਸਿਲਾ ਪੱਥਰ ਦੀ ਚੁੱਕੀ ਫਿਰੇ, ਬਹੁਤ ਤੰਗ, 12 ਸਾਲ ਨਾ ਛੱਡੀ, 12 ਸਾਲ ਸਿਲਾ ਚੁਕਾ ਫਿਰੀ। ਇੱਕ ਦਿਨ ਸ਼ਾਹੂਕਾਰ ਆਇਆ ਮੱਥਾ ਟੇਕਣ, ਉਹਨੂੰ ਹੱਥ ਬੰਨੇ, ਕਹਿੰਦੀ ਛਡਾ ਲੈ ਸੰਤਾਂ ਦੇ ਕੋਲੋਂ, ਖੇੜਾ ਮੇਰਾ 12 ਸਾਲ ਹੋ ਗਏ ਸਿਲਾ ਚੱਕੀ ਫਿਰਦੀ ਐ। ਸਮਝਾਉਣ ਵਾਸਤੇ ਹੁੰਦੀਆਂ ਨੇ ਕਹਾਣੀਆਂ। ਉਹ ਕਹਿੰਦਾ ਮਹਾਰਾਜ ਨੂੰ ਬੀਬੀ ਨੂੰ ਤੰਗ ਕਰਦੇ ਹੋ, ਸਿਲਾ ਸਿਰ ਤੇ ਰੱਖਿਆ। ਕਹਿੰਦੇ ਮੈਂ ਤਾਂ ਇਹਨੂੰ ਕਿਹਾ ਹੀ ਨਹੀਂ। ਕਹਿੰਦੇ ਇਹੀ ਕਹਿੰਦੀ ਹੈ ਸੇਵਾ ਜ਼ਰੂਰ ਕਰਨੀ ਹੈ, ਹੋਰ ਮੈਂ ਸੇਵਾ ਕੀ ਕਰਾਵਾਂ? ਗਾਵਾਂ ਮੱਝਾਂ ਤਾਂ ਰੱਖੀਆਂ ਨਹੀਂ, ਜਿਹੜਾ ਇਹਨੂੰ ਕਹਾਂ ਵੀ ਇਹਨਾਂ ਦੇ ਪੱਠੇ ਪਾ ਦੇ, ਦੁੱਧ ਚੋਲਾ ਜਾਂ ਰੋਟੀ ਪਕਾ ਦੇ, ਮੈਂ ਤਾਂ ਤਿਆਗੀ ਬੰਦਾ। ਉਹ ਕਹਿੰਦਾ ਮਹਾਰਾਜ ਵੀ ਤੁਸੀਂ ਜੇ ਆਗਿਆ ਕਰੋ ਤਾਂ ਫਿਰ ਮੈਂ ਕੋਈ ਨੌਕਰ ਰੱਖ ਦੇਣਾ ਇੱਥੇ, ਪਰ ਇਹਨੂੰ ਛੱਡ ਦਿਓ। ਕਹਿੰਦੇ ਨੇ ਮੈਨੂੰ ਨੌਕਰ ਦੀ ਵੀ ਲੋੜ ਨਹੀਂ, ਲੈ ਜਾ ਇਹਨੂੰ। ਤੇ ਇਉਂ ਫਿਰ ਸਾਧ ਜੀ ਉਹ ਗੁਰਮੁਖਾਂ ਨੂੰ ਕਹਿੰਦੀ ਹੈ, ਜੋ ਤੂੰ ਕਹੇ ਮੈਂ ਉਹ ਕੰਮ ਕਰਾਵਾਂ। ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੇ, ਚਰਨੀ ਲਾਗਾ ਤਾਂ ਮਹਿਲ ਪਾਵੇ। ਉਹ ਅੰਗੀਕਾਰ ਨਹੀਂ ਕਰਦੇ ਹਨ। ਪੂਰਾ ਕਰ ਛੋੜਿਆ। ਉਹਨਾਂ ਗੁਰਮੁਖਾਂ ਨੂੰ ਪੂਰਨ ਸਤਿਗੁਰਾਂ ਨੇ ਕਿਰਪਾ ਕਰਕੇ ਪੂਰਨ ਗਿਆਨ, ਅਪਰੋਕਸ਼ ਗਿਆਨ ਵਾਲੇ ਕਰ ਦਿੱਤਾ ਹੈ। ਉਹਨੂੰ ਗਿਆਨਵਾਨ ਬਣਾ ਦਿੱਤਾ ਹੈ। ਹੁਕਮ ਸਵਾਰਨਹਾਰ। ਉਹ ਗੁਰਮੁਖ ਜਨ ਆਪ ਹੁਕਮ ਵਿੱਚ ਚੱਲ ਕੇ, ਵਾਹਿਗੁਰੂ ਦੇ ਹੁਕਮ ਵਿੱਚ ਪਹਿਲਾਂ ਤਾਂ ਆਪ ਚੱਲਦੇ ਹਨ, ਫਿਰ ਹੋਰਨਾਂ ਨੂੰ ਉਹਨਾਂ ਦੇ ਜੀਵਨ ਸਵਾਰਨਹਾਰ ਬਣ ਜਾਂਦੇ ਨੇ। ਉਹਨਾਂ ਦੇ ਜੀਵਨ ਸਵਾਰਦੇ ਆ। ਸਵਾਰਨ ਵਾਲੇ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਸਤਿਗੁਰਾਂ ਨੇ ਗੁਰਮੁਖਾਂ ਦੇ ਹਿਰਦੇ 'ਚ ਪੂਰਨ ਬ੍ਰਹਮ ਗਿਆਨ ਪੈਦਾ ਕਰਕੇ ਉਹਨਾਂ ਨੂੰ ਸਾਧ ਜੀ ਕਰ ਛੱਡਿਆ। ਇਹ ਬੋਲੀ ਹੈ ਪੰਜਾਬੀ, ਆਹ ਕੰਮ ਕਰ ਛੱਡ। ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਕੰਮ ਕਰਕੇ ਛੱਡ ਦੇ, ਐ ਨਹੀਂ ਹੁੰਦਾ। ਉਹ ਇੱਕ ਬੋਲੀ ਹੈ ਵੀ ਆਹ ਕੰਮ ਕਰ। ਉਹ ਇਸ ਪ੍ਰਕਾਰ ਦਾ ਸਾਹਸ ਹੀ ਪੂਰੇ ਨੇ ਕੀਤਾ ਹੈ। ਗੁਰ ਪ੍ਰਸਾਦੀ ਜਨ ਬੁੱਝਿਆ। ਗੁਰਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਬੁੱਝਿਆ, ਨਾਮ ਸਮਝਣ ਦਾ ਸਮਝ ਲਿਆ ਹੈ, ਐਸੇ ਜਿਹੜੇ ਗੁਰਮੁਖਾਂ ਤਿਨ ਪਾਇਆ ਮੋਖ ਦੁਆਰ। ਲੈ ਭਾਈ ਕਹਿੰਦੇ ਉਹਨਾਂ ਨੇ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ। ਇਹ ਮੁਕਤੀ ਦਾ ਦਰਵਾਜ਼ਾ ਹੈ ਜਿਹੜਾ ਬ੍ਰਹਮ ਗਿਆਨ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਮਨਮੁਖ ਹੁਕਮ ਨਾ ਜਾਣਨੀ। ਜਿਹੜੇ ਮਨਮੁਖ ਨੇ ਵਾਹਿਗੁਰੂ ਦੀ ਹੁਕਮ ਕੀ ਹੈ, ਰਜਾ ਨਾ ਜਾਣਨੀ, ਨਹੀਂ ਜਾਣਦੇ ਹਨ। ਉਹ ਹੁਕਮ ਨਹੀਂ ਮੰਨਦੇ, ਹੁਕਮ ਨਾ ਬੁੱਝੈ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ, ਇਸ ਤਰ੍ਹਾਂ ਦੇ ਹਨ। ਉਹ ਤਿਨ ਮਾਰੇ ਜਮ ਜੰਦਾਰ। ਤੇ ਉਹਨਾਂ ਦੇ ਸਾਧ ਸੰਗ ਜੀ ਉਹਨਾਂ ਨੂੰ ਜਮ ਜੰਦਾਰ ਡੰਡੇ ਮਾਰਨ ਵਾਲਾ ਹੈ। ਤੇ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਪ੍ਰਕਾਰ ਦੇ ਅੰਤਰ ਚਿੰਤਾ, ਨੀਂਦ ਨਾ ਸੋਵੈ, ਅੰਦਰ ਚਿੰਤਾ, ਨੀਂਦ ਹੀ ਨਹੀਂ ਆਉਂਦੀ, ਤੇ ਇਸ ਪ੍ਰਕਾਰ ਦੀ ਉਹਨਾਂ ਦੀ ਹਾਲਤ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਮ ਜੰਦਾਰ ਕਹਿੰਦੇ ਉਹਨਾਂ ਨੂੰ ਮਾਰਦੇ ਹਨ। ਗੁਰਮੁਖ ਜਿਨੀ ਅਰਾਧਿਆ। ਜਿਨ੍ਹਾਂ ਗੁਰਮੁਖਾਂ ਨੇ ਅਰਾਧਨ ਕੀਤਾ ਪਰਮੇਸ਼ਰ ਵਾਹਿਗੁਰੂ ਨੂੰ, ਤਿਨੀ ਤਰਿਆ ਭੌਜਲ ਸੰਸਾਰ। ਤਿਨੀ ਉਹਨਾਂ ਨੇ ਜੰਮਣ ਤੇ ਮਰਨ ਦਾ ਭੈ ਦੇਣ ਵਾਲਾ ਭੈਦਾਇਕ, ਇਹ ਭੈ ਰੂਪੀ ਪਾਣੀ ਦੇ ਨਾਲ ਭਰਿਆ ਹੋਇਆ ਜਿਹੜਾ ਭਉ ਜਲ ਦੇ ਅਰਥ ਹੀ ਨਹੀਂ, ਭਉ ਡਰ, ਜਲ ਪਾਣੀ, ਸਹਿਮ ਹੀ ਸਹਿਮ ਹੈ, ਡਰ ਹੀ ਡਰ ਹੈ। ਹੁਣ ਬੰਦਾ ਸੱਪ ਤੇ ਡਰਦਾ ਹੈ, ਸੱਪ ਬੰਦੇ ਤੇ ਡਰਦਾ, ਦੇਖੋ ਦੋਨਾਂ ਦੇ ਵਿੱਚ ਭੈ ਹੈ। ਤੇ ਇਸੇ ਤਰ੍ਹਾਂ ਸਾਰੇ ਜਾਨਵਰ ਇੱਕ ਦੂਜੇ ਤੋਂ ਡਰੀ ਜਾਂਦੇ। ਤੋ ਇੱਕ ਵਾਰੀ ਸਾਧ ਸਿੰਘ ਜੀ ਡੰਗਰ ਭਿੜਦੇ ਸੀ, ਤੇ ਇੱਕ ਡੰਗਰ ਨੇ ਦੂਜੇ ਨੂੰ ਮਾਰਿਆ, ਦੂਜੇ ਨੇ ਤੀਜੇ ਨੇ, ਉਹ ਤੋਂ ਡਰੇ, ਉਹ ਤੋਂ,
ਉਹ ਜਿਹੜਾ ਤੀਸਰਾ ਸੀ ਉਹ ਪਹਿਲਾ ਉਹ ਤੋਂ ਡਰੇ। ਉਹ ਖੜਾ ਦੇਖ ਰਿਹਾ ਸੀ। ਭਾਈ ਸਾਹਿਬ ਕਹਿੰਦੇ ਮੈਨੂੰ ਸਮਝ ਨਹੀਂ ਆਈ ਵੀ ਇਹਨਾਂ ਦੇ ਚ ਤਗੜਾ ਕੌਣ ਹੈ। ਇੱਕ ਦੂਜੇ ਦੇ ਸਾਰੇ ਡਰੀ ਜਾਂਦੇ ਆ। ਇਹ ਸਾਰਿਆਂ ਦੇ ਵਿੱਚ ਡਰ। ਇਹ ਤਾਂ ਇਹਨੂੰ ਭਵਜਲ ਕਿਹਾ ਹੈ। ਭੈਦਾਇਕ ਸੰਸਾਰ ਸਮੁੰਦਰ, ਜਿਹੜਾ ਤਰਿਆ ਨਹੀਂ ਜਾਂਦਾ ਤਿਨੀ ਤਰਿਆ। ਉਹਨਾਂ ਗੁਰਮੁਖਾਂ ਨੇ ਤਰ ਲਿਆ ਹੈ। ਸੰਸਿਆਂ ਦਾ ਘਰ ਜਿਹੜਾ ਸੰਸਾਰ, ਸਭ ਔਗਣ ਗੁਣੀ ਮਿਟਾਇਆ। ਗੁਰਮੁਖ ਜਨਾਂ ਨੇ ਆਪਣੇ ਸਭ ਸਾਰੇ ਔਗਣ ਗੁਨਾਹਾਂ ਨੂੰ ਸਤ ਸੰਤੋਖ ਇਤਿਆਦ ਗੁਣਾਂ ਦੇ ਨਾਲ ਇਹਨਾਂ ਨੂੰ ਧਾਰਨ ਕਰਕੇ ਮੇਟ ਦਿੱਤਾ ਹੈ, ਮਿਟਾ ਹੀ ਦਿੱਤਾ ਹੈ, ਖਤਮ ਕਰ ਦਿੱਤੇ ਹਨ। ਗੁਰ ਆਪੇ ਬਖਸ਼ਣਹਾਰ। ਫਿਰ ਬੋਲਿਓ ਜੀ, ਗੁਰ ਆਪੇ ਬਖਸ਼ਣਹਾਰ। ਇਸ ਕਰਕੇ ਗੁਰੂ ਉਹਨਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ਿੰਦ ਹੈ, ਉਹਨਾਂ ਨੂੰ ਬਖਸ਼ ਦਿੰਦਾ ਹੈ। ਐਸੇ ਸਤਪੁਰਸ਼ਾਂ ਨੂੰ ਪਰਮੇਸ਼ਰ ਵਾਹਿਗੁਰੂ ਬਖਸ਼ ਦਿੰਦਾ ਹੈ। ਗਰੀਬ ਨਿਵਾਜ ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ, ਸੁਣੋ ਪੌੜੀ। ਹਾਂ ਜੀ, ਚੌਥੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ। ਹਰ ਕੀ ਭਗਤਾ ਪ੍ਰਤੀਤ। ਭਗਤ ਜਨ ਜਿਹੜੇ ਨੇ ਹਰੀ ਪਰਮੇਸ਼ਰ ਦੀ ਪ੍ਰਤੀਤੀ ਭਰੋਸਾ ਵਿਸ਼ਵਾਸ ਕਰਦੇ ਹਨ। ਹਰ ਸਭ ਕੁਝ ਜਾਣਦਾ। ਉਹਨਾਂ ਨੂੰ ਯਕੀਨ ਹੈ ਕਿ ਵਾਹਿਗੁਰੂ ਜਿਹੜਾ ਹੈ ਉਹ ਸਾਰਾ ਕੁਝ ਜਾਣਦਾ ਹੈ, ਅੰਤਰਜਾਮੀ ਸਭ ਕੁਝ ਜਾਣਦਾ ਹੈ। ਤੇ ਉਹ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਦੀ ਘਟ ਘਟ ਕੇ ਅੰਤਰ ਕੀ ਜਾਣਤ ਹੈ ਜੇ। ਹਰ ਜੇਵੜ ਨਾਹੀ ਕੋਈ। ਹਰੀ ਪਰਮੇਸ਼ਰ ਵਰਗਾ ਵੱਡਾ ਕੋਈ ਸ਼ਕਤੀਸ਼ਾਲੀ, ਵੱਡਾ ਕੋਈ ਸੰਸਾਰ ਨੂੰ ਸਾਜਣ ਵਾਲਾ, ਭਗਤਾਂ ਦੀ ਰੱਖਿਆ ਕਰਨ ਵਾਲਾ ਉਹਦੇ ਬਰਾਬਰ ਦਾ ਨਹੀਂ ਕੋਈ ਵੀ ਨਹੀਂ ਹੈ। ਜਾਣ ਹਰ ਧਰਮ ਵਿਚਾਰ ਦਾ। ਐਸਾ ਜਾਣਨਾ ਕਰੋ ਕਿ ਹਰੀ ਪਰਮੇਸ਼ਰ ਧਰਮ ਦੀ ਜਿਹੜੀ ਵਿਚਾਰ ਹੈ ਨਾ, ਵਿਚਾਰ ਦਾ, ਉਹ ਧਰਮ ਦੀ ਵਿਚਾਰ ਕਰਦਾ ਹੈ। ਯਾਨੀ ਸੱਚ ਜਿਹੜੇ ਬੋਲਣ ਵਾਲੇ ਨੇ ਤੇ ਸੱਚ ਦੇ ਪਹਿਰਾ ਦੇਣ ਵਾਲੇ ਨੇ, ਜਿਹੜੇ ਉਹਨਾਂ ਸੱਚਿਆਂ ਨੂੰ ਜਿਨ੍ਹਾਂ ਨੇ ਸੱਚੇ ਬਣਾ ਦਿੰਦਾ, ਜਿਹੜੇ ਝੂਠੇ ਨੂੰ ਕੂੜਿਆਰਨ ਤੇ ਉਹਨਾਂ ਨੂੰ ਭਾਈ ਖੋਟੇ ਕੰਮਾਂ ਬਣਾ ਦਿੰਦਾ, ਖੋਟੇ ਕੰਮਾਂ ਚਲਾ ਦਿੰਦਾ। ਤੇ ਜਿਹੜੇ ਧਰਮੀ ਪੁਰਸ਼ ਨੇ ਉਹ ਨਿਆਂ ਕਰਦਾ ਹੈ, ਅਧਰਮ ਨਹੀਂ ਕਰਦਾ, ਨਿਆਂ ਕਰਦਾ। ਤੇ ਜਿਹੜੇ ਸੱਚੇ ਨੇ ਆਪਣੇ ਚ ਭੇਦ ਕਰ ਲੈਂਦਾ, ਜਿਹੜੇ ਉਹਨੂੰ ਜਾਣ ਲੈਂਦੇ ਆ, ਜਿਹੜੇ ਉਹ ਤੋਂ ਉਲਟ ਨੂੰ ਉਹਨਾਂ ਨਰਕਾਂ 'ਚ ਭੇਜ ਦਿੰਦਾ। ਧਰਮ ਦੀ ਉਹ ਵਿਚਾਰ ਕੇ ਨਿਆਂ ਕਰਦਾ ਹੈ। ਜਾਂ ਫਿਰ ਧਰਮ ਰਾਜ ਵਿਚਾਰਦਾ ਰਹਿੰਦਾ ਵੀ ਮੇਰੇ ਕੋਲੋਂ ਹੁਕਮ ਅਦੂਲੀ ਨਾ ਹੋ ਜਾਏ, ਮੈਂ ਸੱਚ ਦਾ ਨਿਆਂ ਕਰਾਂ। ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਜਾਣ ਕਰਕੇ ਧਰਮ ਰਾਜ ਇਉਂ ਵਿਚਾਰਦਾ ਰਹਿੰਦਾ ਹੈ। ਕਾੜਾ ਅੰਦੇਸਾ ਕਿਉਂ ਕੀਜੈ। ਇਹ ਭਾਈ ਜਿੱਥੇ ਇਹ ਕਾੜਾ ਸ਼ਬਦ ਹੈ ਨਾ, ਇਹਨੂੰ ਕਾੜਾ ਨਾ ਬਣ ਜਵੇ ਜਿਹੜਾ ਉਬਾਲ ਕੇ ਪੀਦਾ। ਇਹ ਕਾੜਾ ਨਾਮ ਝੋਰੇ ਦਾ ਹੁੰਦਾ ਹੈ। ਝੋਰਾ ਜਾਂ ਅੰਦੇਸਾ ਸੰਸਾ ਕਿਉਂ ਕੀਜੈ, ਕਿਉਂ ਕਿਸ ਲਈ ਕੀਜਾ ਕਰਨਾ ਹੈ। ਜਾਂ ਨਾਹੀ ਅਧਰਮ ਮਾਰਦਾ। ਜਦ ਕਿ ਉਹ ਪਰਮੇਸ਼ਰ ਅਧਰਮ ਅਨਿਆਏ ਬੇਇਨਸਾਫੀ ਕਰਕੇ ਨਹੀਂ ਕਿਸੇ ਨੂੰ ਮਾਰਦਾ ਹੈ। ਨਾ ਹੀ ਮਾਰਦਾ, ਨਹੀਂ ਮਾਰਦਾ ਕਿਸੇ ਨੂੰ। ਅਣਹੋਇਆ ਦੋਸ਼ ਲਾ ਕੇ ਨਹੀਂ ਮਾਰਦਾ। ਜਿਵੇਂ ਇੱਥੇ ਝੂਠੀਆਂ ਅਦਾਲਤਾਂ ਅਣਹੋਇਆ ਦੋਸ਼ ਕਹਿੰਦੇ ਜੀ ਅਸੀਂ ਕੀ ਕਰੀਏ, ਗਵਾਹਾਂ ਨੇ ਮਿਸਲ ਇਸ ਤਰ੍ਹਾਂ ਬਣੀ ਹੈ, ਪੁਲਿਸ ਵਾਲਿਆਂ ਨੇ ਮਿਸਲ ਬਣਾਈ ਹੈ, ਹੇਠਾਂ ਤੇ ਕੇਸ ਬੰਨ੍ਹ ਕੇ ਤੋਰਿਆ, ਝੂਠ ਦੇ ਪਲੰਦੇ ਬਣਾ ਕੇ। ਇੱਥੇ ਤਾਂ ਧਰਮੀ ਬੰਦੇ ਵੀ ਮਾਰੇ ਜਾਂਦੇ, ਪਰ ਉੱਥੇ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੈ। ਚੁਣ ਵਖ ਕੱਢੇ ਜਜਮਾ ਲਿਆ। ਸੱਚਾ ਸਾਹਿਬ ਸੱਚ ਨਿਆਓ। ਤੇ ਸੱਚਾ ਸਾਹਿਬ ਮਾਲਕ ਹੈ, ਸਾਚੀ ਉਹਦਾ ਨਿਆਂ ਹੈ। ਪਾਪੀ ਨਰ ਹਾਰਦਾ। ਰੱਬ ਦੀ ਦਰਗਾਹ 'ਚ ਪਾਪੀ ਉੱਥੇ ਹਾਰ ਜਾਂਦਾ, ਜਾ ਕੇ ਜਿੱਤ ਨਹੀਂ ਸਕਦਾ। ਸਾਲਾਹਿ ਹੋ ਭਗਤ ਹੋ ਕਰ ਜੋੜ। ਇਹ ਭਾਈ ਚਾਰੇ ਅੱਖਰ ਥੋੜੇ ਜਿਹੇ ਔਖੇ ਹੈਗੇ, ਤੇ ਇਹਨੂੰ ਪੂਰਾ ਪੋਥੀਆਂ ਵਾਲੇ ਧਿਆਨ ਦੇਣ। ਤੇ ਜਿਸ ਤਰ੍ਹਾਂ ਤੁਸੀਂ ਸੁਣਿਆ ਤੇ ਉਸੇ ਤਰ੍ਹਾਂ ਇਸ ਨੂੰ ਨਿਖਾਰ ਕੇ ਪੜ੍ਹਨਾ। ਸੱਸੇ ਨੂੰ ਕੰਨਾ ਲੱਗਿਆ, ਲੱਲੇ ਨੂੰ ਕੰਨਾ ਲੱਗਿਆ, ਹਾਹੀ ਨੂੰ ਆ ਗਈ ਸਿਹਾਰੀ ਤੇ ਹਾਹੀ ਨੂੰ ਆ ਗਿਆ ਔਂਕੜ। ਸਾਲ ਆਹੇ ਹੋ, ਇੱਕ ਹਾਹੇ ਦੀ ਸਿਹਾਰੀ, ਦੂਜੇ ਹਾਹੇ ਦਾ ਔਂਕੜ। ਹੇ ਹੋ ਮਤਲਬ ਇਹ ਨਾ, ਇਹ ਇੱਥੇ ਬਲ ਜ਼ਬਾਨ ਖਾਊਗੀ। ਸਾਲ ਆਹੇ ਹੋ, ਇਸ ਤਰ੍ਹਾਂ ਪਾਠ ਸੁੱਧ ਬਣਨਾ ਹੈ। ਤੇ ਭਗਤ ਹੋ, ਭਗਤ ਜਨੋ ਉਹਦੀ ਸ਼ਲਾਘਾ ਕਰੋ, ਕਰ ਜੋੜ ਹੱਥ ਜੋੜ ਕਰਕੇ। ਹਰ ਭਗਤ ਜਨ ਤਾਰਦਾ। ਉਹ ਹਰੀ ਦੇ ਭਗਤਾਂ ਨੂੰ ਤਾਰ ਲੈਂਦਾ ਹੈ ਜੀ ਪਰਮੇਸ਼ਰ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ ਅੱਗੇ। ਆਪਣੇ ਪ੍ਰੀਤਮ ਮਿਲ ਰਹਾ। ਇਹ ਭਾਵਨਾ ਦਸੀ ਹੈ ਕਿ ਮੈਂ ਆਪਣੇ ਹੀ ਭਾਈ ਆਪਣੇ ਐ ਬੇਨਤੀ ਕਰੋ ਵੀ ਮੈਂ ਆਪਣੇ ਪ੍ਰੀਤਮ ਪਰਮ ਪ੍ਰੇਤ ਦੇ ਆਸਪਦ ਰੂਪ, ਜਿਹੜਾ ਪਰਮ ਪ੍ਰੀਤ ਦਾ ਸਰੂਪ ਹੋਵੇ, ਉਹਨੂੰ ਸਾਧ ਸੰਜੀ ਪ੍ਰੀਤਮ ਕਿਹਾ ਜਾਂਦਾ ਹੈ।
ਅਸਪਦ ਰੂਪ ਜੀ ਐਸਾ ਪਰਮਾਤਮਾ ਦੇ ਨਾਲ ਮਿਲ ਕਰਕੇ ਰਹਿਣਾ ਕਰਾਂ ਮੈਂ ਹਰ ਵੇਲੇ ਧਿਆਨ ਦੁਆਰਾ। ਅੰਤਰ ਰੱਖਾ ਉਰ ਧਾਰ, ਔਰ ਹਿਰਦੇ ਦੇ ਅੰਦਰ ਵਿੱਚ, ਹਿਰਦੇ ਦੇ ਵਿੱਚ ਉਹਦੇ ਨਾਮ ਨੂੰ ਧਾਰਨ ਕਰਕੇ ਰੱਖਾਂ। ਰਾਮ ਨਾਮ ਉਰ ਮੈਂ ਗਇਓ, ਹਿਰਦੇ ਦੇ ਵਿੱਚ ਨਾਮ ਚੱਲਦਾ ਰਹੇ ਹਰ ਵੇਲੇ। ਸਾਲਾਹੀ ਸੋ ਪ੍ਰਭ ਸਦਾ ਸਦਾ, ਸੋ ਉਹ ਪ੍ਰਭੂ ਵਾਹਿਗੁਰੂ ਸਾਲਾਹੀ ਸਿਫਤ ਕਰਨ ਯੋਗ ਹੈ। ਇਸ ਕਰਕੇ ਸਦਾ ਸਦਾ, ਹਮੇਸ਼ਾ ਹਮੇਸ਼ਾ, ਸਦਾ ਸਦਾ ਨਿਰੰਤਰ ਹੀ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਗੁਰ ਕੈ ਹੇਤ ਪਿਆਰ, ਗੁਰੂ ਜਿਹੜਾ ਪਰਮੇਸ਼ਰ ਵਾਹਿਗੁਰੂ, ਗੁਰ ਸਤਿਗੁਰੂ ਕਹਿ ਦੇ ਉਹਦੇ ਨਾਲ ਹੇਤ ਪ੍ਰੇਮ ਕਰਕੇ, ਸਰੀਰ ਕਰਕੇ ਪ੍ਰੇਮ ਕਰਨਾ, ਮਨ ਕਰਕੇ ਹਿਤ ਕਰਨਾ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ, ਜਿਹਦੇ ਉੱਤੇ ਵਾਹਿਗੁਰੂ ਮਿਹਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਾਂ ਸਤਿਗੁਰੂ ਜੀ ਗਿਆਨ ਦ੍ਰਿਸ਼ਟੀ, ਗਿਆਨ ਦੀ ਨਜ਼ਰ ਕਰ ਦੇਣ, ਸਾਈ ਸੁਹਾਗਣ ਨਾਰ, ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ। ਉਹੀ ਸੁਹਾਗਣ ਇਸਤਰੀਆਂ ਦੀ ਨਿਆਈ ਹੋ ਗਏ। ਫਿਰ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਗਿਆਨ ਦ੍ਰਿਸ਼ਟੀ ਦੇ ਦਿੱਤੀ, ਤੇ ਇਸ ਉਹਨਾਂ ਨੂੰ ਪਰਮੇਸ਼ਰ ਆਪਣੇ ਸਰੂਪ ਦੇ ਨਾਲ ਮੇਲ ਲੈਂਦਾ, ਅਭੇਦ ਕਰ ਲੈਂਦਾ। ਉਹੀ ਮਹਾਤਮਾ ਰੂਪ ਨਾਰ ਇਸਤਰੀ ਸੁਹਾਗਣ ਸੁਹਾਗਵੰਤੀ, ਅਕਾਲ ਮੂਰਤ ਬਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਉਹ ਇਸ ਤਰ੍ਹਾਂ ਸੁਹਾਗਵੰਤੀਆਂ ਹੋ ਜਾਂਦੀਆਂ ਨੇ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ, ਗੁਰ ਸੇਵਾ ਤੇ ਹਰ ਪਾਈਐ। ਅਖੇ ਜੀ ਵਾਹਿਗੁਰੂ ਪ੍ਰਾਪਤ ਕਿਵੇਂ ਹੁੰਦਾ ਹੈ, ਇਹਦੀ ਬਾਬਤ ਕਹੋ। ਕਹਿੰਦੇ ਭਾਈ ਗੁਰੂ ਦੀ ਟਹਿਲ ਕਰਨ ਦੇ ਨਾਲ ਜਿਹੜਾ ਸੇਵਾ ਕਰਦਾ, ਸੇਵਾ ਤੇ ਸਿਮਰਨ ਤੋਂ ਬਿਨਾਂ ਤਾਂ ਵਾਹਿਗੁਰੂ ਨਹੀਂ ਮਿਲਦਾ। ਜੇ ਕਿਸੇ ਨੇ ਵਾਹਿਗੁਰੂ ਮਿਲਣਾ, ਸੇਵਾ ਕਰਨੀ ਸ਼ੁਰੂ ਕਰ ਦੇਵੇ, ਸੇਵਾ ਟਹਿਲ ਦੁਆਰਾ ਮਿਲਦਾ ਹੈ। ਉਹ ਹਰੀ ਪਰਮੇਸ਼ਰ ਪਾਈਏ ਪ੍ਰਾਪਤ ਹੁੰਦਾ ਹੈ। ਜਾ ਕੋ ਨਦਰ ਕਰੇ, ਪਰ ਜਿਹੜੀ ਗੁਰੂ ਦੀ ਸੇਵਾ ਹੈ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਪਰਮੇਸ਼ਰ ਦੀ ਉਹ ਕਿਰਪਾ ਦ੍ਰਿਸ਼ਟੀ ਹੋਵੇ। ਨਹੀਂ ਤਾਂ ਦਲਿਦਰੀ ਬਣਦਾ ਹੈ, ਕਹਿੰਦਾ ਮੈਂ ਕਿਉਂ ਕਰਾਂ, ਇਹ ਕੰਮ ਤੂੰ ਕਰ ਲੈ, ਸਮਾਂ ਗਲ ਪਊਗਾ। ਜਿਹੜਾ ਸੇਵਾ ਜਿਹਨੇ ਜਨਮ ਸਫਲਾ ਕਰਨਾ, ਉਹ ਕਹਿੰਦਾ ਲਿਆ ਤੇਰੇ ਵਾਲੇ ਵੀ ਭਾਂਡੇ ਮੈਂ ਮਾਂਜ ਦਿੰਦਾ, ਉਹਦੇ ਵੀ ਭਾਂਡੇ ਮਾਂਜੂਗਾ। ਜਿਹੜਾ ਦਲਿਦਰੀ ਹੈ ਕਹਿੰਦਾ ਮੇਰੇ ਵਾਲੇ ਵੀ ਤੂੰ ਹੀ ਮਾਂਜ ਦੇ। ਇਸ ਤਰ੍ਹਾਂ ਜਿਹੜਾ ਸਾਧ ਸਿੰਘ ਜੀ ਭਾਈ ਕਨ੍ਹਈਆ ਜੀ ਹੋਇਆ, ਇਹਨਾਂ ਦੀ ਆਮ ਸਾਖੀਆਂ ਸੁਣਦੇ ਆ। ਇਹਨਾਂ ਦਾ ਇੱਕ ਸੇਵਾਦਾਰ ਸੀ ਸੇਵਾਦਾਸ, ਅਸਲ ਦੇ ਵਿੱਚ ਵੀ ਉਹ ਵੀ ਪੂਰਨ ਸੰਤ ਬਣਾਤਾ ਭਾਈ ਕਨ੍ਹਈਏ ਨੇ। ਸੇਵਾਦਾਸ ਤੋਂ ਫਿਰ ਅੱਗੇ ਭਾਈ ਕਨ੍ਹਈਏ ਦੇ ਨਾਂ ਤੇ ਇਹਨਾਂ ਦੇ ਕਿ ਸੇਵਾ ਪੰਥੀਆਂ ਦਾ ਸੇਵਾ ਪੰਥ ਜਿਹੜਾ ਹੁਣ ਤੱਕ ਚੱਲਦਾ ਹੈ। ਹੁਣ ਤਾਂ ਅੱਗੇ ਢਿੱਲਾਂ ਪੈ ਗਈਆਂ ਸਾਧ ਸਿੰਘ ਜੀ, ਉਹ ਗੱਲਾਂ ਕਿੱਥੇ ਰਹੀਆਂ ਜਿਹੜੀਆਂ ਵੱਡੇ ਮਹਾਂਪੁਰਖਾਂ ਦੇ ਵੇਲੇ ਤੱਕ, ਕਈ ਪੀੜ੍ਹੀਆਂ ਤੱਕ ਇਹ ਬਹੁਤ ਸੇਵਾ ਪੰਥੀਆਂ ਦਾ ਪੰਥ 'ਚ ਇੱਕ ਵਿਸ਼ੇਸ਼ ਸਥਾਨ ਰਿਹਾ। ਤੇ ਹੁਣ ਤਾਂ ਸਾਰੀਆਂ ਜਥੇਬੰਦੀਆਂ 'ਚ ਫਰਕ ਪੈਂਦਾ ਹੈ, ਤੇ ਇੱਥੇ ਵੀ ਫਰਕ ਪੈ ਗਿਆ, ਹੋਰਾਂ ਥਾਵਾਂ ਤੇ ਵੀ ਫਰਕ ਪੈ ਗਿਆ। ਤੇ ਉਹ ਮਹਾਂਪੁਰਖਾਂ ਦੀ ਪ੍ਰਣਾਲੀ ਦੇ ਵਿੱਚ ਅੱਗੇ ਚੱਲ ਕੇ ਇੱਕ ਅੱਡਣ ਸ਼ਾਹੀਆ ਹੋਇਆ, ਉਹਦਾ ਨਾਮ ਹੈ ਸੰਤ ਅੱਡਣ ਸ਼ਾਹ। ਉਹਨਾਂ ਦੇ ਨਾਂ ਤੇ ਅੰਮ੍ਰਿਤਸਰ ਸਾਹਿਬ ਅੱਡਣ ਸ਼ਾਹੀਆਂ ਦਾ ਸਥਾਨ ਵੀ ਹੈ। ਉਹਨਾਂ ਦੇ ਕੋਲ ਇੱਕ ਸੇਵਾਦਾਰ ਸੀ, ਉਹ ਐਡਾ ਆਗਿਆਕਾਰ ਸੀ। ਤੇ ਇੱਕ ਦਿਨ ਉਹ ਸੰਤ ਹੋਰ ਮਿਲਣ ਵਾਸਤੇ ਆਏ ਅੱਡਣ ਸ਼ਾਹ ਜੀ ਨੂੰ। ਕਹਿੰਦੇ ਜੀ ਇਹ ਬੜਾ ਸੇਵਕ ਸੇਵਾ ਕਰਦਾ ਹੈ। ਕਹਿੰਦੇ ਹਾਂ ਜੀ ਬੜੀ ਆਗਿਆ ਦਾ। ਕਹਿੰਦੇ ਜੀ ਪਰਖ ਵੀ ਲੈਣਾ ਚਾਹੀਦਾ, ਇਹ ਕਈ ਵਾਰੀ ਉੱਪਰੋਂ ਹੀ ਸੇਵਾ ਕਰਦੇ ਹੁੰਦੇ ਆ। ਕਹਿੰਦੇ ਨਹੀਂ ਸਾਡਾ ਤਾਂ ਪਰਖਿਆ, ਕਹਿੰਦੇ ਤੁਹਾਨੂੰ ਪਰਖ ਕੇ ਦਿਖਾ ਦਿੰਦੇ ਆ। ਕਹਿੰਦੇ ਉਹਨੂੰ ਕਹਿੰਦੇ ਬੁੱਧੂ ਸ਼ਾਹ ਕਹਿੰਦੇ ਸੀ, ਕਹਿੰਦੇ ਵੀ ਆਹ ਮੰਜਾ ਵਿਛਾ ਦੇ, ਬਿਸਤਰਾ ਵਿਛਾ ਦੇ। ਫਟਾਫਟ ਮੰਜਾ ਵਿਛਾ ਦਿੱਤਾ, ਬਿਸਤਰਾ ਵਿਛਾਤਾ। ਕਹਿੰਦਾ ਜੀ ਵਿਛਾਤਾ, ਹੁਣ ਕੀ ਕਰਾਂ। ਸੰਤ ਕਹਿੰਦੇ ਉਹਦੇ ਉੱਤੇ ਲਿਟ ਜਾ, ਪੈ ਜਾ। ਉਹ ਜਦੇ ਪੈ ਗਿਆ। ਸਾਰੇ ਸੰਤ ਹੱਸਣ ਲੱਗੇ, ਕਹਿੰਦੇ ਜੀ ਇਹ ਕੀ ਗੱਲ ਹੈ। ਕਹਿੰਦੇ ਜੇ ਅਸੀਂ ਖੂਹ ਛਾਲ ਮਾਰਨ ਨੂੰ ਕਹਿੰਦੀ 1 ਮਿੰਟ ਲਾਊਗਾ, ਖੂਹ ਛਾਲ ਮਾਰ ਦੂ ਇਹ, ਇਸ ਕਰਕੇ ਅਸੀਂ ਸੰਭਲ ਕੇ ਕਹਿੰਦੇ ਇਹਨੂੰ, ਇਹਦੀ ਬਿਰਤੀ ਬੜੀ। ਕਹਿੰਦੇ ਵੀ ਉੱਠ ਖੜ ਹੁਣ ਤੂੰ। ਕਹਿੰਦਾ ਸਤ ਵਚਨ ਜੀ, ਚਾਹ ਲੰਗਰ ਦੀ ਸੇਵਾ ਕਰ ਲਓ। ਇਹ ਸਾਧ ਸਿੰਘ ਜੀ ਬੁੱਧੂ ਸ਼ਾਹ ਫਿਰ ਬਹੁਤ ਸੇਵਾ ਕਰਦਾ ਰਿਹਾ, ਬਿਰਤੀ ਇੰਨੀ ਚੜ ਗਈ ਤੇ ਇਹਨੂੰ ਲੋਕ ਫਿਰ ਬੁੱਧੂ ਸਾਹਿਬ ਵੀ ਕਹਿਣ ਲੱਗੇ। ਕੋਈ ਬੁੱਧੂ ਸ਼ਾਹ ਕਹਿੰਦਾ ਬੁੱਧੂ ਸਾਹਿਬ। ਇੱਕ ਦਿਨ ਕੋਈ ਆਇਆ, ਕਹਿੰਦੇ ਉਹਨੂੰ ਪਤਾ ਹੈ ਨਹੀਂ ਸੀ, ਇਹ ਇੰਨਾ ਸਾਦਾ ਰਹਿੰਦਾ ਸੀ। ਲੰਗਰ 'ਚ ਰੋਟੀਆਂ ਆਪ ਪਕਾਉਣੀਆਂ, ਦਾਲ ਸਬਜ਼ੀ ਬਣਾਉਣੀ, ਵਰਤਾਉਣ, ਇਹ ਤਾਂ ਲੱਗੇ ਹੀ ਰਹਿੰਦਾ ਸੀ, ਨਾਲੇ ਭਜਨ ਕਰਨਾ। ਬ੍ਰਹਮ ਗਿਆਨ ਹੋ ਗਿਆ, ਰਿੱਧੀਆਂ ਸਿੱਧੀਆਂ ਮਿਲ ਗਈਆਂ। ਇੱਕ ਦਿਨ ਕੋਈ ਪ੍ਰੇਮੀ ਆ ਕੇ ਕਹਿੰਦਾ ਜੀ ਮੈਂ ਬੁੱਧੂ ਸਾਹਿਬ ਨੂੰ ਮਿਲਣਾ ਹੈ। ਕਹਿੰਦੇ ਆ ਜਾ, ਮਿਲਾਵਾਂ ਤੈਨੂੰ। ਕਹਿੰਦੇ ਹਾਂ। ਜਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਨਾ, ਅੰਦਰ ਗੁਰਦੁਆਰੇ ਦੇ ਬੂਹੇ ਤੇ ਖੜ ਕੇ ਕਹਿੰਦੇ ਆਓ ਸਾਹਮਣੇ ਦੇਖ। ਕਹਿੰਦਾ ਜੀ ਦੇਖ ਲਿਆ। ਕਹਿੰਦਾ ਉਹ ਜਿਹੜੇ ਪਾਲਕੀ ਸਾਹਿਬ ਦੇ ਉੱਤੇ ਬਿਰਾਜਮਾਨ ਹੈ, ਕਹਿੰਦੇ ਉਹ ਤਾਂ ਹੈਗਾ ਸਾਹਿਬ।
ਕਹਿੰਦੇ ਆਹ ਖੜਾ ਬੁੱਧੂ, ਮਿਲ ਆ ਜਿਹਨੂੰ ਮਿਲਣਾ ਹੈ। ਉਹ ਸਾਹਿਬ ਆ ਬੁੱਧੂ। ਉਹਨੂੰ ਤਾਂ ਪਤਾ ਲੱਗਿਆ ਵੀ ਬੁੱਧੂ ਸਾਹਿਬ ਇਸੇ ਨੂੰ ਕਹਿੰਦੇ ਆ। ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਇੰਨੀ ਨਿਮਰਤਾ। ਇੱਕ ਦਿਨ ਕਹਿੰਦੇ ਲੰਗਰ ਦੀਆਂ ਰੋਟੀਆਂ ਪਕਾ ਰਿਹਾ, ਇੱਕ ਸਿਪਾਹੀ ਆ ਗਿਆ ਤੇ ਸਿਪਾਹੀ ਆ ਕੇ ਕਹਿੰਦਾ, ਸੇਵਾਦਾਰ ਸਮਝ ਕੇ ਕਹਿੰਦਾ, ਉਹ ਭਾਈ ਮੈਨੂੰ ਭੁੱਖ ਲੱਗੀ ਹੈ, ਰੋਟੀ ਲਿਆ ਜਲਦੀ ਦੇ ਕੇ। ਰੁੱਖਾ ਬੋਲਿਆ, ਕਹਿੰਦਾ ਜੀ ਲਿਆਉਣਾ ਹੈ। ਬੁੱਧੂ ਸ਼ਾਹ ਨਹੀਂ ਕੋੜਾ ਬੋਲੇ। ਉਹ ਰੋਟੀ ਪਕਾਉਂਦਾ ਸੀ, ਰੋਟੀ ਪਕਾਉਂਦੇ ਕਿਤੇ ਥੋੜਾ ਜਿਹਾ ਬੇਧਿਆਨ ਕਿ ਰੋਟੀ ਨੂੰ ਸੇਕ ਲੱਗ ਗਿਆ। ਉਹ ਜਦੋਂ ਸੇਕ ਵਾਲੀ ਰੋਟੀ ਦਿੱਤੀ ਸਿਪਾਹੀ ਨੂੰ, ਉਹ ਐਡਾ ਕ੍ਰੋਧੀ ਦੇਖਿਆ, ਵੱਟ ਕੇ ਮੂੰਹ ਤੇ ਚਪੇੜ ਮਾਰੀ। ਕਹਿੰਦਾ ਕਿਹਾ ਜਾ ਸੰਤਾਂ ਨੇ ਰੱਖਿਆ ਸੇਵਾਦਾਰ, ਰੋਟੀ ਫੂਕ ਕੇ ਲਿਆਇਆ ਕਹਿੰਦਾ ਮੇਰੇ ਵਾਸਤੇ। ਬੁੱਧੂ ਸ਼ਾਹ ਕੋਲ ਨੂੰ ਹੋ ਕੇ ਕਹਿੰਦਾ ਜੀ ਇੱਕ ਇੱਧਰ ਵੀ ਮਾਰ ਦਿਓ, ਅੱਗੇ ਨੂੰ ਫਿਰ ਮੈਂ ਧਿਆਨ ਰੱਖੂੰਗਾ। ਉਹਨੇ ਵੱਟ ਕੇ ਦੂਏ ਪਾਸੇ ਮਾਰੀ, ਤੀਸਰੀ ਫੇਰ ਮਾਰੀ। ਜਦ ਤੀਸਰੀ ਚਪੇੜ ਮਾਰੀ, ਇੱਕ ਸੇਵਾਦਾਰ ਨੱਠਿਆ ਆਇਆ, ਕਹਿੰਦਾ ਓਏ ਕਹਿਰ ਕਰ ਦਿੱਤਾ, ਸਿਪਾਹੀਆ ਕਹਿਰ ਕਰ ਦਿੱਤਾ। ਕਹਿੰਦਾ ਕਿਉਂ? ਕਹਿੰਦਾ ਇਹ ਬੁੱਧੂ ਸਾਹਿਬ ਸੰਤ ਹੈ। ਉਹ ਕਹਿੰਦਾ ਓਹੋ, ਨਾਂ ਤਾਂ ਬੜਾ ਸੁਣਿਆ ਸੀ, ਮੈਂ ਤਾਂ ਕਿਹਾ ਕਿਤੇ ਉਹਨਾਂ ਦਾ ਸੇਵਾਦਾਰ ਹੈ। ਰੋਟੀ ਕਿੱਥੇ ਲੰਘਣੀ ਸੀ, ਕੰਬੇ ਹੱਥ ਕੰਬਣ। ਕਹਿੰਦਾ ਜੇ ਸ਼ਰਾਬ ਦੇਤਾ ਮੇਰੇ ਤਾਂ ਕੁਲਾਂ ਗਾਲ ਦੂਗਾ, ਇਹ ਤਾਂ ਬਹੁਤ ਕਰਾਮਾਤ ਵਾਲਾ ਹੈ। ਪੈਰਾਂ ਤੇ ਸਿਰ ਰੱਖਦਾ, ਰੋਵੇ ਤਾਂ ਮਾਰ ਮਾਰ ਕੇ। ਕਹਿੰਦਾ ਜੀ ਬਖਸ਼ ਲੋ, ਬਖਸ਼ ਲੋ। ਬੁੱਧੂ ਸ਼ਾਹ ਜੀ ਬੋਲੇ, ਕਹਿੰਦੇ ਕਿਉਂ ਰੋਣਾ? ਜਿਹਦੇ ਚਪੇੜਾਂ ਵੱਜੀਆਂ ਉਹ ਤਾਂ ਰੋਇਆ ਨਹੀਂ, ਚਪੇੜਾਂ ਮਾਰਨ ਵਾਲੇ ਰੋਣ ਲੱਗ ਗਿਆ। ਕਹਿੰਦੇ ਭਾਈ ਵੀ ਤੂੰ ਹੁਣ ਰੋ ਨਾ। ਕਹਿੰਦਾ ਮਹਾਰਾਜ ਪੈਰ ਜਦ ਛੱਡੂੰਗਾ ਜਦੋਂ ਤੁਸੀਂ ਮੇਰੇ ਤੇ ਕਿਰਪਾ ਕਰ ਦੋਗੇ, ਮੇਰੇ ਤੋਂ ਪਾਪ ਹੋ ਗਿਆ। ਡਰਦਾ ਕੰਬੀ ਜਾਏ, ਮੈਨੂੰ ਕਿਤੇ ਸ਼ਰਾਪ ਨਾ ਦੇ ਦੇਣ। ਬੁੱਧੂ ਸ਼ਾਹ ਜੀ ਕਹਿੰਦੇ ਉੱਠ ਖੜ। ਕਹਿੰਦਾ ਜੀ ਬਖਸ਼ ਦੋ। ਹੱਸ ਕੇ ਕਹਿੰਦੇ ਮੇਰੀਆਂ ਚਪੇੜਾਂ ਤੇਰੇ ਕੰਮ ਆਉਣਗੀਆਂ ਬਹੁਤ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਮੇਰੀਆਂ ਚਪੇੜਾਂ ਨੇ ਤੇਰਾ ਜੀਵਨ ਬਦਲ ਦੇਣਾ ਹੈ, ਤੂੰ ਡਰ ਨਾ, ਮੈਂ ਤੈਨੂੰ ਸ਼ਰਾਪ ਨਹੀਂ ਦਿੰਦਾ। ਤੇ ਇਹ ਚਪੇੜਾਂ ਐਸਾ ਫਲ ਲਿਆਉਣਗੀਆਂ, ਤੂੰ ਇਸ ਡੇਰੇ ਦਾ ਸੇਵਾਦਾਰ ਤੈਨੂੰ ਨਿਯਤ ਕਰ ਦਿੱਤਾ। ਨੌਕਰੀ ਛੱਡਤੀ, 12 ਸਾਲ ਫਿਰ ਸੇਵਾ ਕੀਤੀ ਸੰਤਾਂ ਦੀ ਖੁਸ਼ੀ ਲਈ। 12 ਸਾਲ ਤੋਂ ਬਾਅਦ ਉੱਥੇ ਡੇਰੇ ਦਾ ਸਾਧ ਸਿੰਘ ਜੀ ਮੁਖੀ ਬਣਿਆ। ਸਿਪਾਹੀ ਤੋਂ ਅਗਲੇ ਕਹਿੰਦੇ ਤੈਨੂੰ ਸੇਵਾਦਾਰ ਬਣਾਇਆ, ਚਪੇੜਾਂ ਕੰਮ। ਐਸੇ ਸਾਧ ਸਿੰਘ ਜੀ ਮਹਾਪੁਰਸ਼ ਜਿਹੜੇ ਨੇ, ਉਹਨਾਂ ਦੇ ਅੰਦਰ ਗੁਰ ਸੇਵਾ ਤੇ ਹਰ ਪਾਈ ਹੈ। ਰੱਬ ਤਾਂ ਮਿਲਦਾ ਹੀ ਮਿਲਦਾ ਹੈ। ਜਾ ਕੋ ਦੁਬਾਰੇ ਬੋਲਦੀ, ਜਾ ਕੋ ਨਜ਼ਰ ਕਰੇ। ਪਰ ਜਿਹਦੇ ਉੱਤੇ ਭਾਈ ਮਹਾਪੁਰਸ਼ ਕਿਰਪਾ ਕਰਦੇ, ਹੁਣ ਬੁੱਧੂ ਸ਼ਾਹ ਨੇ ਕਿਰਪਾ ਕਰ ਦਿੱਤੀ, ਉਹ ਸਿਪਾਹੀ ਤੋਂ ਛੱਡ ਕੇ ਇੱਕ ਸੰਤ ਬਣ ਗਿਆ, ਜੀਵਨ ਬਦਲ ਗਿਆ। ਦੇਖੋ ਸੰਤ ਕਿਸ ਤਰ੍ਹਾਂ, ਜਿਵੇਂ ਚੰਦਨ ਦੇ ਵਿਰਸ਼ ਨੂੰ ਕੋਈ ਕੁਹਾੜਾ ਮਾਰੇ, ਉਹਦੇ ਮੂੰਹ 'ਚ ਵੀ ਸੁਗੰਧੀ ਧੁੰਨ ਦਿੰਦਾ ਹੈ। ਬੁੱਧੂ ਸ਼ਾਹ ਨੇ ਐਸਾ ਕੀਤਾ ਸੰਤਾਂ ਵਾਲਾ ਕਰਮ। ਮਾਨਸ ਤੇ ਦੇਵਤੇ ਭਏ। ਹੋਰਾਂ ਦੀ ਤਾਂ ਬਾਤ ਕੀ ਹੈ, ਮਨੁੱਖਾਂ ਤੋਂ ਦੇਵਤੇ ਬਣਾ ਦਿੰਦੀ ਹੈ ਸੰਤਾਂ ਦੀ ਸੰਗਤ। ਧਿਆਇਆ ਨਾਮ ਹਰੇ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਹੈ। ਇੱਕ ਵਾਰੀ ਸਾਧ ਸੰਗ ਜੀ ਕੋਈ ਬਹੁਤ ਪ੍ਰੇਮੀ ਸੀ ਸੰਤ ਸੇਵੀ, ਹਰੇਕ ਸੰਤ ਨੂੰ ਸੇਵਾ ਕਰਕੇ ਪੁੱਛਿਆ ਕਰੇ ਜੀ ਸੇਵਾ ਦਾ ਕੀ ਮਹੱਤਮ ਹੈ। ਤੇ ਕਿਸੇ ਨੇ ਕੁਝ ਦੱਸਦੇ ਗਏ, ਇਹਦੀ ਤਸੱਲੀ ਨਾ ਹੋਈ। ਕਦੇ ਗੁਰੂ ਨਾਨਕ ਸਾਹਿਬ ਪਹੁੰਚ ਗਏ ਵੀ ਇਹਦੀ ਸੇਵਾ ਨੂੰ ਹੁਣ ਫਲ ਲਾ ਦਈਏ। ਬੜੀ ਸੇਵਾ ਕਰ ਲਈ, ਪਖੰਡੀ ਮਿਲਦੇ ਰਹੇ, ਦੂਜੇ ਮਿਲਦੇ ਰਹੇ। ਉਹਨੇ ਸੰਤ ਸਮਝ ਕੇ ਸੇਵਾ ਕੀਤੀ। ਕਹਿੰਦੇ ਮਹਾਰਾਜ ਸੰਤ ਜੀ ਮੈਨੂੰ ਸੇਵਾ ਦਾ ਫਲ ਦੱਸੋ। ਕਹਿੰਦੇ ਅੱਗੇ ਨਹੀਂ ਪੁੱਛਿਆ ਕਿਸੇ ਨੂੰ। ਕਹਿੰਦੇ ਜੀ ਪੁੱਛਿਆ ਤਾਂ ਬਹੁਤ ਨੂੰ ਹੈ। ਕਹਿੰਦੇ ਕੀ ਦੱਸਦੇ ਰਹੇ? ਕਹਿੰਦੇ ਕੋਈ ਕਹਿੰਦਾ ਸੀ ਗੰਗਾ ਨਹਾਉਣ ਜਿਹਾ ਇਸ਼ਨਾਨ, ਕੋਈ ਕਹਿੰਦਾ ਤ੍ਰਿਵੇਣੀ ਜਿੰਨਾ ਇਸ਼ਨਾਨ ਦਾ ਫਲ ਹੈ, ਕੋਈ ਕਹਿੰਦਾ ਜੱਗ ਕਰਨ ਜਿੰਨਾ ਫਲ ਹੈ, ਤੇ ਕੋਈ ਕਹਿੰਦਾ ਤਪੱਸਿਆ ਕਰਨ ਜਿੰਨਾ ਫਲ ਹੈ, ਕੋਈ ਕਹਿੰਦਾ ਦਾਨ ਕਰਨ ਜਿੰਨਾ ਫਲ ਹੈ। ਮੈਨੂੰ ਤਸੱਲੀ ਨਹੀਂ ਹੋਈ। ਕਹਿੰਦੇ ਫਿਰ ਤੇਰੀ ਤਸੱਲੀ ਹੋ ਜਾਊਗੀ। ਇੱਥੋਂ 4 ਕੋਹਾਂ ਦੇ ਉੱਤੇ, ਜਾਂ ਮੀਲ ਕਹੋ ਕੋਹਾਂ ਕਹੋ, ਕਹਿੰਦੇ ਕਿ ਪਿੱਪਲ ਦਾ ਦਰਖਤ ਖੜਾ ਹੈ, 4 ਕੋਹਾਂ ਤੇ ਖੜਾ। ਉਹ ਇਹ ਦਿਸ਼ਾ ਨੂੰ ਚਲਿਆ ਜਾ, ਤੈਨੂੰ ਉੱਥੇ ਉੱਤਰ ਮਿਲ ਜੂਗਾ। ਗਿਆ, ਬੈਠਾ ਰਿਹਾ, ਉੱਥੇ ਹੈ ਹੀ ਨਹੀਂ ਸੀ, ਕੋਈ ਕਾਂ ਤੇ ਕਾਣੀ ਬੈਠੀ ਆ ਉੱਥੇ। ਵਾਪਸ ਮੁੜਿਆ ਆ, ਮਾਰੇ ਕਹਿੰਦੇ ਉੱਤਰ। ਕਹਿੰਦਾ ਜੀ ਉੱਥੇ ਤੇ ਮਿਲਿਆ ਹੀ ਨਹੀਂ, ਕੋਈ ਨਹੀਂ ਸੀ ਉੱਥੇ। ਤਾਂ ਮਾਰੇ ਕਹਿੰਦੇ ਹੋਊ ਤਾਂ ਸੀ, ਕੋਈ ਤੇਰੀ ਨਿਗਾਹ ਨਹੀਂ ਪਿਆ ਹੋਣਾ। ਕਹਿੰਦੇ ਜੀ ਕਾਂ ਤੇ ਕਾਣੀ ਸੀ, ਹੋਰ ਕੋਈ ਨਹੀਂ। ਕਹਿੰਦੇ ਅੱਛਾ ਫਿਰ ਅੱਜ ਫੇਰ ਜਾ। ਫੇਰ ਗਿਆ, ਉੱਥੇ ਕਾਂ ਕਾਣੀ ਨਹੀਂ ਹੈ, ਉੱਥੇ ਫਿਰ ਬਗਲਾ ਤੇ ਬਗਲੀ ਬੈਠੇ ਆ। ਉਹ ਦੇਖ ਕੇ ਹੈਰਾਨ ਹੈ ਵੀ ਕੱਲ ਕਾਂ ਤੇ ਕਾਣੀ, ਅੱਜ ਬਗਲਾ ਤੇ ਬਗਲੀ ਬੈਠੀ ਹੈ। ਫਿਰ ਵਾਪਸ ਮੁੜਿਆ, ਕਹਿੰਦਾ ਨਹੀਂ ਮਹਾਰਾਜ ਕੋਈ ਉੱਥੇ ਨਹੀਂ, ਕੋਈ ਨਹੀਂ। ਕਹਿੰਦੇ ਕੋਈ ਤਾਂ ਹੋਊਗਾ। ਕਹਿੰਦੇ ਬਗਲੇ ਤੇ ਬਗਲੀ ਸੀ। ਕਹਿੰਦੇ ਅੱਜ ਫੇਰ ਜਾ। ਫੇਰ ਗਿਆ, ਹੰਸ ਤੇ ਹੰਸਣੀ ਬੈਠੇ। ਵਾਪਸ ਆ ਗਿਆ, ਕਹਿੰਦੇ ਉੱਤਰ ਮਿਲਿਆ? ਕਹਿੰਦੇ ਨਾ ਜੀ, ਜਾਨਵਰ ਬਦਲੇ ਮਿਲੀ ਜਾਂਦੇ ਆ, ਉੱਤਰ ਕੋਈ ਨਹੀਂ ਮਿਲਦਾ। ਕਹਿੰਦੇ ਹੁਣ ਮਿਲ ਜੂਗਾ।
ਕਹਿੰਦਾ ਜੀ ਕਈ ਗੇੜੇ ਮਾਰੇ, ਕਹਿੰਦੇ ਹੁਣ ਨਹੀਂ ਮਾਰਨਾ ਪੈਣਾ। ਗੁਰੂ ਨਾਨਕ ਸਾਹਿਬ ਨੇ ਭੇਜਿਆ, ਉੱਥੇ ਕੀ ਦੇਖਿਆ, ਤੇ ਉੱਥੇ ਇੱਕ ਮਨੁੱਖ ਤੇ ਇੱਕ ਮਨੁੱਖ ਦੇ ਘਰ ਵਾਲੀ ਇਸਤਰੀ ਪੁਰਸ਼ ਬੈਠਿਆ, ਦਰਖਤ ਤੇ ਹੇਠਾਂ ਉਤਰਿਆ, ਆ ਕੇ ਉਹਦੇ ਚਰਨੀ ਪੈ ਗਏ। ਉਹ ਕਹਿੰਦਾ ਭਾਈ ਮੇਰੇ ਚਰਨੀ ਪੈਨੇ ਹੋ, ਸ਼ੁਕਰ ਹੈ ਤੁਸੀਂ ਮਿਲ ਗਏ, 3-4 ਦਿਨ ਹੋ ਗਏ ਮੈਨੂੰ ਗੇੜੇ ਮਾਰਦੇ ਨੂੰ, ਵੀ ਸੰਤਾਂ ਦੀ ਸੇਵਾ ਦਾ ਫਲ ਪੁੱਛਣਾ ਸੀ ਮੈਂ ਕੀ ਮਹਾਤਮ ਹੈ। ਕਹਿੰਦੇ ਤੈਨੂੰ ਅਜੇ ਪਤਾ ਹੀ ਨਹੀਂ ਲੱਗਿਆ। ਕਹਿੰਦੇ ਨਾ, ਕਹਿੰਦੇ ਅਸੀਂ ਉਹੀ ਕਾਂ ਤੇ ਕਾਣੀ, ਪਹਿਲੇ ਦਿਨ ਮਿਲੇ ਸੀ ਤੈਨੂੰ, ਤੇਰੇ ਉੱਤੇ ਦ੍ਰਿਸ਼ਟੀ ਪਈ ਗੁਰੂ ਨਾਨਕ ਸਾਹਿਬ ਦੀ, ਉਹਨਾਂ ਦੀ ਦ੍ਰਿਸ਼ਟੀ ਤੈਂ ਉਹਨਾਂ ਦੇ ਦਰਸ਼ਨ ਕੀਤੇ ਤੇ ਤੇਰੀ ਦ੍ਰਿਸ਼ਟੀ ਸਾਡੇ ਤੇ ਪੈਗੀ ਆ ਕੇ। ਕਹਿੰਦੇ ਉੱਥੇ ਬੈਠਿਆਂ ਨੇ ਸਾਡੀ ਜੂਨ ਕੱਟ ਦਿੱਤੀ, ਮਹੀਂ ਤਾਂ ਪਤਾ ਨਹੀਂ ਕਿੰਨੀ ਕੁ ਦੇਰ ਗੰਦਗੀ ਖਾਣੀ ਸੀ ਅਜੇ। ਕਾਂ ਬੋਲੇ ਜਦੇ, ਕਹਿੰਦੇ ਕਾਂ ਨੂੰ ਉਡਾ ਦੇ, ਚੰਗਾ ਨਹੀਂ ਹੁੰਦਾ। ਕਹਿੰਦੇ ਫੇਰ ਅਸੀਂ ਬਣ ਗਏ ਬਗਲੇ, ਬਗਲਾ ਤੇ ਬਗਲੀ। ਦੂਜੇ ਦਿਨ ਤੇਰੇ ਦਰਸ਼ਨ ਦਾ ਇਹ ਫਰਕ ਤਬਦੀਲੀ ਆ ਗਈ ਵੀ ਕਾਲੇ ਰੰਗ ਤੋਂ ਚਿੱਟੇ ਹੋ ਗਏ ਤੇ ਗੰਦਗੀ ਖਾਣ ਤੋਂ ਬਿਨਾਂ, ਪਰ ਫੇਰ ਵੀ ਜੀਵਨ ਤਾਂ ਡੱਡੀਆਂ ਮੱਛੀਆਂ ਖਾਣ ਵਾਲਾ ਹੀ ਰਿਹਾ ਨਾ। ਕਹਿੰਦੇ ਤੀਸਰੇ ਦਿਨ ਹੰਸ ਹੰਸੀ ਬਣ ਗਏ, ਉਹ ਹੀਰੇ ਮੋਤੀ ਖਾਣ ਵਾਲੇ, ਫੇਰ ਗੰਦਗੀ ਉਹ ਵੀ ਗਈ ਆਈ, ਤਬਦੀਲੀ ਆ ਗਈ ਸਾਡੇ। ਕਹਿੰਦੇ ਹੁਣ ਤੇਰੇ ਦਰਸ਼ਨਾਂ ਦਾ ਫਲ ਅਸੀਂ ਇਸਤਰੀ ਪੁਰਸ਼ ਬਣ ਗਏ ਆ, ਮਨੁੱਖ ਜਾਤੀ ਚ ਆ ਗਏ। ਕਹਿੰਦੇ ਹੁਣ ਤੂੰ ਸਾਨੂੰ ਉਹਨਾਂ ਦੀ ਚਰਨੀ ਪਾ ਕਿੱਥੇ ਬੈਠੇ ਨੇ। ਉਹ ਲੈ ਕੇ ਆ ਗਿਆ, ਕਹਿੰਦੇ ਮਹਾਰਾਜ ਸਮਝ ਆ ਗਈ ਵੀ ਸੰਤਾਂ ਦੀ ਸੇਵਾ ਦਾ ਆਹ ਫਲ ਹੈ। ਮਹਾਰਾਜ ਸਾਹਿਬ ਕਹਿੰਦੇ ਨਹੀਂ ਅਜੇ ਮੈਂ ਤੈਨੂੰ ਸਮਝਾਉਂਗਾ, ਅਜੇ ਪੂਰਾ ਨਹੀਂ ਸਮਝ ਆਈ ਤੈਨੂੰ। ਉਹਨਾਂ ਨੂੰ ਕਹਿੰਦੇ ਪਹਿਲਾਂ ਇਹਨਾਂ ਦਾ ਉਧਾਰ ਕਰਦੇ। ਕਹਿੰਦੇ ਹਾਂ ਵੀ ਦੱਸੋ। ਕਹਿੰਦੇ ਮਹਾਰਾਜ ਬਸ ਹੁਣ ਤੁਸੀਂ ਮਿਲ ਗਏ, ਆਪ ਕਿਰਪਾ ਕਰੋ। ਕਹਿੰਦੇ ਜਾਓ ਹੁਣ ਤੁਸੀਂ, ਤੁਹਾਨੂੰ ਪਰਮੇਸ਼ਰ ਦੇ ਵਿੱਚ ਅਭੇਦ ਕਰ ਦਿੱਤਾ, ਦਿਵ ਸਰੂਪ ਬਣਾ ਦਿੱਤੇ, ਜਾਓ ਤੁਸੀਂ ਮਾਨਸ ਦੇ ਦੇਵਤੇ ਪਏ। ਉਹਨਾਂ ਨੂੰ ਫਿਰ ਮਾਨਸ ਤੋਂ ਦੇਵਤੇ ਬਣਾ, ਕਹਿੰਦੇ ਹੁਣ ਤੁਹਾਨੂੰ ਦੇਵ ਦੇ ਹੀ ਦਿੰਦੇ ਆ, ਪਹਿਲਾਂ ਉੱਥੇ ਜਾਓ ਸੁਖ ਭੋਗੋ, ਉਦੋਂ ਬਾਅਦ ਫਿਰ ਮਨੁੱਖ ਜਾਤੀ ਵਿੱਚ ਆ ਕੇ ਸਿੱਖ ਬਣ ਕੇ ਸਿੱਖੀ ਧਾਰਨ ਕਰਕੇ ਫਿਰ ਮੁਕਤ ਹੋ ਜਾਓ, ਨਹੀਂ ਤਾਂ ਸਿੱਧੇ ਵੀ ਮੁਕਤ ਕਰਦੇ, ਤੁਹਾਡੀ ਬਾਸ਼ਨਾ ਅਜੇ ਕੁਛ ਰਹਿੰਦੀ ਆ ਬਾਕੀ। ਮਾਨਸ ਦੇ ਦੇਵਤੇ ਪਏ, ਇਹ ਸਾਧ ਸੰਜੀਵ ਮਨੁੱਖਾਂ ਦਾ, ਮਨੁੱਖ ਤੋਂ ਦੇਵਤੇ ਪਏ। ਮਹਾਰਾਜ ਸਾਹਿਬ ਨੇ ਇਹਦੇ ਨਾਲ ਫਿਰ ਇੱਕ ਗੱਲ ਇਹ ਕਹੀ, ਕਹਿੰਦੇ ਪਹਿਲਾ ਮਨੁੱਖ ਕਾਂ ਤੇ ਕਾਣੀ ਵਰਗਾ, ਇਸਤਰੀ ਪੁਰਸ਼ ਮਨੁੱਖ ਜਾਤੀ ਕਹਿੰਦੇ ਕਾਂ ਦੀ ਜੂਨ ਵਰਗੇ ਹੁੰਦੇ ਆ। ਕਾਂ ਕੀ ਕਰਦਾ ਹੈ, ਗੰਦਗੀ ਖਾਂਦਾ ਹੈ, ਬੇਫਾਇਦਾ ਬੋਲਦਾ ਹੈ। ਜਿਹੜੇ ਲੋਕਾਂ ਦੀ ਨਿੰਦਿਆ ਦੀ ਗੰਦਗੀ ਖਾਂਦੇ ਆ, ਕਹਿੰਦੇ ਉਹ ਕਾਂ ਵਰਗੇ ਹੀ ਨੇ, ਪਾਪਾਂ ਕਰਕੇ ਪਾਲੇ ਨੇ। ਕਹਿੰਦੇ ਜਦੋਂ ਫਿਰ ਸੰਤਾਂ ਦੀ ਸੰਗਤ ਕਰਦੇ ਆ, ਉਹ ਫਿਰ ਇਹ ਬੁਰੇ ਕਰਮ ਛੱਡ ਕੇ ਨਿੰਦਿਆ ਛੱਡ ਦਿੰਦੇ। ਉਹ ਕਹਿੰਦੇ ਨਿੰਦਿਆ ਦਾ ਬਹੁਤ ਮਾੜਾ ਫਲ ਹੈ, ਫਿਰ ਉਹ ਧਰਮ ਧਾਰਨ ਕਰ ਲੈਂਦੇ ਆ। ਕਹਿੰਦੇ ਧਰਮ ਦਾ ਪਹਿਰਾਵਾ ਪਾਇਆ ਵਾ ਹੁੰਦਾ ਹੈ, ਡੱਡੀਆਂ ਮੱਛੀਆਂ ਖਾਣ ਤੇ ਫੇਰ ਨਹੀਂ ਹਟਦੇ, ਫੇਰ ਵੀ ਉਹ ਲੁਕ ਛਿਪ ਕੇ ਵਿਕਾਰ ਭੋਗਦੇ ਆ। ਉੱਪਰ ਤੇ ਪਹਿਰਾਵਾ ਹੈਗਾ, ਬਗਲੀ ਦੀ ਨਿਆਈ ਚਿੱਟੇ ਸੋਹਣੇ ਦਿਖਦੇ, ਪਰ ਅੰਦਰ ਫੇਰ ਵੀ ਡੱਡੀਆਂ ਮੱਛੀਆਂ ਖਾਣ ਦੀ ਤਰ੍ਹਾਂ ਬਾਸ਼ਨਾ ਮਾੜੀ ਹੈ। ਕਹਿੰਦੇ ਫੇਰ ਹੋਰ ਸੰਗਤ ਕਰਨ, ਫਿਰ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੰਸ ਹੰਸਣੀ ਦੀ ਤਰ੍ਹਾਂ ਬਣਾ ਦਿੰਦੇ ਆ। ਇਸ ਤੋਂ ਬਾਅਦ ਤਾਂ ਫਿਰ ਕਹਿੰਦੇ ਉਹਨਾਂ ਨੂੰ ਦਿਵਯ ਸਰੂਪ ਮੁਕਤ ਕਰ ਦਿੰਦੇ ਆ। ਧਿਆਇਆ ਨਾਮ ਹਰੇ, ਜਿਨ੍ਹਾਂ ਨੂੰ ਨਾਮ ਧਿਆਇਆ, ਇੱਕ ਵਾਰੀ ਫਿਰ ਪੜ੍ਹ ਦੋ ਜੀ ਇਹ। ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ, ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ, ਇਹ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ, ਪਰ ਦੇਵਤਿਆਂ ਦੀ ਉੱਤਮ ਬਣਾਤੇ, ਮੁਕਤ ਹੀ ਕਰ ਦਿੱਤੇ ਨੇ। ਇਸ ਦੇਹੀ ਕੋ ਸਿਮਰਨ ਦੇਵ, ਤਾਂ ਦੇਹੀ ਨੂੰ ਤਾਂ ਇਹਨੂੰ ਤਾਂ ਸਿਮਰਦੇ ਯਾਦ ਕਰਦੇ ਆ, ਸੋ ਦੇਹੀ ਭਜ ਹਰ ਕੀ ਸੇਵ। ਉਹ ਫਿਰ ਇਉਂ ਪ੍ਰਕਾਸ਼ ਦਾ ਰੂਪ ਹੀ ਬਣਾ ਦਿੰਦੇ ਹਨ ਜੀ। ਹਉਮੈ ਮਾਰਜ ਮਿਲਾਇਨ, ਉਹਨਾਂ ਦੀ ਹਉਮੈ ਕੱਢ ਕੇ, ਮਮਤਾ ਮਾਰ ਕੇ ਉਹਨਾਂ ਨੂੰ ਵਾਹਿਗੁਰੂ ਨਾਲ ਮੇਲ ਦਿੰਦੇ ਆ। ਗੁਰ ਕੈ ਸ਼ਬਦ ਤਰੇ, ਉਹ ਗੁਰੂ ਦੇ ਸ਼ਬਦ ਦੁਆਰਾ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਨਾਨਕ ਸਹਿਜ ਸਮਾਇਨ, ਤੇ ਉਹ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰ ਦਿੰਦਾ। ਹਰ ਆਪਣੀ ਕਿਰਪਾ ਬੋਲਦੇ ਹੋਏ ਵੀ, ਹਰ ਆਪਣੀ ਕਿਰਪਾ ਕਰੇ, ਹਰ ਆਪਣੀ ਕਿਰਪਾ ਕਰੇ, ਜਿਹਦੇ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਆਪਣੀ ਕਿਰਪਾ ਦਇਆ ਕਿਰਪਾ ਕਰ ਦਿੰਦਾ, ਦ੍ਰਿਸ਼ਟੀ ਕਰ ਦਿੰਦਾ, ਉਹ ਫਿਰ ਸਹਿਜ ਸਮਾਇਨ, ਉਹ ਸਹਿਜ ਸੁਤੇ ਸਿੱਧ ਹੀ ਉਸ ਵਾਹਿਗੁਰੂ ਦੇ ਵਿੱਚ ਸਮਾਇਨ ਕੀ ਹੈ, ਸਮਾ ਜਾਂਦੇ ਹਨ ਜੇ। ਗੁਰੂ ਰਾਮਦਾਸ ਕਿਰਪਾ ਕਰਦੇ ਨੇ ਜੇ, ਔਰ ਆਪਣੀ ਭਗਤ ਕਰਾਏ। ਤੇ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਹਰੀ ਪਰਮੇਸ਼ਰ ਗੁਰਾਂ ਦੁਆਰਾ ਭਗਤਾਂ ਤੋਂ ਆਪਣੀ ਪ੍ਰੇਮਾ ਭਗਤੀ ਕਰਵਾ ਲੈਂਦੇ ਹਨ। ਫਿਰ ਉਹਨਾਂ ਭਗਤਾਂ ਨੂੰ ਵਡਿਆਈ ਵੇਖਾਲੀਆਂ ਨਾ, ਫਿਰ ਉਹਨਾਂ ਨੂੰ ਵਡਿਆਈ ਨਾਲ ਕੁੱਲ ਸੰਸਾਰ ਵਿੱਚ ਵੇਖਾਲੀਆਂ ਨੇ ਵਿਖਾਉਣਾ ਕੀਤਾ, ਤੇ ਉਹਨਾਂ ਨੂੰ ਸੰਸਾਰ ਉਹਨਾਂ ਦੀ ਵਡਿਆਈ ਕਰਦਾ ਦੇਖਿਆ ਜਾਂਦਾ ਹੈ। ਇਸ ਪ੍ਰਕਾਰ ਜਿਵੇਂ ਕਬੀਰ ਸਾਹਿਬ ਦੇ ਵੇਲੇ ਕਿੰਨੇ ਰਾਜੇ ਹੋਣਗੇ, ਕੋਈ ਰਾਜੇ ਦਾ ਨਾਂ ਨਹੀਂ ਜਾਣਦਾ। ਕਬੀਰ ਸਾਹਿਬ ਦੇ ਵੇਲੇ ਕੰਸੀ ਕਿੰਨੇ ਵਿਦਵਾਨ ਹੋਣਗੇ, ਇੱਕ ਦਾ ਵੀ ਕੋਈ ਨਾਂ ਨਹੀਂ ਜਾਣਦਾ। ਕਬੀਰ ਸਾਹਿਬ ਦੇ ਵੇਲੇ ਕਿੰਨੇ ਕੁ ਹਕੀਮ ਹੋਣਗੇ, ਵੈਦ, ਇੱਕ ਦਾ ਵੀ ਕੋਈ ਨਾਂ ਨਹੀਂ ਜਾਣਦਾ। ਪਰ ਕਬੀਰ ਸਾਹਿਬ ਨੂੰ ਕੌਣ ਨਹੀਂ ਜਾਣਦਾ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੁੱਛਿਆ ਸੀ,
ਉਸ ਵੇਲੇ ਰਾਜਾ ਕੌਣ ਸੀ ਨਹੀਂ ਸੀ ਦੱਸ ਹੋਇਆ ਕਿਸੇ ਤੋਂ। ਕਬੀਰ ਨੂੰ ਸਾਰੇ ਲੋਕ ਜਾਣਦੇ, ਨਾਮਦੇਵ ਨੂੰ ਸਾਰੇ ਜਾਣਦੇ ਨੇ, ਧੰਨੇ ਭਗਤ ਨੂੰ, ਸਾਰਿਆਂ ਭਗਤਾਂ ਨੂੰ, ਫਰੀਦ ਸਾਹਿਬ ਨੂੰ ਸਾਰੇ ਜਾਣਦੇ ਆ। ਇਹ ਭਗਤੀ ਦਾ ਪ੍ਰਗਟ ਹਰ ਆਪਣੀ ਭਗਤ ਕਰਾਏ ਤੇ ਉਹਨਾਂ ਨੂੰ ਵਡਿਆਈ ਦੇ ਕੇ ਵਡਿਆਈ ਇਹ ਖਾਲੀਆਂ ਨਾ ਉਹ ਵਡਿਆਈ ਦੇ ਪ੍ਰਤਾਪ ਦੇ ਸੰਸਾਰ ਨੂੰ ਵਿਖਾ ਦਿੰਦੇ ਆ ਵੀ ਸਾਡੀ ਭਗਤੀ ਦਾ ਆਹ ਪ੍ਰਤਾਪ ਹੈ। ਆਪਣੀ ਆਪ ਕਰੇ ਪ੍ਰਤੀਤ ਤੇ ਆਪ ਹੀ ਉਹਨਾਂ ਦੇ ਕੋਲੋਂ ਆਪਣੀ ਸੇਵਾ ਆਪੇ ਸੇਵਾ ਲਾਈਨ ਬੋਲਦੇ ਜੀ ਆਪੇ ਸੇਵ ਘਾਲੀਆਂ ਨਾ ਤੇ ਆਪ ਹੀ ਉਹਨਾਂ ਕੋਲ ਆਪਣੀ ਸੇਵਾ ਘਾਲੀਆਂ ਕਰਾਉਂਦਾ ਹੈ। ਘਾਲਣਾ ਘਾਲਦੇ ਹੈ। ਆਪ ਹੀ ਗੁਰੂ ਰੂਪ ਹੋਏ ਭਗਤਾਂ ਤੋਂ ਆਪਣੀ ਭਗਤਾਂ ਦੀ ਪ੍ਰਤੀਤ ਕਰਦਾ ਹੈ। ਆਪ ਹੀ ਜਿਗਿਆਸੂ ਰੂਪ ਹੋ ਕੇ ਟਹਿਲ ਕਰਦਾ ਹੈ। ਇਹ ਫਿਰ ਸਰਬੀ ਰੰਗੀ ਰੂਪੀ ਤੂੰ ਹੈ। ਐ ਦ੍ਰਿਸ਼ਟੀ ਦੁਆਰਾ ਉਹਦੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ। ਹਰ ਭਗਤਾਂ ਨੂੰ ਦੇ ਆਨੰਦ ਹਰੀ ਪਰਮੇਸ਼ਰ ਆਪਣੇ ਭਗਤਾਂ ਨੂੰ ਸਦਾ ਵਾਸਤੇ ਆਨੰਦ ਬਖਸ਼ਿਸ਼ ਕਰ ਦਿੰਦਾ ਹੈ, ਆਨੰਦ ਦੇ ਦਿੰਦਾ ਹੈ। ਫਿਰ ਘਰੀ ਬਹਾਲਿਆਂ ਫਿਰ ਸਥਿਰ ਕਰਕੇ ਆਪਣੇ ਅੰਤਸਕਰ ਰੂਪੀ ਘਰ ਦੇ ਅੰਦਰ ਬਹਾਲਿਆਂ ਬਿਠਾ ਦਿੰਦਾ ਹੈ। ਤੁਰਿਆ ਪਦ ਰੂਪੀ ਸੱਚਖੰਡ ਰੂਪੀ ਘਰ ਦੇ ਅੰਦਰ ਬਹਾਲਿਆਂ ਕੀ ਬਿਰਾਜਮਾਨ ਕਰ ਦਿੰਦਾ ਹੈ ਜੀ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਪਾਪੀਆਂ ਨੂੰ ਨਹੀਂ ਟਿਕਣ ਦਿੰਦਾ। ਪਾਪੀਆਂ ਨੂੰ ਜਿਹੜੇ ਪਾਪ ਕਰਨ ਵਾਲੇ ਨੇ ਉਹਨਾਂ ਨੂੰ ਕਦੇ ਵੀ ਥਿਰ ਸਥਿਰ ਰਹਿਣ ਨਹੀਂ ਦਿੰਦਾ। ਕਦੇ ਕਿਸੇ ਜੂਨੀ ਜਾਂਦੇ ਨੇ, ਕਦੇ ਕਿਸੇ ਜੂਨੀ ਜਾਂਦੇ ਨੇ, ਜਾਂ ਫਿਰ ਉਹਨਾਂ ਦੀ ਇਹ ਹਾਲਤ ਕਰਦਾ ਹੈ ਚੁਣ ਨਰਕ ਘੋਰ ਚਾਲਿਆਂ ਚੁਣ ਚੁਣ ਕੇ ਲੱਭ ਕੇ ਉਹਨਾਂ ਦੇ ਪਾਪ ਕਰਮਾਂ ਦਾ ਫਲ ਕਹਿੰਦੇ ਕੱਢ ਕੇ ਤੇ ਉਹਨਾਂ ਨੂੰ ਘੋਰ ਭਿਆਨਕ ਨਰਕ ਦੇ ਵਿੱਚ ਚਾਲਿਆਂ ਨੇ ਚਲਾਉਣਾ ਕਰਦਾ ਹੈ ਵੀ ਆਹ ਤੁਹਾਡਾ ਸਥਾਨ ਹੈ ਨਰਕ ਘੋਰ ਬਹੁਤ ਦੁੱਖ ਕਣੇ ਅਕਿਰਤ ਕਣਾ ਕਾ ਥਾਨ। ਤੁਹਾਡਾ ਆਹ ਟਿਕਾਣਾ ਹੈ। ਜਿਨ੍ਹਾਂ ਦਾ ਸੰਗਤ ਵਿੱਚ ਟਿਕਾਣਾ ਸੀ ਉਹ ਸੱਚਖੰਡ ਵਿੱਚ ਰਹਿਣਗੇ। ਹਰ ਭਗਤਾਂ ਨੂੰ ਦੇ ਪਿਆਰ ਆਪਣੀਆਂ ਭਗਤਾਂ ਨੂੰ ਐਂ ਪਿਆਰ ਦਿੰਦਾ ਜਿਵੇਂ ਮਾਂ-ਬਾਪ ਆਪਣੇ ਬੱਚੇ ਨੂੰ ਪਿਆਰ ਦਿੰਦੇ ਆ। ਉਹ ਸੰਤਾਂ ਭਗਤਾਂ ਨੂੰ ਆਪਣੀ ਪ੍ਰਾਪਤੀ ਦਾ ਪਿਆਰ ਸਨੇਹ ਦੇ ਦਿੰਦਾ ਹੈ। ਕਰ ਅੰਗ ਨਿਸਤਾਰਿਆਂ ਉਹਨਾਂ ਨੂੰ ਅੰਗ ਪੱਖ ਕਰਕੇ ਸੰਸਾਰ ਸਮੁੰਦਰ ਤੋਂ ਨਿਸਤਾਰਿਆਂ ਨਿਸ ਪ੍ਰਪੰਚ ਤੋਂ ਤਾਰ ਦਿੰਦੇ ਆ। ਅਵਿਦਿਆ ਰੂਪੀ ਨਿਸ ਰਾਤ ਤੋਂ ਗਿਆਨ ਰੂਪੀ ਦਿਨ ਚਾੜ ਕੇ ਸੰਸਾਰ ਸਮੁੰਦਰ ਤੋਂ ਤਾਰ ਲੈਂਦੇ ਨੇ। ਇਉਂ ਅੱਜ ਦਾ ਨਿਤਨੇਮ ਇੱਥੇ ਸਮਾਪਤ ਹੁੰਦਾ ਹੈ। ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਜੀ ਸਤਿਗੁਰੂ ਖਿਮਾ ਕਰਨ ਜੀ। ਆਓ ਇੱਥੇ ਸਮਾਪਤੀ ਹੈ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣਾ ਚੁਣ ਨਰਕ ਘੋਰ ਚਾਲਿਆਂ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ